ਇਹ ਤਾਂ ਮੈਨੂਪੂਲੇਟ ਕੀਤੀਆਂ ਹੋਈਆਂ ਨੇ। 2 ਕੈਪੀਟਲਾਂ ਮਗਰ ਭੱਜੀ ਜਾਂਦੇ ਹੋ। ਪੈਸਾ ਵੀ ਬੈਂਕਾਂ ਦੇ ਹੱਥ 'ਚ ਆ, ਸਰਕਾਰਾਂ ਦੇ ਹੱਥ 'ਚ ਆ, ਤੇ ਕੁਛ ਚੰਦ ਲੋਕ ਨੇ ਸਰਕਾਰਾਂ ਚਲਾਉਂਦੇ ਨੇ। ਜਿਹੜੀ ਮੇਨ ਚੀਜ਼ ਮੈਨੂੰ ਇਹ 'ਚ ਇੰਪੋਰਟੈਂਟ ਚੀਜ਼ ਇਹ ਲੱਗੀ ਨਾ ਕਿ ਆਪਣੇ ਟਾਈਮ ਨੂੰ, ਜਿਹੜਾ ਵੀ ਤੁਹਾਡਾ ਲਾਈਫ ਦਾ ਟਾਈਮ ਹੈ, ਉਹਨੂੰ ਆਪਣੇ ਹੱਥ 'ਚ ਲੈਣਾ ਬਹੁਤ ਜ਼ਰੂਰੀ ਹੈ। ਆਪਣੇ ਇੰਡੀਆ 'ਚ ਕੀ ਹੋਇਆ ਨਾ, ਆਪਣੇ ਇੰਡੀਆ 'ਚ ਨਾ ਧਰਮ ਨੇ ਕਵਰ ਅਪ ਕਰ ਲਿਆ। ਲੋਕਾਂ ਨੂੰ ਕਿਹਾ ਕਿ ਜ਼ਿਆਦਾ ਦਿਮਾਗ ਨਾ ਲੜਾਓ, ਤੁਸੀਂ ਜ਼ਿਆਦਾ ਸੋਚੋ ਨਾ, ਤੁਸੀਂ ਮੱਥਾ ਟੇਕੋ ਤੇ ਆਪਣੇ ਕੰਮ ਤੇ ਜਾਓ। यू हैव टू गो थ्रू इट। कहते हैं ना, आग का दरिया है और डूब के जाना है। ਤਾਂ ਉਹ ਟਰਾਈ ਕਰਦੇ ਨੇ ਤੁਹਾਨੂੰ ਲੂਪ ਲਿਵਿੰਗ ਦੇ ਵਿੱਚ ਲਿਆਈਏ, ਕਿਸੇ ਵੀ ਟਾਈਪ ਦਾ ਲੂਪ। ਤਾਂ ਉਹ ਕਹਿਣਗੇ ਤੁਸੀਂ ਜ਼ਿਆਦਾ ਕਿਤਾਬਾਂ ਨਾ ਪੜ੍ਹਿਓ, ਤੁਸੀਂ ਇੱਕ ਕਿਤਾਬ ਰੋਜ਼ ਪੜ੍ਹੋ, ਕਿਉਂਕਿ ਐਕਸਪਲੋਰਰਸ ਕੋਲ ਐਕਸਪੀਰੀਐਂਸ਼ੀਅਲ ਕੈਪੀਟਲ ਇੰਨੀ ਸਟਰੋਂਗ ਹੁੰਦੀ ਹੈ। ਬੰਦਾ ਕਹਿੰਦਾ ਯਾਰ ਮੈਂ 10 ਮਿੰਟ ਬੈਠਾ, ਇਹਦੇ ਕੋਲ ਨਾ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਉਹ ਇਸ ਵਾਰ 90 ਇਅਰਸ ਦਾ ਹੋ ਗਿਆ, ਕਹਿੰਦਾ ਮੈਂ 90 ਸਾਲਾਂ ਦਾ ਹੋ ਗਿਆ। ਅੱਛਾ। ਤੇ ਬੰਦਾ ਸੁਪਰ ਫਿਟ। ਕਹਿ ਰਹੇ ਨੇ ਕਿ ਸਾਨੂੰ ਇੰਨੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਨਹੀਂ ਹੈਗੀ ਹੁਣ, ਕਿਉਂਕਿ ਹੁਣ ਤਾਂ ਇਹ ਕੰਮ ਕੰਪਿਊਟਰ ਕਰ ਲੈਂਦਾ ਤੇ ਅੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਲੂਗੀ। ਇਹ ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿੰਦਾ, ਤੂੰ ਆ ਕੇ ਕਰਕੇ ਦੇਖ, ਖੇਤੀ ਕਰਕੇ ਦੇਖ, ਤੈਨੂੰ ਪਤਾ ਲੱਗੂਗਾ ਕੀ ਹੁੰਦਾ। ਬੈਠ ਕੇ ਯੂਨੀਵਰਸਿਟੀਆਂ 'ਚ ਬੋਲਣਾ ਤਾਂ ਬਹੁਤ ਸੌਖਾ। ਇੰਟੈਲੈਕਚੁਅਲ ਟੀਵੀਆਂ ਤੇ ਬਹਿ ਜਾਂਦੇ ਹੋ, ਆ ਕੇ ਡਿਬੇਟਾਂ ਕਰਨ ਲੱਗ ਜਾਂਦੇ ਹੋ। ਓਸ਼ੋ ਦੀ ਗੱਲ ਹੁੰਦੀ ਆ, ਕੋਈ ਤਾਂ ਕਹਿੰਦਾ ਇਹ ਤਾਂ ਬੇਹੱਦ ਅਧਰਮੀ ਬੰਦਾ, ਉਹ ਤਾਂ ਜਮਾ ਹੀ ਰੱਬ 'ਚ ਮੰਨਦਾ ਹੀ ਨਹੀਂ। ਕੋਈ ਕਹਿੰਦਾ ਓਸ਼ੋ ਵਰਗਾ ਧਾਰਮਿਕ ਬੰਦਾ ਕੋਈ ਨਹੀਂ। ਓਸ਼ੋ ਕਹਿੰਦਾ ਸੀ ਨਾ ਕਿ ਜੇ ਤੁਸੀਂ ਵੋਟਿੰਗ ਰਾਈਟ ਦੇ ਸਕਦੇ ਹੋ ਤਾਂ ਧਰਮ ਦਾ ਰਾਈਟ ਵੀ ਦਿਓ। 18 ਸਾਲ ਤੱਕ ਕਿਉਂ ਕਿਸੇ ਨੂੰ ਧਾਰਮਿਕ ਬਣਾਉਂਦੇ ਹੋ? ਤੇ ਆਪਣੇ ਆਪ ਨੂੰ ਇੰਟਰਸਪੈਕਟ ਕਰਨ ਤੋਂ ਬੰਦੇ ਨੂੰ ਡਰ ਲੱਗੀ ਜਾਂਦਾ ਹੁੰਦਾ। ਹਏ ਕਿਤੇ ਮੈਂ ਸਾਧ ਨਾ ਬਣ ਜਾ, ਹਨਾ, ਹਏ ਮੇਰਾ ਤਾਂ ਪੈਸਾ ਉੱਡ ਜੂਗਾ ਸਾਰਾ। हाँ भी मोहनजीत, वेलकम टू पार्ट 2। अपनी डिस्कशन ਜਿਹੜੀ ਚੱਲ ਰਹੀ ਸੀਗੀ ਪਹਿਲਾਂ 8 ਫਾਰਮਸ ਆਫ ਕੈਪੀਟਲ ਨੂੰ ਲੈ ਕੇ, ਤੇ ਆਪਾਂ ਕਵਰ ਕੀਤਾ ਆਪਣੇ ਪਾਰਟ 1 ਦੇ ਵਿੱਚ। ਆਪਾਂ ਬੇਸਿਕਲੀ ਗੱਲ ਕੀਤੀ ਜੋ ਕਿ ਲੋਕ ਸੋਚਦੇ ਨੇ ਕਿ ਕੈਪੀਟਲ ਜਿਹੜੀ ਹੁੰਦੀ ਹੈ ਇੱਕ ਫਾਈਨੈਂਸ਼ੀਅਲ ਕੈਪੀਟਲ ਟੌਪ ਮੋਸਟ, ਹੈ ਨਾ, ਜਿਹਨੂੰ ਕਿ ਜੋ ਕਿ ਸਾਰਿਆਂ ਦੇ ਦਿਮਾਗ 'ਚ ਆਉਂਦੀ ਹੈ ਕਿ ਉਹ ਵੀ ਇੱਕ ਟਾਈਪ ਦੀ ਕੈਪੀਟਲ ਹੈ, ਮੇਨ ਜਿਹੜੀ ਟਾਈਪ ਦੀ ਕੈਪੀਟਲ ਹੈ। ਉਸ ਤੋਂ ਬਾਅਦ ਆਪਾਂ ਕਵਰ ਕੀਤੀ ਸੋਸ਼ਲ ਕੈਪੀਟਲ, ਜੋ ਕਿ ਰਿਸ਼ਤਿਆਂ ਨੂੰ ਲੈ ਕੇ ਸੀ। ਆਪਾਂ ਉੱਤੇ ਇੱਕ ਗੂੜੀ ਚਰਚਾ ਕੀਤੀ, ਕਿਸ ਟਾਈਪ ਦੇ ਰਿਸ਼ਤੇ ਨੇ, ਕੋਈ ਮਤਲਬ ਦੇ ਹੁੰਦੇ ਨੇ, ਕੋਈ ਬਿਨਾਂ ਮਤਲਬ ਦੇ ਹੁੰਦੇ ਨੇ, ਹੈ ਨਾ, ਤੇ ਉਹ ਸੋਸ਼ਲ ਕੈਪੀਟਲ ਨੂੰ ਆਪਾਂ ਡਿਸਕਸ ਕੀਤਾ। ਫਿਰ ਆਪਾਂ ਕੀਤਾ ਮਟੀਰੀਅਲ ਕੈਪੀਟਲ ਨੂੰ ਡਿਸਕਸ, ਵਿਚ ਇਜ਼ ਫਾਈਨੈਂਸ ਦੇ ਨਾਲ ਹੀ ਉਹ ਉਸ ਟਾਈਪ ਦੀ ਹੈ ਜਿੱਥੇ ਕਿ ਇੰਸਟੈਡ ਆਫ ਮਨੀ ਲੋਕ ਮਟੀਰੀਅਲ ਬਾਏ ਕਰ ਲੈਂਦੇ ਨੇ, ਮਟੀਰੀਅਲ ਇਕੱਠਾ ਕਰਦੇ ਨੇ, ਹੈ ਨਾ, ਤੇ ਉਹ ਉਸ ਟਾਈਪ ਦੀ ਕੈਪੀਟਲ 'ਤੇ ਜ਼ਿਆਦਾ ਇਨਵੈਸਟਮੈਂਟ ਕਰਦੇ ਨੇ। ਅਤੇ ਫਿਰ ਆਪਾਂ ਚੌਥੀ ਕੱਲ੍ਹ ਡਿਸਕਸ ਕੀਤੀ ਸੀ ਲਿਵਿੰਗ। ਇਹ ਜਿਹੜਾ ਮੈਨੂੰ ਸਭ ਤੋਂ ਬੈਸਟ ਲੱਗੀ ਲਿਵਿੰਗ ਕੈਪੀਟਲ, ਕਿਉਂਕਿ ਇਹ ਤੁਹਾਡੇ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ। ਇਹ ਕੈਪੀਟਲ ਨਾ ਹੀ ਕਨਵਰਟ ਕੀਤੀ ਜਾ ਸਕਦੀ ਹੈ ਪੈਸੇ ਤੋਂ। ਲਿਵਿੰਗ ਕੈਪੀਟਲ ਨੂੰ ਆਪਾਂ ਕਨਵਰਟ ਨਹੀਂ ਕਰ ਸਕਦੇ। ਇਹ ਜਿਹਨੂੰ ਆਪਾਂ ਪ੍ਰਾਣ ਵਾਯੂ ਜਿਹੜੀ ਗੱਲ ਕੀਤੀ ਸੀ ਕੱਲ੍ਹ ਆਪਾਂ, ਕਿ ਤੁਹਾਡਾ ਜਿਹੜਾ ਜਿੱਥੇ ਤੁਸੀਂ ਰਹਿੰਦੇ ਹੋ, ਤੁਹਾਡਾ ਹੈਬੀਟੈਟ ਹੈ, ਉਹਦੇ ਆਸ-ਪਾਸ ਪ੍ਰਾਣ ਵਾਯੂ ਕਿੰਨੀ ਹੈ, ਹੈ, ਤੁਹਾਡੇ ਉਸ ਟਾਈਪ ਦੀ ਕੈਪੀਟਲ ਤੁਹਾਡੇ ਕੋਲ ਕਿੰਨੀ ਹੈ। ਅਤੇ ਉਹ 4 ਟਾਈਪ ਦੀ ਕੈਪੀਟਲ ਆਪਾਂ ਕੱਲ੍ਹ ਡਿਸਕਸ ਕੀਤੀਆਂ। ਅਤੇ ਹੁਣ ਆਪਣਾ ਇਹ ਪਾਰਟ 2 ਅੱਜ ਆਪਾਂ ਕੰਟੀਨਿਊ ਕਰ ਰਹੇ ਹਾਂ, ਜਿਸ 'ਚ ਕਿ ਆਪਾਂ ਫਿਰ ਅਗਲੀਆਂ 4 ਟਾਈਪ ਜਿਹੜੀਆਂ ਨੇ ਕੈਪੀਟਲਸ ਉਹ ਡਿਸਕਸ ਕਰਨੀਆਂ ਨੇ, ਹੈ ਨਾ। ਇਹ ਤੋਂ ਪਹਿਲਾਂ ਕਿ ਆਪਾਂ ਸਟਾਰਟ ਕਰੀਏ, ਕੋਈ ਵਿਊ ਕੁਛ ਤੁਸੀਂ ਕਹਿਣਾ ਚਾਹੁੰਦਾ ਹੈ ਕੱਲ੍ਹ ਦੇ ਪੋਡਕਾਸਟ ਦੇ ਬਾਰੇ, ਜਿਹੜੀ ਪਾਰਟ 1 ਸੀਗੀ ਆਪਣੀ? ਨਹੀਂ ਇਹ ਮੈਨੂੰ ਇਹ ਲੱਗਦਾ ਕਿ ਮੈਂ ਫਿਰ ਉਹੀ ਗੱਲ ਕਹੂੰਗਾ ਕਿ ਇਹ ਬੜਾ ਇੰਪੋਰਟੈਂਟ ਸਬਜੈਕਟ। ਆਪਾਂ ਜਿਵੇਂ ਉਹਨੇ ਕਹਿੰਦੇ ਨੇ ਸ਼ਿਪ ਜਰਨੀ ਵਾਸਤੇ ਨਿਕਲਦਾ, ਤਾਂ ਉਸ ਨੂੰ ਟਾਰਗੇਟ ਪਤਾ ਹੁੰਦਾ ਨਾ ਕਿ ਮੈਂ ਪਹੁੰਚਣਾ ਕਿੱਥੇ ਆ। ਤੇ ਆਪਾਂ ਪੈਸਾ ਕਮਾਉਣ ਨਿਕਲ ਜਾਂਦੇ ਆ, ਆਪਾਂ ਨੂੰ ਕੁਛ ਨਹੀਂ ਸਮਝ ਪੈਸੇ ਬਾਰੇ, ਕਿ ਕੈਪੀਟਲਸ ਬਾਰੇ, ਕਿ ਕੋਈ ਅਸੀਂ ਕਿਉਂ ਕਮਾਉਣਾ, ਇਹ ਕਿਵੇਂ ਬਣਦਾ ਹੈ, ਇਹਦੇ ਆਪਣੀ ਜ਼ਿੰਦਗੀ 'ਚ ਇਹਦੇ ਕੀ ਫਾਇਦੇ ਨੇ। ਆਪਾਂ ਇੰਟਰੋਸਪੈਕਟ ਨਹੀਂ ਕਰਦੇ, ਆਪਾਂ ਬਸ ਭੇਡ ਚਾਲ ਮੰਗੂ ਆ ਕਿ ਇੱਕ ਡਿਜਿਟਸ ਨੇ ਕੁਛ ਸਮਾਨ ਆ ਉਹਨਾਂ ਦੇ ਮਗਰ ਭੱਜ ਲੈਂਦੇ ਆ, ਜ਼ਿੰਦਗੀ ਲਾ ਦਿੰਦੇ ਤੇ ਆਪਾਂ ਪੂਰੀ ਜ਼ਿੰਦਗੀ ਲਗਾ ਦਿੰਦੇ ਹਾਂ। ਅਤੇ ਆਪਾਂ ਨੂੰ ਕੁਛ ਸਮਝ ਨਹੀਂ ਆ ਰਿਹਾ ਕਿ ਅਸੀਂ ਫਿਰ ਜਾ ਕੇ ਜਦੋਂ ਸਮਝ ਆਉਂਦਾ ਨਾ ਕਿ ਅਚੀਵ ਕਰਨ ਤੋਂ ਬਾਅਦ ਵੀ ਹੈਪੀਨੈਸ ਨਹੀਂ ਆਈ, ਜਾਂ ਪ੍ਰੋਬਲਮ ਤਾਂ ਫਿਰ ਵੀ ਉੱਥੇ ਦੀ ਉੱਥੇ ਖੜੀਆਂ ਨੇ, ਉਲਟੀਆਂ ਵੱਧ ਗਈਆਂ ਨੇ। ਫਿਰ ਆਪਾਂ ਦੁਬਾਰਾ ਤੋਂ ਇੰਟਰਸਪੈਕਟ ਕਰਦੇ ਹਾਂ, ਉਹ ਵੀ ਕੋਈ ਕਰਦਾ, ਲੱਖਾਂ 'ਚੋਂ ਇੱਕ ਬੰਦਾ ਕਰਦਾ। ਫਿਰ ਆਪਾਂ ਇਹ ਫਿਲੋਸਫਰਸ ਨੂੰ ਸੁਣਦੇ ਹਾਂ, ਇਹ ਲੋਕਾਂ ਨੂੰ, ਫਿਰ ਇਹ ਦੱਸਦੇ ਨੇ ਕਿ ਕਿਵੇਂ ਇਹ ਤਾਂ ਮੈਨੂਪੂਲੇਟ ਕੀਤੀਆਂ ਹੋਈਆਂ ਨੇ। 2 ਕੈਪੀਟਲਾਂ ਮਗਰ ਭੱਜੀ ਜਾਂਦੇ ਹੋ। ਪੈਸਾ ਵੀ ਬੈਂਕਾਂ ਦੇ ਹੱਥ 'ਚ ਆ, ਸਰਕਾਰਾਂ ਦੇ ਹੱਥ 'ਚ ਆ, ਤੇ ਕੁਛ ਚੰਦ ਲੋਕ ਨੇ ਸਰਕਾਰਾਂ ਚਲਾਉਂਦੇ ਨੇ। ਤੇ ਐਸੈਟਸ ਵੀ ਆਹੀ ਕੰਮ ਆ, ਲੋਨ ਵੰਡ ਦਿੰਦੇ ਨੇ ਤੇ ਤੁਸੀਂ ਐਸੈਟਸ ਲੈ ਲੈਂਦੇ ਹੋ।
ਤਾਂ ਬਾਕੀ ਜਿਹੜੇ 6 ਫਾਰਮਸ ਆਫ ਕੈਪੀਟਲ ਨੂੰ ਆਪਾਂ ਜਮਾਂ ਨਜ਼ਰਅੰਦਾਜ਼ ਕਰ ਦਿੰਦੇ ਆ ਤੇ ਉੱਥੇ ਹੀ ਸੋਲੂਸ਼ਨ ਪਏ ਨੇ। ਅਨਲੈਸ ਤੁਸੀਂ 8 ਫਾਰਮਸ ਆਫ ਕੈਪੀਟਲ ਨੂੰ ਸਮਝ ਕੇ ਆਪਣੀ ਲਾਈਫ ਡਿਜ਼ਾਈਨ ਨਹੀਂ ਕਰਦੇ, ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਡੇ 2 ਫਾਰਮਸ ਨੇ ਕੁਝ ਕੰਮ ਕਰਨਾ। ਇਹ ਸਭ ਤੋਂ ਜਿਹੜੀ ਮੇਨ ਚੀਜ਼ ਮੈਨੂੰ ਇਹ 'ਚ ਇੰਪੋਰਟੈਂਟ ਚੀਜ਼ ਇਹ ਲੱਗੀ ਨਾ ਕਿ ਆਪਣੇ ਟਾਈਮ ਨੂੰ, ਜਿਹੜਾ ਵੀ ਤੁਹਾਡਾ ਲਾਈਫ ਦਾ ਟਾਈਮ ਹੈ, ਉਹਨੂੰ ਆਪਣੇ ਹੱਥ 'ਚ ਲੈਣਾ ਬਹੁਤ ਜ਼ਰੂਰੀ ਹੈ ਨਾ। ਇਹ ਸਮਝਣਾ, ਆਪਣੇ ਆਪ ਨੂੰ ਐਜ਼ ਅ ਥਰਡ ਪਰਸਨ ਦੇਖਣਾ ਬਾਹਰ ਨਿਕਲ ਕੇ ਕਿ ਮੈਂ ਆਪਣਾ ਮੋਸਟਲੀ ਟਾਈਮ ਕਿੱਥੇ ਸਪੈਂਡ ਕਰ ਰਹੀ ਹਾਂ ਜਾਂ ਕਰ ਰਿਹਾ, ਉਹ ਇੰਟਰੋਸਪੈਕਸ਼ਨ ਇਜ਼ ਵੈਰੀ ਇੰਪੋਰਟੈਂਟ। ਆਪਾਂ ਬਚਪਨ ਤੋਂ ਹੀ ਭਾਵੇਂ ਦੇ ਆਪਣਾ ਪਰਿਵਾਰ ਹੋਵੇ, ਆਪਣਾ ਸੁਸਾਇਟੀ ਹੋਵੇ, ਆਪਣੇ ਫਰੈਂਡ ਸਰਕਲ ਹੋਵੇ, ਆਪਣਾ ਸਕੂਲ ਹੋਵੇ, ਉਹ ਸਾਰੇ ਹੀ ਆਪਾਂ ਨੂੰ ਇੱਕ ਡਿਫਰੈਂਟ ਡਾਇਰੈਕਸ਼ਨ 'ਚ ਡਰਾਈਵ ਕਰਦੇ ਨੇ ਤੇ ਆਪਣਾ ਨਾ ਬ੍ਰੇਨ ਵਾਸ਼ ਹੋਇਆ ਹੁੰਦਾ ਕੰਪਲੀਟਲੀ। ਤੇ ਮੈਨੂੰ ਇਹ ਸਮਝ ਆਉਂਦੀ ਹੈ ਕਿ ਜਿਹੜੇ ਆਪਣੇ ਨੂੰ ਸੁਣ ਰਹੇ ਹੋਣਗੇ ਹੁਣ, ਤੇ ਉਹਨਾਂ ਨੇ ਜਿਨ੍ਹਾਂ ਨੇ ਫਸਟ ਟਾਈਮ ਸੁਣੀਆਂ ਹੋਣਗੀਆਂ ਇਹ ਚੀਜ਼ਾਂ, ਉਹਨਾਂ ਨੂੰ ਥੋੜ੍ਹੀਆਂ ਸ਼ੌਕਿੰਗ ਵੀ ਲੱਗਦੀਆਂ ਹੋਣਗੀਆਂ, ਥੋੜ੍ਹੀ ਬੇਵਕੂਫਾਨਾ ਵੀ ਲੱਗਦੀਆਂ ਹੋਣਗੀਆਂ ਚੀਜ਼ਾਂ ਵੀ, ਇਹ ਆਪਾਂ ਕਿਹਦੀਆਂ ਗੱਲਾਂ ਕਰੀ ਜਾਂਦੇ ਹਾਂ, ਹੈ ਨਾ। ਪਰ ਖੁਸ਼ੀ ਹੋਊਗੀ ਜੇ ਉਹ ਇੱਕ ਵਾਰ ਰੁਕ ਕੇ ਬਿਨਾਂ ਜਜਮੈਂਟ ਦੇ, ਬਿਨਾਂ ਜੱਜ ਕੀਤੇ ਚੀਜ਼ਾਂ ਨੂੰ ਇੱਕ ਵਾਰ ਸੋਚਣ ਜ਼ਰੂਰ ਇਸ ਚੀਜ਼ ਦੇ ਬਾਰੇ। ਜਿਵੇਂ ਤੁਸੀਂ ਸੋਚਦੇ ਹੋ ਨਾ, ਇੱਕ ਬੀ ਪਾਉਂਦੇ ਹੋ ਆਪਣੇ ਦਿਮਾਗ ਦੇ ਅੰਦਰ, ਉਹ ਕਿਤੇ ਨਾ ਕਿਤੇ ਬਾਅਦ 'ਚ ਜਾ ਕੇ ਉਂਗਰਦਾ ਹੈ ਨਾ। ਫਿਰ ਜਦ ਤੁਸੀਂ ਉਹਨੂੰ ਰਿਲੇਟ ਕਰਦੇ ਹੋ ਆਪਣੀ ਸਿਚੁਏਸ਼ਨਸ ਦੇ ਨਾਲ, ਉਹ ਬਾਅਦ 'ਚ ਜਾ ਕੇ ਉਂਗਰਦਾ ਹੈ ਤੇ ਉਹ ਬੜੀ ਇੰਪੋਰਟੈਂਟ ਪ੍ਰੋਸੈਸ ਹੈ ਨਾ, ਤੇ ਉਹ ਹੋਣਾ ਜ਼ਰੂਰੀ ਹੈ। ਜਿਹੜੀ ਉਹ ਤੁਸੀਂ ਵੀ ਬੁੱਕ ਪੜ੍ਹ ਰਹੇ ਹੋ, ਮੈਂ ਵੀ ਬੁੱਕ ਪੜ੍ਹ ਰਿਹਾ, ਜਿਹੜੀ ਸੋਫੀਜ਼ ਵਰਡ, ਉਹ ਉਹਨਾਂ ਨੇ ਦੇਖਿਆ ਨਾ, ਉਹ 13-14 ਸਾਲ ਦੇ ਬੱਚੇ ਨੂੰ ਉਹਦੇ ਵਿੱਚ ਐਜ਼ ਅ ਮੇਨ ਕਰੈਕਟਰ ਬਣਾਇਆ, ਕੁੜੀ ਨੂੰ, ਛੋਟੀ ਨੂੰ, ਮਤਲਬ ਟੀਨਏਜਰ ਨੂੰ। ਤਾਂ ਉਸ ਦਾ ਸਾਰਾ, ਹਾਂ, ਉਹਦਾ ਕਨਸੈਪਟ ਹੀ ਸਾਰਾ ਹੈਗਾ ਕਿ ਇਹ ਕੁਐਸਚਨਸ ਉਦੋਂ ਆਉਣੇ ਚਾਹੀਦੇ ਸੀ ਜਦੋਂ ਕੋਈ 13-14 ਸਾਲ ਦਾ ਹੋਵੇ, ਤੇ ਉਹ ਫਿਲਾਸਫੀ ਆ। ਤੇ ਆਪਾਂ ਆਪਣੇ ਵਾਸਤੇ ਫਿਲਾਸਫੀ ਸਕੂਲਾਂ 'ਚ ਹੈ ਹੀ ਨਹੀਂ, ਕਾਲਜਾਂ 'ਚ ਵੀ ਨਹੀਂ ਹੈਗੀ। ਫਿਲਾਸਫਰ ਨੂੰ ਤਾਂ ਲੋਕ ਆਏ ਕਹਿੰਦੇ ਨੇ ਪਤਾ ਨਹੀਂ, ਇਸ ਤੋਂ ਦੂਰ ਰਹੋ ਫਿਲਾਸਫਰ ਤੋਂ, ਕਿ ਇਹ ਤੁਹਾਨੂੰ ਮਰਵਾ ਦੂ, ਫਿਲਾਸਫਰ ਤੋਂ ਤੁਹਾਨੂੰ ਮਰਵਾ ਦੂ। ਤੇ ਇਹ ਤਾਂ ਖੱਜਲ ਜੇ ਹੁੰਦੇ ਨੇ, ਤਾਂ ਕਮਲੇ ਲੋਕ ਹੁੰਦੇ ਨੇ, ਇਹਨਾਂ ਨੂੰ ਸੁਣੀਦਾ ਨਹੀਂ ਹੁੰਦਾ ਬਹੁਤ, ਤਾਂ ਬੱਚਿਆਂ ਨੂੰ ਤਾਂ ਇੰਨਾ ਦੂਰ ਰੱਖਦੇ ਨੇ ਲੋਕ, ਫੀਅਰਫੁਲ ਨੇ। ਤੇ ਜਦ ਕਿ ਇਹ ਜਿਹੜੇ ਵੀ ਰੈਵੋਲੂਸ਼ਨਸ ਆਉਂਦੀਆਂ ਨੇ, ਤਾਂ ਇਸ ਕਰਕੇ ਉਹ ਇੰਟੈਂਸ਼ਨਲੀ ਆਪਾਂ ਨੂੰ ਉਸ ਏਜ ਦੇ ਵਿੱਚ ਜਾਂ ਓਵਰਆਲ ਹੀ ਆਪਾਂ ਨੂੰ ਉਹਦੇ ਬਾਰੇ ਜ਼ਿਆਦਾ ਦੱਸਿਆ ਨਹੀਂ ਜਾਂਦਾ। ਹਾਂ, ਤਾਈਓ ਜਿਹੜੇ ਗ੍ਰੀਕ ਫਿਲਾਸਫਰਸ ਨੇ ਨਾ, ਗ੍ਰੀਕ ਦੇ, ਉੱਥੋਂ ਹੀ ਸਾਰਾ ਇਹ ਐਵੋਲਿਊਸ਼ਨਸ ਹੋਈਆਂ ਜ਼ਿਆਦਾ। ਗ੍ਰੀਕ, ਯੂਰਪ, ਉੱਧਰਲੇ ਪਾਸੇ ਉਹਨਾਂ ਨੇ। ਆਪਣੇ ਇੰਡੀਆ 'ਚ ਕੀ ਹੋਇਆ ਨਾ, ਆਪਣੇ ਇੰਡੀਆ 'ਚ ਨਾ ਧਰਮ ਨੇ ਕਵਰ ਅਪ ਕਰ ਲਿਆ। ਲੋਕਾਂ ਨੂੰ ਕਿਹਾ ਕਿ ਜ਼ਿਆਦਾ ਦਿਮਾਗ ਨਾ ਲੜਾਓ, ਤੁਸੀਂ ਜ਼ਿਆਦਾ ਸੋਚੋ ਨਾ, ਤੁਸੀਂ ਮੱਥਾ ਟੇਕੋ ਤੇ ਆਪਣੇ ਕੰਮ ਤੇ ਜਾਓ। ਆਪਣੇ ਇੰਡੀਆ 'ਚ ਇਹ ਚੀਜ਼ ਜ਼ਿਆਦਾ ਪੁਸ਼ ਕੀਤੀ ਗਈ ਆ। ਇਹਦੇ ਕਰਕੇ ਪਿਛਲੇ 1000-2000 ਸਾਲਾਂ ਦੇ ਵਿੱਚ ਨਾ ਆਪਣੇ ਨਾ ਫਿਲੋਸਫੀਕਲ ਬ੍ਰੇਨ ਨਹੀਂ ਹੈਗਾ, ਆਪਾਂ ਕੁਐਸਚਨੇਬਲ ਬ੍ਰੇਨ ਨਹੀਂ ਹੈਗਾ, ਆਪਾਂ ਸੋਚਦੇ ਨਹੀਂ, ਥਿੰਕਰ ਨਹੀਂ ਬਣ ਸਕੇ ਇੰਡੀਆ 'ਚ। ਮੈਂ ਸੋਚ ਰਿਹਾ ਸੀ ਸਵੇਰੇ ਬੈਠ ਕੇ ਅੱਜ, ਮੈਂ ਕਿਹਾ ਆਪਣੇ ਪੰਜਾਬੀ ਜਿਵੇਂ ਉਹ ਇੰਨੇ ਫਿਲੋਸਫਰ ਦੀ ਇੰਟਰਵਿਊ ਕਰ ਰਹੇ ਨੇ, ਬੁੱਕਸ ਆਉਂਦੀਆਂ ਨੇ, ਮੈਂ ਯਾਰ ਸਾਡੇ ਪੰਜਾਬ ਦੇ ਵਿੱਚ ਤਾਂ ਕੋਈ ਫਿਲੋਸਫਰ ਦਾ ਨਾਂ ਹੀ ਨਹੀਂ ਮੈਂ ਸੁਣਿਆ ਕੋਈ। ਮਤਲਬ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਆ ਬਸ, ਡੈਟਸ ਇਟ। ਉਸ ਤੋਂ ਬਾਅਦ ਮੈਂ ਕੋਈ ਇਸ ਟਾਈਪ ਦਾ ਫਿਲੋਸਫਰ ਨਹੀਂ ਸੁਣਿਆ ਜਿਹਦੀ ਮੈਂ ਜਿਹਨੂੰ ਜਾ ਕੇ ਸੁਣਾ, ਜਿਹਨੂੰ ਬੈਠਾਂ, ਜਿਹਦੇ ਨਾਲ ਗੱਲ ਕਰਾਂ, ਕੋਈ ਆਪਣੀ ਫਿਲੋਸਫੀ ਲੈ ਕੇ ਆਇਆ ਹੋਵੇ, ਕੁਐਸਚਨ ਲੈ ਕੇ ਆਇਆ ਹੋਵੇ। ਤੇ ਉੱਥੇ ਜਦੋਂ ਮੈਂ ਸੋਫੀਜ਼ ਵਰਡ ਪੜ੍ਹ ਰਿਹਾ ਜਾਂ ਹੋਰ ਦੇਖ ਰਿਹਾ, ਉੱਥੇ ਤਾਂ ਲਾਈਨ ਲੱਗੀ ਪਈ ਆ ਗ੍ਰੀਸ ਦੇ ਵਿੱਚ, ਤਾਂ ਇੰਨੀ ਫਿਲੋਸਫਰਸ ਨੇ, ਇੰਨੇ ਫਿਲੋਸਫਰਸ ਨੇ। ਹਾਂ, ਚਲੋ ਗੁੱਡ। ਤੇ ਆਪਾਂ ਆਪਣਾ ਪੁਆਇੰਟ ਤੇ ਪਹੁੰਚੀਏ ਹੁਣ। ਆਪਾਂ ਅੱਗੇ 4 ਜਿਹੜੀਆਂ ਆਪਣੀਆਂ ਬਾਕੀ ਦੇ ਕੈਪੀਟਲਸ ਨੇ ਉਹ ਡਿਸਕਸ ਕਰੀਏ। ਤੇ ਮੇਰੀ ਲਿਸਟ ਦੇ ਵਿੱਚ ਜਿਹੜੀ 5ਵੀਂ ਕੈਪੀਟਲ ਹੈ ਉਹ ਹੈਗੀ ਐਕਸਪੀਰੀਅੰਸ, ਹੈ ਨਾ। ਤੇ ਅੱਜ ਮੇਰੇ ਬੇਟੇ ਨਾਲ ਵੀ ਇਹ 'ਤੇ ਥੋੜ੍ਹੀ ਬਹਿਸ ਹੋ ਰਹੀ, ਡਿਸਕਸ਼ਨ ਹੋ ਰਹੀ ਸੀ, ਬਹਿਸ ਤਾਂ ਨਹੀਂ, ਡਿਸਕਸ਼ਨ ਹੋ ਰਹੀ ਸੀਗੀ। ਤੇ ਮਤਲਬ ਮੈਂ ਆਪਣਾ ਪੁਆਇੰਟ ਇਹ ਰੱਖਿਆ, ਮੈਂ ਕਿਹਾ ਐਕਸਪੀਰੀਅੰਸ ਜਿਹੜਾ ਹੁੰਦਾ ਨਾ, ਉਹ ਤੁਸੀਂ ਖਰੀਦ ਨਹੀਂ ਸਕਦੇ ਕਿਸੇ ਤੋਂ। ਐਕਸਪੀਰੀਅੰਸ ਹੀ ਹੁੰਦਾ ਹੈ ਨਾ। ਜਦ ਤੱਕ ਤੁਸੀਂ ਲਾਈਫ ਜਿਉਂਦੇ ਨਹੀਂ ਹੈਗੇ, ਉਹ ਐਕਸਪੀਰੀਅੰਸ ਸਿਰਫ ਇੱਕ ਤਰੀਕੇ ਦਾ ਐਕਸਪੀਰੀਅੰਸ ਨਹੀਂ ਵੀ ਤੁਸੀਂ ਕਿਵੇਂ ਫਾਈਨੈਂਸ਼ੀਅਲੀ ਕਾਮਯਾਬ ਹੋਣਾ ਹੈ, ਉਹ ਇੱਕ ਟਾਈਪ ਦਾ ਐਕਸਪੀਰੀਅੰਸ ਹੋ ਗਿਆ। ਭਾਵੇਂ ਦੀ ਬੰਦਾ ਗਰੀਬ ਹੈ ਨਾ, ਜਾਂ ਉਹ ਇੱਕ ਦਰਦ ਤੋਂ ਗੁਜ਼ਰਿਆ ਪੂਰੀ ਜ਼ਿੰਦਗੀ, ਉਹ ਵੀ ਇੱਕ ਟਾਈਪ ਆਫ ਐਕਸਪੀਰੀਅੰਸ ਹੈ। ਤੇ ਉਹ ਐਕਸਪੀਰੀਅੰਸ ਤੁਸੀਂ ਕਿਸੇ ਨੂੰ ਦੱਸ ਕੇ ਮਹਿਸੂਸ ਨਹੀਂ ਕਰਵਾ ਸਕਦੇ ਜਾਂ ਉਹਨੂੰ ਸਿਖਾ ਨਹੀਂ ਸਕਦੇ। ਉਹਦੇ ਤੋਂ ਜਿਹੜਾ ਆਊਟਕਮ ਨਿਕਲਿਆ, ਯੂ ਹੈਵ ਟੂ ਗੋ ਥਰੂ ਇਟ। ਕਹਿੰਦੇ ਨੇ ਨਾ, ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ ਨਾ। ਬਸ ਉਹੀ ਇੱਕ ਤਰੀਕਾ ਹੈ ਕਿ ਤੁਹਾਨੂੰ ਵਿੱਚ ਡੁੱਬਣਾ ਹੀ ਪੈਂਦਾ ਹੈ, ਤੇ ਉਸ ਤੋਂ ਇਲਾਵਾ ਤੁਸੀਂ ਸਿੱਖ ਨਹੀਂ ਸਕਦੇ ਹੈਗੇ। ਇਸ ਕਰਕੇ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕੈਪੀਟਲ। ਇਹ ਕੈਪੀਟਲ ਤੁਸੀਂ ਭਾਵੇਂ ਦੀ ਚਾਹੋ ਨਾ ਚਾਹੋ, ਤੁਹਾਨੂੰ ਮਿਲਣੀ ਹੈ। ਕਿਸੇ ਟਾਈਪ ਦਾ ਐਕਸਪੀਰੀਅੰਸ ਤੁਹਾਨੂੰ ਹੋਣਾ ਹੀ ਹੋਣਾ ਲਾਈਫ ਦੇ ਵਿੱਚ, ਹੈ ਨਾ। ਤੇ ਇਹ ਕੈਪੀਟਲ ਮੈਨੂੰ ਲੱਗਦਾ ਹਰੇਕ ਕਿਸੇ ਕੋਲੇ ਹੁੰਦੀ ਹੈ ਬਾਈ ਡਿਫਾਲਟ।
ਇਹਦੇ ਚ ਨਾ ਮੈਨੂਪੂਲੇਸ਼ਨ ਹੈ ਹੋਈ ਆ, ਤੁਹਾਨੂੰ ਲੂਪ ਲਿਵਿੰਗ ਚ ਬਾਏ ਡਿਜ਼ਾਈਨ ਪਾ ਦਿੱਤਾ ਗਿਆ ਸਿਸਟਮ ਨੇ। ਤਾਂ ਅਗਰ ਤੁਸੀਂ ਗੁਰਦੁਆਰੇ ਜਾ ਰਹੇ ਹੋ, ਮੰਦਿਰ ਜਾ ਰਹੇ ਹੋ, ਤੇ ਤੁਸੀਂ ਰੋਜ਼ ਹੀ ਇੱਕੋ ਹੀ ਟਾਈਮ 'ਚ ਇੱਕੋ ਹੀ ਕੰਮ ਨੂੰ ਕਰੀ ਜਾ ਰਹੇ ਹੋ ਰੈਪੀਟੇਟਿਵ, ਜਾਂ ਆਪਣਾ ਇਹਦੇ 'ਚ ਵੀ ਆਪਣੇ ਜੌਬਸ 'ਚ ਵੀ ਆਈਆਂ, ਤੇ ਉਹ ਇੰਟੈਂਸ਼ਨਲੀ ਤੁਹਾਨੂੰ ਐਕਸਪੀਰੀਅੰਸ ਨਹੀਂ ਦੇਣ ਦੇ ਹੱਕ 'ਚ ਨੇ ਕਿ ਤੁਹਾਨੂੰ ਐਕਸਪੀਰੀਅੰਸ ਨਾ ਆਵੇ, ਕਿਉਂਕਿ ਐਕਸਪੀਰੀਐਂਸ਼ੀਅਲ ਕੈਪੀਟਲ ਬਾਈ ਡਿਫਾਲਟ ਆਊਗੀ। ਉਹਨੂੰ ਸਿਰਫ ਤੁਹਾਨੂੰ ਉਸ ਟਾਈਮ ਜਿਹੜਾ ਉਸ ਟਾਈਮ 'ਚ ਤੁਹਾਨੂੰ ਇੱਕ ਜਗ੍ਹਾ ਗੋਲ ਚੱਕਰ ਲਵਾਏ ਜਾ ਸਕਦੇ ਨੇ ਕਿ ਤਾਂ ਕਿ ਤੁਸੀਂ ਐਕਸਪੀਰੀਐਂਸਡ ਨਾ ਬਣੋ ਬਸ। ਤਾਂ ਜਿਹੜਾ ਇਹ ਡਿਜ਼ਾਈਨ 'ਚ ਕੀ ਕੀਤਾ ਗਿਆ ਕਿ ਐਜ਼ ਅ ਡਿਜ਼ਾਈਨ ਇਹੋ ਜਿਹੇ ਸਿਸਟਮਸ ਕ੍ਰੀਏਟ ਕੀਤੇ ਗਏ ਉਹ ਲੋਕਾਂ ਦੁਆਰਾ ਜਿਨ੍ਹਾਂ ਨੇ ਮਟੀਰੀਅਲ ਕੈਪੀਟਲ ਤੇ ਫਾਈਨੈਂਸ਼ੀਅਲ ਕੈਪੀਟਲ ਨੂੰ ਕਾਮਯਾਬ ਬਣਾਉਣਾ ਸੀਗਾ ਤੇ ਲੋਕਾਂ ਤੇ ਸ਼ਿਕੰਜੇ ਕੱਸਣੇ ਸੀਗੇ, ਤਾਂ ਉਹਨਾਂ ਦੇ ਐਕਸਪੀਰੀਅੰਸ ਨੂੰ ਕਰਬ ਕਰਨ ਵਾਸਤੇ ਉਹਨਾਂ ਨੇ ਲੂਪਸ ਬਣਾਏ। ਤਾਂ ਉਹ ਟਰਾਈ ਕਰਦੇ ਨੇ ਤੁਹਾਨੂੰ ਲੂਪ ਲਿਵਿੰਗ ਦੇ ਵਿੱਚ ਲਿਆਈਏ, ਕਿਸੇ ਵੀ ਟਾਈਪ ਦਾ ਲੂਪ। ਤਾਂ ਉਹ ਕਹਿਣਗੇ ਤੁਸੀਂ ਜ਼ਿਆਦਾ ਕਿਤਾਬਾਂ ਨਾ ਪੜ੍ਹਿਓ, ਤੁਸੀਂ ਇੱਕ ਕਿਤਾਬ ਰੋਜ਼ ਪੜ੍ਹੋ। ਹੈ ਤਾਂ ਉਹ ਕਹਿਣਗੇ ਜੇ ਫਲਾਨਿਆਂ ਨੇ ਉਹ ਇਹ ਸਿਰਫ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਹਾਨੂੰ ਫਾਈਨੈਂਸ਼ੀਅਲ ਉਹਦੇ ਵਾਸਤੇ ਕੀਤਾ ਗਿਆ, ਮੈਨੂਪੂਲੇਟ ਕੀਤਾ ਗਿਆ। ਇਹ ਮੈਨੂਪੂਲੇਸ਼ਨ ਕਿਸੇ ਵੀ ਟਾਈਪ ਆਫ ਕੰਟਰੋਲ ਲਈ ਹੁੰਦੀ ਹੈ। ਜਦ ਕੋਈ ਤੁਹਾਨੂੰ ਕੰਟਰੋਲ ਕਰਨਾ ਚਾਹੁੰਦਾ ਹੈ, ਕਿ ਜਿਵੇਂ ਆਪਾਂ ਲੇਡੀਜ਼ ਨੂੰ ਵੀ ਕਹਿ ਲਈਏ, ਵਿਮਨ ਨੂੰ ਵੀ ਕੰਟਰੋਲ ਕੀਤਾ ਗਿਆ, ਮਤਲਬ ਮੈਂ ਤਾਂ ਬਹੁਤ ਹੱਦ ਤੱਕ ਇਸ ਚੀਜ਼ ਨੂੰ ਸਮਝਦੀ ਹਾਂ ਕਿ ਇੱਕ ਲੈਵਲ ਤੱਕ ਕੰਟਰੋਲ ਕੀਤਾ ਜਾਂਦਾ ਹੈ ਉਹਨਾਂ ਨੂੰ ਵੀ ਸਿਰਫ ਘਰ ਦੇ ਅੰਦਰ ਕੈਦ ਕਰਕੇ ਇਨ ਅ ਸੈਂਸ ਕਿ ਉਹੀ ਇੱਕ ਚਾਰ ਦੀਵਾਰੀ ਦੇ ਵਿੱਚ ਤੁਸੀਂ ਇੱਕ ਪਰਟੀਕੂਲਰ ਚੀਜ਼ ਹੀ ਕਰੋ, ਰੋਟੀ ਪਾਣੀ ਬਣਾਓ ਤੇ ਬੱਚਿਆਂ ਨੂੰ ਸੰਭੋ, ਬੱਚੇ ਪੈਦਾ ਕਰੋ, ਬਸ ਇਹ 3-4 ਚੀਜ਼ਾਂ ਵਿੱਚ ਲੂਪ ਬਣਾ ਕੇ ਫਸਾਤਾ ਹੈ ਨਾ। ਇਸੇ ਕਰਕੇ ਵਿਮਨ ਨੂੰ ਬਾਹਰਲਾ ਐਕਸਪੀਰੀਅੰਸ ਨਾ ਹੋਣ ਕਰਕੇ ਓਬਵੀਅਸਲੀ ਉਹ ਰਿਐਲਿਟੀ ਤੋਂ ਦੂਰ ਹੋ ਜਾਂਦੀ ਹੈ ਨਾ। ਉਹੀ ਚੀਜ਼ ਆ ਜਾਂਦੀ ਹੈ ਫਿਰ ਐਕਸਪੀਰੀਅੰਸ ਕਿਸ ਟਾਈਪ ਦਾ ਗੇਨ ਕੀਤਾ ਤੁਸੀਂ ਇੱਕ ਲਿਮਿਟਿਡ ਗੇਨ ਕੀਤਾ ਆਪਣੀ ਲੂਪ ਲਿਵਿੰਗ ਦੇ ਵਿੱਚ ਰਹਿ ਕੇ, ਇਸ ਕਰਕੇ ਉਹ ਡਾਇਵਰਸਿਟੀ ਨਹੀਂ ਆਉਂਦੀ ਤੁਹਾਡੇ ਐਕਸਪੀਰੀਅੰਸ ਦੇ ਵਿੱਚ। ਇਸੇ ਟਾਈਪ ਨਾਲ ਜੇ ਤੁਹਾਨੂੰ ਵੱਡੇ ਲੈਵਲ ਤੇ ਤੁਹਾਨੂੰ ਸਰਕਾਰਾਂ ਨੇ ਕੰਟਰੋਲ ਕਰਨਾ ਹੈ, ਕਿ ਇੱਕ ਵੱਡੀ ਕਲਾਸ ਨੇ ਕੰਟਰੋਲ ਕਰਨਾ ਹੈ, ਉਹਨਾਂ ਦਾ ਵੀ ਸੇਮ ਫਾਰਮੂਲਾ ਹੁੰਦਾ ਹੈ ਵੀ ਤੁਹਾਨੂੰ ਇੱਕ ਲੂਪ ਲਿਵਿੰਗ 'ਚ ਪਾ ਕੇ ਤੁਹਾਨੂੰ ਬਸ ਉਹੀ ਚੀਜ਼ ਬਾਰ-ਬਾਰ ਕਰਾਈ ਜਾਓ। ਤੁਹਾਡੇ ਕੋਲ ਇੱਕ ਡਾਇਵਰਸੀਫਾਈਡ ਐਕਸਪੀਰੀਅੰਸ ਨਾ ਆਵੇ, ਇੱਕ ਵੱਖਰਾ ਐਕਸਪੀਰੀਅੰਸ ਨਾ ਆਵੇ ਜਿਹੜਾ ਕਿ ਤੁਹਾਨੂੰ ਸੋਚਣ 'ਚ ਮਜਬੂਰ ਕਰੇ, ਹੈ ਨਾ। ਤੇ ਉਹ ਇਹ ਟਾਈਪ ਦੇ ਐਕਸਪੀਰੀਅੰਸ ਨੂੰ ਜੇ ਆਪਾਂ ਲੈਣਾ ਹੋਏ, ਆਪਾਂ ਇਹ ਕੈਪੀਟਲ ਨੂੰ ਜੇ ਆਪਾਂ ਐਡ ਕਰਨਾ ਹੋਏ ਆਪਣੀ ਲਾਈਫ 'ਚ, ਆਪਾਂ ਨੂੰ ਕੀ ਕਰਨਾ ਚਾਹੀਦਾ? ਆਈ ਥਿੰਕ ਦੀ ਓਨਲੀ ਆਨਸਰ ਹੀ ਤੁਹਾਨੂੰ ਲੂਪ ਤੋੜਨਾ ਚਾਹੀਦਾ, ਹੈ ਨਾ। ਇਹਦੇ 'ਚ ਨਾ ਤੁਸੀਂ ਦੇਖੋ, ਤੁਹਾਡੀ ਬਾਏ ਡਿਫਾਲਟ ਤੁਸੀਂ ਅਰਨ ਕਰੀ ਜਾ ਰਹੇ ਹੋ, ਟਾਈਮ ਚੱਲੀ ਜਾ ਰਿਹਾ ਤੁਹਾਡਾ, ਠੀਕ ਆ। ਹੁਣ ਇੱਕ ਬੰਦਾ ਲੂਪ ਲਿਵਿੰਗ 'ਚ ਵੜ ਗਿਆ ਹੈ, ਇੱਕ ਬੰਦਾ ਨਾ ਐਕਸਪਲੋਰਰ ਬਣ ਗਿਆ, ਉਹ ਟਰੈਵਲਰ ਬਣ ਗਿਆ, ਠੀਕ ਆ। ਐਕਚੁਅਲ 'ਚ ਤੁਸੀਂ ਇਹਦੀ ਨਾ ਕੁਆਲਿਟੀ ਅੱਛੀ ਕਰ ਸਕਦੇ ਹੋ। ਤੁਹਾਡੇ ਕੋਲ ਕੁਆਂਟਿਟੀ ਤੁਹਾਡੇ ਹੱਥ 'ਚ ਨਹੀਂ ਹੈਗੀ, ਮਤਲਬ ਤੁਸੀਂ ਇਹਦੀ ਕੁਆਲਿਟੀ ਅੱਛੀ ਕਰ ਸਕਦੇ ਹੋ। ਤੁਹਾਡੀ ਜੋ ਟਾਈਮ ਲੰਘ ਰਿਹਾ, ਤੁਸੀਂ ਉਸ ਟਾਈਮ 'ਚ ਕਿੰਨਾ ਆਪਣਾ ਐਕਸਪੋਜ਼ਰ ਵਧਾ ਸਕਦੇ ਹੋ। ਤੁਸੀਂ ਅਲੱਗ-ਅਲੱਗ ਲੋਕਾਂ ਨੂੰ ਮਿਲ ਸਕਦੇ ਹੋ, ਤੁਸੀਂ ਅਲੱਗ-ਅਲੱਗ ਕਿਤਾਬਾਂ ਪੜ੍ਹ ਸਕਦੇ ਹੋ, ਤੁਸੀਂ ਅਲੱਗ-ਅਲੱਗ ਕਲਚਰਸ ਬਾਰੇ ਜਾਣ ਸਕਦੇ ਹੋ। ਜੇ ਸਭ ਤੋਂ ਬੈਸਟ ਹੈਗੇ ਜਿਹੜੇ ਟਰੈਵਲਰਸ ਨੇ, ਤਾਂ ਜਿਹੜੀ ਵੀ ਅੱਛੀਆਂ ਬੁੱਕਸ ਨੇ, ਅੱਛੀਆਂ ਫਿਲੋਸਫੀਆਂ ਨੇ, ਗੁਰੂ ਨਾਨਕ ਦੇਵ ਜੀ ਲਾਈਵ ਐਗਜ਼ਾਮਪਲ ਆ ਤੁਹਾਡੇ ਸਾਹਮਣੇ। ਇਜ਼ ਸੱਚ ਅ ਬਿਗ, ਮਤਲਬ ਇੰਨਾ ਵੱਡਾ ਟਰੈਵਲਰ ਸੀ, ਤਾਈਓ ਗੱਲਾਂ ਸੀਗੀਆਂ ਨਾ, ਤਾਈਓ ਖੁੱਲਿਆ, ਤਾਈਓ। ਤੇ ਇਸ ਟਾਈਪ ਦੇ ਲੋਕਾਂ ਨੂੰ ਲੋਕ ਵੈਲਕਮ ਕਰਦੇ ਨੇ, ਐਕਸਪਲੋਰਰਸ ਨੂੰ, ਕਿਉਂਕਿ ਐਕਸਪਲੋਰਰਸ ਕੋਲ ਐਕਸਪੀਰੀਐਂਸ਼ੀਅਲ ਕੈਪੀਟਲ ਇੰਨੀ ਸਟਰੋਂਗ ਹੁੰਦੀ ਆ। ਬੰਦਾ ਕਹਿੰਦਾ ਯਾਰ ਮੈਂ 10 ਮਿੰਟ ਬੈਠਾ, ਇਹਦੇ ਕੋਲ ਨਾ ਬਹੁਤ ਕੁਛ ਸਿੱਖਣ ਨੂੰ ਮਿਲੂਗਾ, ਕਿਉਂਕਿ ਉਹ ਹਰੇਕ ਅੱਡ-ਅੱਡ ਲੋਕਾਂ ਨਾਲ ਅੱਡ-ਅੱਡ ਜਗ੍ਹਾ ਜਾ ਕੇ ਐਕਸਪੀਰੀਅੰਸ ਕਰ ਰਿਹਾ। ਤਾਂ ਉਹ ਇੰਟਰਸਟਿੰਗ ਹੁੰਦੇ ਨੇ, ਉਹਨਾਂ ਕੋਲ ਸਟੋਰੀਜ਼ ਹੁੰਦੀਆਂ ਨੇ, ਜਿਗਰੇ ਵਾਲੇ ਹੁੰਦੇ ਨੇ, ਬੜੇ ਡਰ ਤੋੜਦੇ ਨੇ, ਫੀਅਰ ਤੋੜਿਆ ਹੁੰਦਾ ਆਪਣਾ, ਤਾਂ ਲੋਕਾਂ ਨੂੰ ਵੀ ਉਹ ਫੀਅਰਲੈਸ ਬਣਾਉਂਦੇ ਨੇ ਨਾਲ। ਤਾਂ ਮਤਲਬ ਇਹ ਨਾ, ਤਾਂ ਇਹ ਬਹੁਤ ਇੰਪੋਰਟੈਂਟ ਕੈਪੀਟਲ। ਤੇ ਮੈਂ ਇਹ ਪਿਛਲੇ ਨਾ ਕੁਛ ਲਾ ਕੇ ਚੱਲੋ ਤੁਸੀਂ 20-30 ਸਾਲਾਂ ਤੋਂ ਨਾ ਐਕਸਪੀਰੀਅੰਸ ਲੋਕਾਂ ਨੂੰ ਨਾ, ਸਪੈਸ਼ਲੀ ਬਜ਼ੁਰਗਾਂ ਨੂੰ ਬੜਾ ਨਾ ਮਾੜਾ ਗਿਣਿਆ ਗਿਆ। ਮਤਲਬ ਇਹ ਕਿਹਾ ਗਿਆ ਕਿ ਖੱਜਲ ਜੇ ਨੇ ਇਹ, ਆਪਾਂ ਇੰਡੀਆ 'ਚ ਵੀ ਹੁਣ ਕਹਿੰਦੇ ਨੇ ਯੰਗ ਇੰਡੀਆ, ਹੈ ਨਾ। ਆਪਾਂ ਨੂੰ ਕਿਹਾ ਗਿਆ ਕਿ ਯੰਗ ਇੰਡੀਆ, ਹੈ ਨਾ, ਇੰਡੀਆ ਇੰਨਾ ਯੂਥ ਹੈ, ਇੰਡੀਆ ਦੇ ਵਿੱਚ ਇੰਡੀਆ ਦੀ ਪਾਵਰ ਆ, ਹੈ। ਤੇ ਤੁਹਾਡੇ ਕੰਟਰੀਜ਼ ਨੇ, ਮੈਂ ਦੇਖਿਆ ਕਿ ਕਈ ਕੋਚਿਸ ਆ ਰਹੇ ਨੇ ਇੰਡੀਆ 'ਚ, ਬਾਹਰਲੇ ਕੰਟਰੀਜ਼ ਤੋਂ ਕੋਚ ਆਉਂਦੇ ਨੇ ਗੇਮਸ ਦੇ, ਤੇ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਆ ਰਹੇ ਨੇ। ਮਤਲਬ ਉਹਨਾਂ ਨੇ ਆਪਣਾ ਫੁੱਲ ਫਲੈਜਡ ਕਰੀਅਰ ਚਲਾ ਕੇ ਉਸ ਤੋਂ ਬਾਅਦ ਆ ਰਹੇ ਨੇ। ਭਾਈ ਉਹ ਕੋਚ ਜਿਹੜੀ ਟੀਮ ਨੂੰ, ਉਹ ਇੰਡੀਅਨ ਟੀਮ ਨੂੰ, ਇੰਡੀਅਨ ਬੱਚਿਆਂ ਨੂੰ ਖਿਡਾ ਰਹੇ ਨੇ, ਉਹਨਾਂ ਤੋਂ ਜ਼ਿਆਦਾ ਫਿੱਟ ਨੇ। ਮਤਲਬ ਇਹ ਮੇਰੇ ਸਾਡੇ ਨਾਲ ਦੇ ਕੋਚਿਸ ਵੀ ਦੱਸ ਰਹੇ ਨੇ, ਕਹਿੰਦੇ ਯਾਰ ਬਾਹਰਲੇ ਕੋਚ ਆਉਂਦੇ ਨੇ, ਉਹ ਤਾਂ ਕਹਿੰਦੇ ਆਪਣੀ ਫਿਟਨੈਸ ਕਰਕੇ ਸਾਡਾ ਨਾਸ ਮਾਰ ਦਿੰਦੇ ਨੇ।
ਕਹਿੰਦੇ ਉਹ ਤਾਂ ਸਾਡੇ ਕਹਿੰਦੇ 10-10 20 ਕਿਲੋਮੀਟਰ ਭੱਜਦੇ ਨੇ, ਕਹਿੰਦੇ ਸਾਡੇ ਜਵਾਕ ਕਿੱਥੋਂ ਭੱਜ ਲੈਣਗੇ। ਮੈਂ ਬਾਈ ਦੇਖ ਹੁਣ ਅਗਲਾ 50-60 ਸਾਲ ਦਾ 60 ਸਾਲ ਦਾ ਹੈਗਾ, 65 ਸਾਲ ਦਾ ਕੋਈ ਬੁੜਾ ਹੈਗਾ, ਉਹ ਭੱਜ ਸਕਦਾ, ਮਤਲਬ ਉਹ ਆਪਣੀ ਜਵਾਨੀ 'ਚ ਕਿੱਥੇ ਹੋਊਗਾ। ਮੇਰਾ ਗੁਆਂਢੀ ਆ ਤਾਂ ਬੜੇ ਲੋਕ ਇੱਧਰ ਲੈਫਟ ਸਾਈਡ ਤੇ ਹਸਬੈਂਡ ਵਾਈਫ ਰਹਿੰਦੇ ਨੇ, ਪਿੱਛੇ ਨਾਮ ਕ੍ਰਿਸ ਹੈ ਉਹਦਾ, ਗੋਰਾ ਹੈ। ਤੇ ਉਹ ਕੱਲ ਪਰਸੇ ਮੇਰੀ ਗੱਲ ਹੋ ਰਹੀ ਸੀ ਉਹਦੇ ਨਾਲ, ਲੰਬੀ ਗੱਲ ਹੋਈ ਉਹਦੇ ਨਾਲ। ਉਹ ਇਸ ਵਾਰ 90 ਇਅਰਸ ਦਾ ਹੋ ਗਿਆ, ਕਹਿੰਦਾ ਮੈਂ 90 ਸਾਲਾਂ ਦਾ ਹੋ ਗਿਆ। ਤੇ ਬੰਦਾ ਸੁਪਰ ਫਿਟ, ਕੋਚ ਰਿਹਾ ਉਹ ਵੀ, ਟੈਨਿਸ ਖਿਲਾਉਂਦਾ ਰਿਹਾ ਉਹ, USA 'ਚ ਕਾਫੀ ਸਾਲ ਲੱਗ ਗਏ ਆ ਉਹ ਕੋਚ ਰਿਹਾ, ਹੈ ਨਾ। ਤੇ ਉਹਦੀ ਵਾਈਫ ਵੀ ਉਹ ਟੈਨਿਸ ਖੇਲਦੀ ਹੈ ਹਲੇ ਤੱਕ, ਉਹ ਤੋਂ 3-4 ਸਾਲ ਛੋਟੀ ਹੈ, ਮਤਲਬ 86 ਇਅਰਸ ਓਲਡ ਹੈ ਉਹ। ਤੇ ਉਹ ਦੋਨੇ ਸਾਈਕਲਿੰਗ ਸਮਰ 'ਚ ਆ ਜਾਂਦੇ ਨੇ ਇੱਥੇ, ਤੇ ਵਿੰਟਰ 'ਚ ਫਲੋਰੀਡਾ ਚਲੇ ਜਾਂਦੇ ਨੇ ਇਹ। ਤੇ ਇਹਨਾਂ ਨੇ ਨਾ ਸਾਈਕਲ ਚੱਕਣਾ ਦੋਨਾਂ ਨੇ, ਮੀਆਂ ਬੀਬੀਆਂ ਨੇ। ਤੇ ਇਹ ਘੱਟੋ ਘੱਟ ਮੈਨੂੰ ਲੱਗਦਾ ਸਵੇਰੇ ਨਿਕਲ ਜਾਂਦੇ ਨੇ 9 ਵਜੇ ਤੇ ਵਾਪਸ ਆਉਂਦੇ ਨੇ 1:30-2 ਵਜੇ ਦੁਪਹਿਰ ਦੇ, ਸਾਈਕਲਿੰਗ ਕਰਕੇ, ਹੈ ਨਾ। ਤੇ ਬਹੁਤ ਲੰਬੀ ਸਾਈਕਲਿੰਗ ਕਰਦੇ ਨੇ, ਤੇ ਪੂਰਾ ਘਰ ਦਾ ਕੰਮ ਅੱਗੇ ਪਿੱਛੇ, ਘਾਹ ਕੱਟਣੇ, ਇਹ ਉਹ ਕਰਨਾ, ਪੂਰਾ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖਦੇ ਨੇ। ਤਾਂ ਹੈਗਾ ਹੀ ਇਹ ਚੀਜ਼, ਮਤਲਬ ਜਿਹੜੇ ਲੋਕ ਨੇ ਇਨਵੈਸਟ ਕਰਦੇ ਨੇ ਇਹ ਚੀਜ਼ਾਂ ਦੇ ਉੱਤੇ। ਤੇ ਓਬਵੀਅਸਲੀ ਉਹ ਕਹਿੰਦਾ ਮੈਂ USA 17 ਸਾਲ ਰਿਹਾ ਹੋਇਆ, ਤੇ ਉਹ USA ਦੀ ਗੱਲਾਂ ਕਰਨ ਲੱਗੇ, ਬੜਾ ਐਕਸਪੀਰੀਅੰਸ। ਇਹ ਬਜ਼ੁਰਗਾਂ ਨਾਲ ਗੱਲ ਕਰਨ ਲੱਗ ਜਾਓ ਨਾ ਇੱਕ ਵਾਰ, ਮੈਨੂੰ ਬਹੁਤ ਇੰਟਰਸਟ ਆਉਂਦਾ ਹੈ, ਉਹਨਾਂ ਕੋਲ ਇੰਨਾ ਐਕਸਪੀਰੀਅੰਸ ਹੁੰਦਾ ਲਾਈਫ ਦਾ, ਹਨਾ। ਤੇ ਉਹ ਤੁਹਾਨੂੰ ਰਿਐਲਿਟੀ, ਮਤਲਬ ਤੁਹਾਨੂੰ ਉਹ ਇਟਸ ਸੱਚ ਅ ਨਾਈਸ ਥਿੰਗ ਕਿ ਤੁਸੀਂ ਆਪਣਾ ਟਾਈਮ ਬਿਨਾਂ ਇਨਵੈਸਟ ਕੀਤੇ ਕਿਸੇ ਤੋਂ ਕੁਝ ਸਿੱਖ ਸਕਦੇ ਹੋ, ਹਨਾ। ਦੂਜੇ ਦੀ ਲਾਈਫ ਦੇ ਥਰੂ ਹੀ ਤੁਸੀਂ ਆਪਣਾ ਲਰਨ ਕਰ ਸਕਦੇ ਹੋ ਚੀਜ਼ਾਂ ਜੋ ਕਿ ਆਪਾਂ ਬੁੱਕਸ ਵਿੱਚ ਭਾਲਦੇ ਹਾਂ। ਇੱਕ ਬੰਦਾ ਤੁਹਾਡੇ ਸਾਹਮਣੇ ਖੜਾ ਹੋ ਕੇ ਤੁਹਾਨੂੰ ਦੱਸ ਰਿਹਾ, ਲਾਈਵ ਆਪਣੀ ਸਟੋਰੀ ਦੱਸ ਰਿਹਾ, ਉਹ ਤੋਂ ਜ਼ਿਆਦਾ ਇੰਟਰਸਟਿੰਗ ਤਾਂ ਕੋਈ ਚੀਜ਼ ਹੋ ਨਹੀਂ ਸਕਦੀ ਹੈਗੀ ਮੈਨੂੰ ਲੱਗਦਾ। ਤੇ ਇਸ ਕਰਕੇ ਆਪਾਂ ਨੂੰ ਮੇਰਾ ਬੜਾ ਦਿਲ ਹੁੰਦਾ, ਮੇਰਾ ਬੜਾ ਦਿਲ ਹੁੰਦਾ ਕਿ ਕੋਈ ਬਜ਼ੁਰਗ ਲੋਕ ਮਿਲਣ ਤੇ ਉਹ ਬਜ਼ੁਰਗ ਨਾ ਲੂਪ ਲਿਵਿੰਗ 'ਚ ਫਸੇ ਨਾ ਹੋਣ ਪੂਰੀ ਲਾਈਫ 'ਚ ਕਿਤੇ ਵੀ। ਤੇ ਉਹ ਹੁਣ ਇੱਕ ਆਪਾਂ ਕਰਾਂਗੇ, ਡਾਕਟਰ ਡੋਗਰਾ ਨੇ, ਨੈਚੁਰੋਪੈਥ ਨੇ, ਉਹਨਾਂ ਨਾਲ ਕਰਾਂਗੇ। ਉਹ ਇਸ ਟਾਈਪ ਦੀ ਪਰਸਨੈਲਿਟੀ ਨੇ ਤੇ ਬੜਾ 80 ਇਅਰਸ ਓਲਡ ਨੇ, ਤੇ ਉਹਨਾਂ ਨੇ ਬੈਂਕਿੰਗ ਵੀ ਕੀਤੀ ਆ, ਉਹਨਾਂ ਨੇ ਨਾਟਕ ਵੀ ਕੀਤਾ, ਨੈਚੁਰੋਪੈਥੀ ਵੀ ਕੀਤੀ, ਕਲੱਬ ਵੀ ਬਣਾਇਆ ਹੋਇਆ, ਬਾਹਰ ਵੀ ਜਾਏ, ਬੜੇ ਮਜ਼ੇਦਾਰ ਨੇ, ਅੱਜ ਵੀ ਜੋਇਫੁਲ ਨੇ, ਬਹੁਤ ਜੋਇਫੁਲ ਨੇ। ਤਾਂ ਆਪਾਂ ਅੱਗੇ ਉਹਨਾਂ ਦੀ ਕਰਾਂਗੇ। ਤਾਂ ਐਕਸਪੀਰੀਐਂਸ਼ੀਅਲ ਲੋਕਾਂ ਨਾਲ, ਮਤਲਬ ਐਕਸਪੀਰੀਅੰਸ ਜਿਹੜੀ ਹੈਗੀ ਨਾ, ਇਹ ਮੈਨੂੰ ਐਂ ਲੱਗਦਾ ਜਿਹੜੇ ਛੋਟੇ ਨੇ ਨਾ ਬੱਚੇ ਨੇ, 25 ਸਾਲ ਦੇ, 30 ਸਾਲ ਦੇ, ਜਿਹੜੇ ਬੜੇ ਡਿਜੀਟਲ ਨੇ ਇਸ ਟਾਈਮ, ਆਪਾਂ ਕਹਿ ਲਈਏ ਡਿਜੀਟਲੀ ਵਰਡ ਯੂਜ਼ ਕਰਾਂਗੇ ਉਹਨਾਂ ਨੂੰ ਨਾ ਇਹ ਖੱਜੜ ਲੱਗਦਾ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਸਮਾਰਟ ਆ, ਅਸੀਂ ਬਹੁਤ ਸਮਾਰਟ ਆ। ਤੇ ਉਹ ਐਕਚੁਅਲ 'ਚ ਜਿਹੜੀ ਐਕਸਪੀਰੀਐਂਸ਼ੀਅਲ ਕੈਪੀਟਲ ਆ ਨਾ, ਇਹਦੇ ਵਾਸਤੇ ਪੇਸ਼ੈਂਸ ਚਾਹੀਦਾ। ਇਹਦਾ ਕੋਈ ਸ਼ਾਰਟਕਟ ਹੀ ਨਹੀਂ ਹੈਗਾ। ਤੁਸੀਂ ਕਿਤਾਬਾਂ ਇੱਕਦਮ ਇੱਕ ਇੰਟੈਲੈਕਚੁਅਲ ਕੈਪੀਟਲ ਤੁਸੀਂ ਦੱਬ ਕੇ ਪੜ੍ਹ ਲਓਗੇ, ਠੀਕ ਹੈ ਨਾ ਤੁਸੀਂ, ਪਰ ਐਕਸਪੀਰੀਅੰਸ ਤਾਂ ਹੌਲੀ ਹੌਲੀ ਜੰਮੂਗਾ ਨਾ। ਦਹੀਂ ਨੇ ਤਾਂ ਆਪਣਾ ਉਮੀ ਜਾਗ ਲੱਗਣਾ, ਤੁਸੀਂ ਦਹੀਂ ਆਏ ਤਾਂ ਨਹੀਂ ਪਾ ਕੇ ਇੱਕਦਮ ਹੀ ਦਹੀਂ ਬਣ ਜਾਊਗਾ, ਉਹਨੇ ਟਾਈਮ ਲੈਣਾ। ਤਾਂ ਇਹਨਾਂ ਕੋਲ ਟਾਈਮ ਨਹੀਂ ਹੈਗਾ। ਤਾਂ ਇਹ ਨਾ ਥੋੜ੍ਹਾ ਜਿਹੜੇ ਨਵੇਂ ਟੈਕਨੋ ਬੱਚੇ ਨੇ, ਇਹ ਟੈਕਨੋ ਵਾਲੇ ਲੋਕਾਂ ਨੂੰ ਨਾ ਐਕਸਪੀਰੀਅੰਸ ਕੈਪੀਟਲ ਤੋਂ ਖਿੱਚਦੇ ਨੇ, ਮੈਂ ਦੇਖਿਆ ਇਹ ਜ਼ਿਆਦਾ। ਇਹ ਉਹਦੇ ਰਿਗਾਰਡ ਨਹੀਂ ਕਰਦੇ। ਉਸੇ ਚਾਪਾ ਵੀ ਏਦਾਂ ਦੇ ਹੁੰਦੇ ਹੋਵਾਂਗੇ, ਉਹ ਹਾਰਮੋਨਸ ਹੀ ਏਦਾਂ ਹੁੰਦੇ ਨੇ ਵੀ ਤੁਹਾਨੂੰ ਉਹ ਸਮਝਦੇ ਨੇ ਵੀ ਅਸੀਂ ਸਾਰਾ ਕੁਝ ਜਾਣਦੇ ਹਾਂ, ਵੀ ਸਾਨੂੰ ਐਕਸਪੀਰੀਅੰਸ ਨੂੰ ਇੰਨਾ ਜ਼ਿਆਦਾ ਉਹ ਨਹੀਂ ਕਰਦੇ, ਇੰਪੋਰਟੈਂਸ ਨਹੀਂ ਦਿੰਦੇ ਹੈਗੇ ਐਕਸਪੀਰੀਅੰਸ ਨੂੰ, ਹਨਾ। ਤੇ ਦੂਜੀ ਚੀਜ਼ ਮੈਂ ਮਤਲਬ ਇਹ ਬਾਏ ਲਰਨਿੰਗ, ਐਕਸਪੀਰੀਅੰਸ ਐਂਡ ਲਰਨਿੰਗ ਹੈ ਨਾ ਜਿਹੜੀ, ਇਹਦਾ ਮੈਨੂੰ ਨਾ ਏਜ ਦੇ ਨਾਲ ਬਹੁਤ ਵੱਡਾ ਐਸੋਸੀਏਸ਼ਨ ਨਹੀਂ ਲੱਗਦਾ। ਕਿਉਂਕਿ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਜੋ 60 ਸਾਲਾਂ ਦੇ ਹੋ ਕੇ ਉਹਨਾਂ ਨੇ ਕੋਈ ਖਾਸ ਐਕਸਪੀਰੀਅੰਸ ਗੇਨ ਨਹੀਂ ਕੀਤਾ ਲਾਈਫ ਦੇ ਵਿੱਚ। ਉਹੀ ਗੱਲ ਹੋਏਗੀ, ਲੂਪ ਲਿਵਿੰਗ ਕੀਤੀ ਹੈ ਜਾਂ ਫਿਰ ਆਪਣੀ ਲਾਈਫ ਤੇ ਫੋਕਸ ਨਹੀਂ ਕੀਤਾ ਲਰਨ ਕਰਨ ਵਾਸਤੇ, ਹੈ ਨਾ। ਤੇ ਇਹਦਾ ਏਜ ਦਾ ਫੈਕਟਰ ਨਹੀਂ। ਤਾਂ ਮੈਂ ਕਈ ਵਾਰ 25-30 ਸਾਲ ਦੇ ਵੀ ਬੱਚੇ ਦੇਖੇ ਨੇ ਜਿਹੜੇ ਕਿ ਐਕਚੁਅਲੀ ਬਹੁਤ ਐਕਸਪੀਰੀਅੰਸ ਗੇਨ ਕੀਤਾ ਹੁੰਦਾ ਉਹਨਾਂ ਨੇ ਲਾਈਫ 'ਚ, ਕਿਉਂਕਿ ਉਹਨਾਂ ਨੇ ਬੜਾ ਐਕਸਪੈਰੀਮੈਂਟ ਕੀਤਾ ਹੁੰਦਾ ਆਪਣੀ ਲਾਈਫ ਦੇ ਨਾਲ। ਤਾਂ ਇਹ ਏਜ ਨਾਲ ਬਹੁਤ ਐਸੋਸੀਏਟਿਡ ਨਹੀਂ ਹੈ, ਇਹ ਐਕਚੁਅਲ ਐਕਸਪੀਰੀਅੰਸ ਦੇ ਨਾਲ ਐਸੋਸੀਏਟਿਡ ਹੈ ਕਿ ਕਿੰਨੀ ਵੈਰਾਈਟੀ ਦੇ ਐਕਸਪੀਰੀਅੰਸ ਤੁਸੀਂ ਗੇਨ ਕੀਤਾ ਆਪਣੀ ਲਾਈਫ 'ਚ। ਹਾਂ, ਉਹੀ ਗੱਲ ਆ ਨਾ, ਮਤਲਬ ਐਕਸਪੋਜ਼ਰ ਪਲੱਸ ਟਾਈਮ, ਇਹ ਆਏ ਆ ਦੋਨੋਂ ਚੀਜ਼ਾਂ ਨੇ। ਮਤਲਬ ਇਹ ਇਕੱਲਾ ਤੁਸੀਂ ਟਾਈਮ ਵਿੱਚੋਂ ਮਾਈਨਸ ਨਹੀਂ ਕਰ ਸਕਦੇ ਐਕਸਪੀਰੀਅੰਸ ਕੈਪੀਟਲ 'ਚੋਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਕਸਪੋਜ਼ਰ ਮੈਂ ਦੜਾ 5 ਸਾਲਾਂ ਦੇ ਵਿੱਚ ਮੈਂ 50 ਸਾਲ ਦਾ ਕੰਮ ਕਰ ਲਾਂਗਾ, ਇਹ ਨਹੀਂ ਹੋ ਸਕੂਗਾ। ਮਤਲਬ ਤੁਸੀਂ ਅੱਛਾ ਮੈਨੇਜ ਕਰੋਗੇ। ਕੋਈ ਬਹੁਤ ਲੂਪ 'ਚ ਫਸ ਗਿਆ, ਠੀਕ ਆ ਨਾ, ਉਹ ਫਿਰ ਵੀ ਉਹਦਾ ਦੇਖਿਓ, ਜੇ ਤੁਸੀਂ 60 ਸਾਲ ਦਾ ਹੋਊਗਾ ਫਿਰ ਵੀ ਉਹਦੇ ਕੋਲ ਐਕਸਪੀਰੀਅੰਸ ਹੋਊਗਾ ਹੀ ਕੁਝ ਨਾ ਕੁਝ, ਚਾਹੇ ਲੂਪ ਲਿਵਿੰਗ ਵੀ ਚੱਲੀ ਆ ਰਿਹਾ ਹੋਵੇ, ਹੈ ਫਿਰ ਵੀ ਉਹਦੇ ਐਕਸਪੀਰੀਅੰਸ ਉਹਨੂੰ ਮਿਲੂਗਾ ਹੀ ਮਿਲੂਗਾ, ਜੇ ਇੱਧਰ ਉੱਧਰੋਂ ਮਾੜਾ ਮੋਟਾ ਜਿਹੜਾ ਮਿਲ ਗਿਆ ਉਹਨੂੰ। ਤੇ ਪਰ ਇਹਨੂੰ ਤੁਸੀਂ ਪੁਸ਼ ਨਹੀਂ ਕਰ ਸਕਦੇ। ਤਾਂ ਇਹਦੇ ਵਾਸਤੇ ਪੇਸ਼ੈਂਸ ਸਭ ਤੋਂ ਵੱਡੀ ਗੱਲ ਆ ਐਕਸਪੀਰੀਅੰਸ ਲਿਵਿੰਗ ਵਾਸਤੇ। ਪੇਸ਼ੈਂਸ ਹੋਣਾ, ਸਬਰ ਹੋਣਾ,
ਤਾਂ ਇਹ ਸਬਰ ਦੀ ਮੈਨੂੰ ਲੱਗ ਰਿਹਾ ਕਿ ਅੱਜ ਦੀ ਡੇਟ 'ਚ ਬਹੁਤ ਕਮੀ ਆ। ਤਾਂ ਐਕਸਪੀਰੀਅੰਸ ਦਾ ਨਾ ਵੈਲਿਊ ਨਹੀਂ ਲੋਕ ਪਾ ਰਹੇ ਹੁਣ। ਲੋਕ ਤਾਈਓ ਉਹ ਫਿਰ ਖੱਜਲ ਹੋ ਜਾਂਦੇ ਨੇ ਜਾ ਕੇ, ਐਕਸਪੀਰੀਅੰਸ਼ਲ ਇਹਦੀ ਵੈਲਿਊ ਨਹੀਂ ਪਾਉਂਦੇ। ਓਕੇ, ਚਲੋ ਇਹ ਹੋ ਗਈ ਆਪਣੀ ਪੰਜਵੀਂ ਕੈਪੀਟਲ ਐਕਸਪੀਰੀਅੰਸ। ਤੇ ਉਸ ਤੋਂ ਬਾਅਦ ਆਉਂਦੀ ਹੈ ਆਪਣੀ ਇੰਟੈਲੈਕਚੁਅਲ, ਹੈ ਨਾ। ਤੇ ਇਹ ਆ ਗਈ ਜਵਾਨਾਂ ਦੀ, ਜਿਹੜੇ ਕਿ ਉਹ ਆਈਕਿਊ ਮੈਜਰ ਕਰਦੇ ਹੁੰਦੇ ਨੇ। ਮੇਰਾ ਵੀ ਸਾਡਾ ਆਈਕਿਊ ਭਾਈ 120 ਹੈ ਜਾਂ ਅਸੀਂ ਹਾਈ ਆਈਕਿਊ ਵਾਲੇ ਹਾਂ। ਤੇ ਇੰਟੈਲੈਕਚੁਅਲ ਮਤਲਬ ਉਹੀ ਕਿ ਤੁਸੀਂ ਕਿੰਨੇ ਸਮਝਦਾਰ ਹੋ। ਮੈਂ ਤਾਂ ਇਹਨੂੰ ਇਸ ਤਰੀਕੇ ਨਾਲ ਲੈਂਦੀ ਹਾਂ, ਸਮਝਦਾਰ। ਇਹਦਾ ਮੈਂ ਟਰਾਂਸਲੇਸ਼ਨ ਕਰੂੰਗੀ ਇੰਟੈਲੈਕਚੁਅਲ ਨੂੰ। ਤੇ ਸਮਝਦਾਰੀ ਇਕੱਲਾ ਡਿਜਿਟਸ ਦੇ ਵਿੱਚ ਨਹੀਂ ਆਉਂਦੀ ਹੈਗੀ, ਸਮਝਦਾਰੀ ਬਹੁਤ ਵੱਡੇ ਪੈਮਾਨਿਆਂ 'ਤੇ ਹੁੰਦੀ ਹੈ। ਇਹ ਕਿਤੇ ਨਾ ਕਿਤੇ ਐਕਸਪੀਰੀਅੰਸ ਤੋਂ ਵੀ ਡਰਾਈਵ ਹੁੰਦੀ ਹੈ, ਵੀ ਜਿੰਨਾ ਤੁਹਾਨੂੰ ਐਕਸਪੀਰੀਅੰਸ ਹੋਏਗਾ ਉਹ ਉਹਨੇ ਤੁਸੀਂ, ਹੋ ਸਕਦਾ ਹੈ ਜੇ ਤੁਸੀਂ ਬਾਈ ਡਿਫਾਲਟ ਇੱਕ ਪਰਟੀਕੂਲਰ ਲੈਵਲ ਆਫ ਇੰਟੈਲੈਕਟ ਨਾਲ ਪੈਦਾ ਹੋਏ ਹੋ, ਤੁਸੀਂ ਉਹਨੂੰ ਸਟ੍ਰੈਚ ਕਰਕੇ ਇੱਕ ਲੈਵਲ ਤੱਕ ਲੈ ਕੇ ਜਾ ਸਕਦੇ ਹੋ ਬਾਈ ਐਡਿੰਗ ਡਿਫਰੈਂਟ ਕਾਈਂਡ ਆਫ ਐਕਸਪੀਰੀਅੰਸਿਸ ਇਨ ਯੋਰ ਲਾਈਫ, ਰਾਈਟ। ਤੇ ਕਈ ਲੋਕ ਹੁੰਦੇ ਨੇ ਜਿਹੜੇ ਬਾਈ ਡਿਫਾਲਟ ਇੰਟੈਲੀਜੈਂਟ ਹੀ ਬੋਰਨ ਹੁੰਦੇ ਨੇ, ਉਹ ਵੀ ਇੱਕ ਗੱਲ ਹੈਗੀ ਹੈ। ਤੇ ਉਹ ਜਿਵੇਂ ਆਈਨਸਟਾਈਨ ਵਰਗੇ ਜਿਹੜੇ ਸਾਇੰਟਿਸਟ ਵੱਡੇ ਵੱਡੇ ਹੋ ਗਏ ਜਾਂ ਕੋਈ ਹੋਰ ਲੋਕ ਹੋ ਗਏ, ਉਹਨਾਂ ਦਾ ਆਈਕਿਊ ਲੈਵਲ ਹੁੰਦਾ ਹੈ ਬਿਯੋਂਡ ਇੱਕ ਸਰਟਨ ਲੈਵਲ, ਤੇ ਉਹ ਗਿਫਟਿਡ ਹੁੰਦੇ ਨੇ, ਪਰ ਉਹ ਬਹੁਤ ਘੱਟ ਹੁੰਦੇ ਨੇ ਆਪਣੇ ਸਮਾਜ ਦੇ ਵਿੱਚ, ਹੈ ਨਾ। ਤੇ ਇਹ ਇੱਕ ਟਾਈਪ ਦੀ ਕੈਪੀਟਲ ਹੈ। ਤੇ ਇਹ ਕੈਪੀਟਲ ਵੀ ਅੱਜ ਦੀ ਡੇਟ 'ਚ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ। ਲੋਕ ਇੱਥੇ ਫੋਕਸ ਕਰਦੇ ਨੇ। ਤੇ ਜਿੰਨਾ ਬੰਦਾ ਆਪਣੇ ਆਪ ਨੂੰ ਇੰਟੈਲੀਜੈਂਟ ਸ਼ੋਅ ਕਰਦਾ ਹੈ, ਉਹਨਾਂ ਉਹ ਆਪਣੇ ਆਪ ਨੂੰ ਵੱਖਰਾ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਬਾਕੀਆਂ ਨਾਲੋਂ ਬੈਟਰ ਹਾਂ, ਹੈ ਨਾ। ਉਹ ਵੀ ਇੱਕ ਤੁਹਾਨੂੰ ਔਕਾਤ ਦੀ ਗੱਲ ਆ ਜਾਂਦੀ, ਵੀ ਆਪਣੀ ਔਕਾਤ ਦਿਖਾਉਣ ਦਾ ਕਿ ਵੀ ਇੱਕ ਤਰੀਕਾ ਹੈ ਕਿ ਮੈਂ ਤੁਹਾਡੇ ਤੋਂ ਬਾਕੀਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੈ। ਕੀ ਕਹਿਣਾ ਇਹਦੇ ਬਾਰੇ? ਇਹ ਜਿਹੜੀ ਸਕੂਲ ਐਜੂਕੇਸ਼ਨ ਸਿਸਟਮ ਆ ਸਾਰਾ, ਉਹ ਸਾਰਾ ਇਸੇ ਤੇ ਫੋਕਸਡ ਆ। ਇੰਟੈਲੈਕਚੁਅਲ ਜਿਹੜੀ ਉਹ ਸੀਗਾ, ਤਾਂ ਇਹ ਕਿਹਾ ਗਿਆ ਕਿ ਆਪਣੀ ਸਿਵਲਾਈਜੇਸ਼ਨ 'ਚ ਨਾ ਇਹਦੀ ਕਾਫੀ ਵੈਲਿਊ ਆ, ਕਿਉਂਕਿ ਇਹਦੇ ਥਰੂ ਹੀ ਸਾਰਾ ਆਪਾਂ ਹਰ ਚੀਜ਼ ਬਣਾਈ ਆ, ਕਾਢਾਂ ਕੱਢੀਆਂ ਨੇ, ਐਜੂਕੇਸ਼ਨ ਸਿਸਟਮ ਨੇ ਸਿਸਟਮਸ ਬਣਾਏ ਨੇ, ਫਾਈਨੈਂਸ਼ੀਅਲ ਸਿਸਟਮ ਬਣੇ ਨੇ, ਮਟੀਰੀਅਲਿਸਟਿਕ ਸਿਸਟਮ ਬਣੇ ਨੇ, ਬੈਂਕਿੰਗ ਸਿਸਟਮ ਬਣਿਆ ਅੱਗੇ, ਠੀਕ ਆ। ਤਾਂ ਇਹ ਕਾਫੀ ਕਾਮਨ ਆ, ਇਹ ਕਾਫੀ ਕਾਮਨ ਆ। ਤੇ ਇਹਦੇ 'ਚ ਨਾ ਤੁਸੀਂ ਇਨਫੋਰਮੇਸ਼ਨ ਵੀ ਇਹਦੇ 'ਚ ਆਉਂਦੀ ਹੈ। ਤੁਹਾਨੂੰ ਕੋਲ ਇਨਫੋਰਮੇਸ਼ਨ ਜਿੰਨੀ ਜ਼ਿਆਦਾ, ਮਤਲਬ ਤੁਹਾਡੇ ਕੋਲ ਅਲੱਗ-ਅਲੱਗ ਦੇਸ਼ਾਂ ਦੀ ਇਨਫੋਰਮੇਸ਼ਨ ਕਿੰਨੀ ਜ਼ਿਆਦਾ, ਤੁਹਾਡੇ ਕੋਲੇ ਹਿਸਟਰੀ ਤੁਸੀਂ ਪੜ੍ਹੋਗੇ, ਜਿਓਗ੍ਰਾਫੀ ਪੜ੍ਹੋਗੇ, ਤੁਸੀਂ ਫਿਜ਼ਿਕਸ ਪੜ੍ਹੋਗੇ, ਤੁਸੀਂ ਉਹਨਾਂ ਨੂੰ ਜੋੜੋਗੇ, ਜੋੜ ਕੇ ਕੁਛ ਕਰੋਗੇ। ਤਾਂ ਇਹ ਕਾਫੀ ਕਾਮਨ ਆ ਇੰਟੈਲੈਕਚੁਅਲ। ਤੇ ਮੈਨੂੰ ਇਹ ਲੱਗਦਾ ਕਿ ਇਹ ਸਿਵਲਾਈਜੇਸ਼ਨ ਦੀ ਜ਼ਿਆਦਾ ਜ਼ਰੂਰਤ ਹੈ ਇੰਟੈਲੈਕਚੁਅਲ ਕੈਪੀਟਲ। ਜਿਹੜੀ ਇੰਟੈਲੈਕਚੁਅਲ ਕੈਪੀਟਲ ਹੈ, ਜਦੋਂ ਜਿੰਨਾ ਤੁਸੀਂ ਸ਼ਹਿਰੀਕਰਨ 'ਚ ਆ ਜਾਂਦੇ ਹੋ, ਅਤੇ ਜੇ ਤੁਸੀਂ ਇੰਟੈਲੈਕਚੁਅਲੀ ਜ਼ਿਆਦਾ ਅੱਛੇ ਹੋ ਤਾਂ ਤੁਸੀਂ ਸਿਸਟਮਸ ਨੂੰ ਬੈਟਰ ਸਮਝ ਪਾਉਂਦੇ ਹੋ। ਜਿੰਨੇ ਤੁਸੀਂ ਇੰਟੈਲੈਕਚੁਅਲੀ ਵੀਕ ਘੱਟ ਹੁੰਦੇ ਹੋ ਤਾਂ ਤੁਹਾਡੇ ਨਾਲ ਐਕਸਪਲੋਇਟੇਸ਼ਨ, ਤੁਹਾਡੇ 'ਤੇ ਕੰਟਰੋਲਸ ਜ਼ਿਆਦਾ ਈਜ਼ੀਲੀ ਹੋ ਜਾਂਦੇ ਨੇ। ਅਤੇ ਜਿੰਨੇ ਤੇ ਇਹ ਕੋਈ ਮਤਲਬ ਇਹ ਮੈਨੂੰ ਐਂ ਲੱਗਦਾ ਕੋਈ ਨਵੀਂ ਨਹੀਂ ਹੈਗੀ। ਇਹ ਜਿਵੇਂ ਆਪਾਂ ਦੂਸਰੀ ਕੈਪੀਟਲਸ ਦੋਨੋਂ ਕਹੀਆਂ ਨੇ, ਪਹਿਲਾਂ ਮਟੀਰੀਅਲ ਅਤੇ ਫਾਈਨੈਂਸ਼ੀਅਲ, ਹੈ ਨਾ। ਇਹ ਕਾਫੀ ਇੱਕ ਯੂਜ਼ ਕੀਤੀ ਜਾਂਦੀ ਆ ਇੰਟੈਲੈਕਚੁਅਲ ਕੈਪੀਟਲ। ਤਾਂ ਹੀ ਤਾਂ ਅੱਜ ਵੀ ਆਪਾਂ ਸਕੂਲਾਂ 'ਚ ਬੱਚਿਆਂ ਨੂੰ ਭੇਜ ਰਹੇ ਹਾਂ, ਠੀਕ ਹੈ ਨਾ। ਪ੍ਰੋਫੈਸਰਾਂ ਨੂੰ ਤਨਖਾਹਾਂ ਮਿਲਦੀਆਂ ਨੇ, ਪ੍ਰੋਫੈਸਰ ਕਿਹੜਾ ਹੁਣ ਕੋਈ ਪ੍ਰੋਡਕਟ ਬਣਾਉਂਦੇ ਨੇ। ਤਾਂ ਇਹਨਾਂ ਦੀ ਕਾਫੀ ਆਲਰੇਡੀ ਮਾਰਕੀਟ ਵੈਲਿਊ ਆ ਇਨ ਸਿਵਲਾਈਜੇਸ਼ਨ। ਤਾਂ ਇਹ ਤਿੰਨ ਕੁ ਕੈਪੀਟਲਸ ਆਪਾਂ ਇਹਨੂੰ ਰੂਟੀਨ 'ਚ ਯੂਜ਼ ਕਰ ਹੀ ਰਹੇ ਹਾਂ। ਇੰਟੈਲੈਕਚੁਅਲ ਕੈਪੀਟਲ ਵੀ ਯੂਜ਼ ਹੋ ਰਹੀ ਆ। ਅਤੇ ਹੁਣ ਕੁਛ ਲੋਕ ਨੇ ਜਿਹੜੇ ਇਸ 'ਚ ਇਨਵੈਸਟ ਕਰਦੇ ਨੇ, ਅਤੇ ਉਹਦੇ 'ਚ ਵੀ ਉਹਨਾਂ ਨੇ ਇੱਕ ਉਹੀ ਤਰੀਕਾ ਬਣਾ ਲਿਆ ਕਿ ਇੱਕ ਸਿਸਟਮ ਬਣਾ ਲਿਆ ਕਿ ਇੰਟੈਲੈਕਚੁਅਲ 'ਚ ਵੀ ਤੁਹਾਨੂੰ ਕਿੰਨਾ ਕੁ ਇੰਟੈਲੈਕਚੁਅਲ ਬਣਾਉਣਾ, ਕਿ ਤੁਹਾਨੂੰ ਬਸ ABCD ਆ ਜਾਵੇ, ਤੁਹਾਨੂੰ 1 2 3 4 ਆ ਜਾਵੇ, ਹੈਂ। ਤੁਸੀਂ ਜ਼ਿਆਦਾ ਹਿਸਟਰੀ ਨਾ ਪੜ੍ਹੋ ਪਿਛਲੀ, ਅਤੇ ਜ਼ਿਆਦਾ ਤੁਸੀਂ ਜਿਓਗ੍ਰਾਫੀ ਨਾ ਪੜ੍ਹੋ, ਇੱਧਰ ਉੱਧਰ ਨਾ ਜਾਓ, ਤੁਸੀਂ ਅੱਛੇ ਕਲਰਕ ਬਣ ਜਾਓ। ਤਾਂ ਜਿੰਨੀ ਕੁ ਉਹ ਸਿਸਟਮ ਨੂੰ ਚਾਹੀਦੇ ਸੀ, ਇੰਟੈਲੈਕਟ ਚਾਹੀਦੀ ਸੀ, ਉਹ ਕਹਿੰਦੇ ਸੀ ਇੱਥੇ ਇੱਕ ਤੱਕ ਬੈਠੇ ਰਹੋ। ਅਤੇ ਇਨ ਫਿਊਚਰ ਦਾ ਇਹ ਸਿਸਟਮ ਆ ਰਿਹਾ, ਤਾਂ ਹੀ ਉਹ ਕਹਿੰਦੇ ਨੇ ਇਹਨਾਂ ਨੂੰ, ਇਹ ਕਹਿ ਰਹੇ ਨੇ ਕਿ ਸਾਨੂੰ ਇੰਨੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਨਹੀਂ ਹੈਗੀ ਹੁਣ, ਕਿਉਂਕਿ ਹੁਣ ਤਾਂ ਇਹ ਕੰਮ ਕੰਪਿਊਟਰ ਕਰ ਲੈਂਦਾ ਅਤੇ ਅੱਗੇ ਆਰਟੀਫਿਸ਼ਲ ਇੰਟੈਲੀਜੈਂਸ ਕਰ ਲੂਗੀ। ਤਾਂ ਇਹਨਾਂ ਨੂੰ ਇੰਨੇ ਇੰਟੈਲੈਕਚੁਅਲ ਲੋਕਾਂ ਦੀ ਹੁਣ ਲੋੜ ਵੀ ਨਹੀਂ ਹੈਗੀ ਅੱਗੇ। ਤਾਂ ਇਹ ਇਸ ਟਾਈਪ ਨਾਲ ਵੀ ਇਹਨੂੰ ਹੁਣ ਅੱਗੇ ਚੇਂਜ ਕਰ ਰਹੇ ਨੇ ਇੰਟੈਲੈਕਚੁਅਲ 'ਚ। ਤੂੰ ਸਿਰਫ ਇਹੀ ਐਜੂਕੇਸ਼ਨ, ਇਸ ਟਾਈਪ ਦੀ ਐਜੂਕੇਸ਼ਨ ਨੂੰ ਹੀ ਕਾਊਂਟ ਕਰਦਾ ਹੈ ਕਿ ਤੂੰ ਦੂਜੀ ਐਜੂਕੇਸ਼ਨ ਨੂੰ ਵੀ ਕਾਊਂਟ ਕਰਦੇ ਹਾਂ, ਕਿ ਜਿਵੇਂ ਲਰਨਿੰਗ, ਬੇਸਿਕਲੀ ਲਰਨਿੰਗ, ਹੈ ਨਾ। ਤੁਸੀਂ ਲਰਨ ਸਿਰਫ ਕਿਤਾਬਾਂ ਤੋਂ ਨਹੀਂ ਕਰਦੇ, ਤੁਸੀਂ ਲਰਨ ਬਹੁਤ ਸਾਰੀ ਚੀਜ਼ਾਂ ਤੋਂ ਕਰਦੇ ਹੋ। ਤੁਸੀਂ ਲਰਨ ਬਾਈ ਆਬਜ਼ਰਵੇਸ਼ਨ ਕਰਦੇ ਹੋ। ਉਹ ਤਾਂ ਐਕਸਪੀਰੀਅੰਸ, ਤੁਸੀਂ ਉਹ ਐਕਸਪੀਰੀਅੰਸ਼ੀਅਲ ਲਰਨਿੰਗ ਹੋ ਗਈ, ਉਹ ਐਕਸਪੀਰੀਅੰਸ਼ੀਅਲ ਹੋ ਗਈ ਨਾ। ਓਕੇ, ਤਾਂ ਫਿਰ ਉਹਨੂੰ ਆਪਾਂ ਇੰਟੈਲੈਕਚੁਅਲ ਨੂੰ ਸਿਰਫ ਇਹ ਕਿ ਜੋ ਉਹ ਐਕਸਪੀਰੀਅੰਸ਼ੀਅਲ ਕੈਪੀਟਲ ਹੋ ਗਈ। ਓਕੇ, ਐਕਸਪੀਰੀਅੰਸ ਇੰਟੈਲੈਕਟ ਹੈਗੀ ਜਿਹੜੀ ਤੁਸੀਂ ਇੱਕ ਸਿਸਟਮ ਬਣਾਇਆ ਹੋਇਆ, ਸਕੂਲ, ਕਾਲਜ, ਬੁੱਕਸ, ਜਿਹਦੇ ਥਰੂ ਤੁਸੀਂ ਇੰਟੈਲੈਕਚੁਅਲ ਬਣ ਜਾਂਦੇ ਹੋ।
ਨਾਰਮਲੀ ਬੜੇ ਲੋਕਾਂ ਨੂੰ ਕਿਹਾ ਜਾਂਦਾ ਕਿ ਯਾਰ ਇਹ ਇੰਟੈਲੈਕਚੁਅਲ ਹੈ, ਇਹਨੂੰ ਐਕਸਪੀਰੀਅੰਸ ਨਹੀਂ ਹੈਗਾ, ਮਤਲਬ ਇਹ ਕਿਤਾਬੀ ਕੀੜਾ, ਆਪਾਂ ਕਹਿੰਦੇ ਨਾ ਕਿਤਾਬੀ ਕੀੜਾ ਹੈ, ਇਹ ਬੁਕਿਸ਼ ਆ ਹੈ, ਇਹ ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿੰਦਾ। ਤੂੰ ਆ ਕੇ ਕਰਕੇ ਦੇਖ, ਖੇਤੀ ਕਰਕੇ ਦੇਖ, ਤੈਨੂੰ ਪਤਾ ਲੱਗੂਗਾ ਕੀ ਹੁੰਦਾ। ਬੈਠ ਕੇ ਯੂਨੀਵਰਸਿਟੀਆਂ 'ਚ ਬੋਲਣਾ ਤਾਂ ਬਹੁਤ ਸੌਖਾ, ਇੰਟੈਲੈਕਚੁਅਲ ਟੀਵੀਆਂ ਤੇ ਬਹਿ ਜਾਂਦੇ ਹੋ, ਆ ਕੇ ਡਿਬੇਟਾਂ ਕਰਨ ਲੱਗ ਜਾਂਦੇ ਹੋ। ਤਾਂ ਉੱਥੇ ਉਹ ਕਨਫਲਿਕਟ ਆਉਂਦਾ ਐਕਸਪੀਰੀਐਂਸ਼ੀਅਲ ਕੈਪੀਟਲ ਦਾ ਤੇ ਇੰਟੈਲੈਕਚੁਅਲ ਕੈਪੀਟਲ ਦਾ। ਤਾਂ ਇਹ ਮਤਲਬ ਤਾਂ ਹੀ ਕਿਹਾ ਜਾਂਦਾ ਨਾ, ਜਿਹੜੇ ਲੋਕਾਂ ਕੋਲ ਇੰਟੈਲੈਕਚੁਅਲ ਕੈਪੀਟਲ ਆ ਉਹਨਾਂ ਕੋਲ ਐਕਸਪੀਰੀਐਂਸ਼ੀਅਲ ਨਹੀਂ ਹੁੰਦੀ, ਉਹ ਸਾਰਾ ਦਿਨ ਕਿਤਾਬਾਂ ਹੀ ਪੜ੍ਹਦੇ ਰਹਿੰਦੇ ਨੇ ਤੇ ਉਹ ਪ੍ਰੈਕਟੀਕਲੀ ਕੁਝ ਕਰਦੇ ਹੀ ਨਹੀਂ। ਉਹ ਤੁਹਾਡੇ ਕਾਰਪੋਰੇਟ ਵਾਲਾ ਬੋਰਡ ਰੂਮ 'ਚ ਬੈਠ ਕੇ ਫਾਈਲਾਂ ਲੈ ਕੇ ਬੈਠੇ ਨੇ, ਫਲਾਨਾ ਲੈ ਕੇ ਬੈਠਿਆ। ਉਹ ਜਿਹੜਾ ਥੱਲੇ ਗਰਾਊਂਡ ਤੇ ਕੰਮ ਕਰ ਰਿਹਾ ਉਹ ਕਹਿੰਦਾ ਆ ਕੇ ਬੈਠ ਕੇ ਤੁਸੀਂ ਕਰਕੇ ਦੇਖੋ, ਜੋ ਤੁਸੀਂ ਇੰਟੈਲੈਕਚੁਅਲ ਬਣਾਉਂਦੇ ਹੋ ਤੇ ਇੰਪਲੀਮੈਂਟ ਹੀ ਨਹੀਂ ਕੀਤਾ ਜਾਂਦਾ ਸਾਤੋਂ ਇਹ। ਤਾਂ ਉਹ ਪ੍ਰੋਬਲਮ ਆ। ਤਾਂ ਹੀ ਉਹ ਕਿਹਾ ਨਾ 8 ਫਾਰਮਸ ਆਫ ਕੈਪੀਟਲ, ਇੰਟੈਲੈਕਟ ਤੋਂ ਬਿਨਾਂ ਐਕਸਪੀਰੀਅੰਸ ਕੰਮ ਦਾ ਨਹੀਂ, ਐਕਸਪੀਰੀਅੰਸ ਇੰਟੈਲੈਕਟ ਤੋਂ ਬਿਨਾਂ ਕੋਈ ਕੰਮ ਦਾ ਨਹੀਂ। ਤੇ ਜੇ ਆਪਾਂ ਜੋੜਾਂਗੇ ਤਾਂ 8 ਫਾਰਮਸ ਆਫ ਕੈਪੀਟਲ ਜੋ ਅੱਜ ਤੱਕ ਜੋ ਮੋਟਾ ਸਮਝ ਆਇਆ ਕਿ ਇਹ ਸਾਰੀ ਇਕੱਠੀਆਂ ਹੀ ਉੱਠਣਗੀਆਂ ਜੀ, ਉੱਠਣਗੀਆਂ। ਨਹੀਂ ਤਾਂ ਇਹ ਡੇਂਜਰਸ ਨੇ, ਯੂਜ਼ਲੈਸ ਆ। ਤੁਸੀਂ ਤੁਹਾਡਾ ਐਕਸਪੀਰੀਅੰਸ ਇਜ਼ ਯੂਜ਼ਲੈਸ ਅਨਲੈਸ ਯੂ ਇੰਟੈਲੈਕਚੁਅਲੀ ਤੁਸੀਂ ਉਹ 'ਤੇ ਕੰਮ ਕਰ ਰਹੇ ਹੋ। ਜੇ ਤੁਸੀਂ ਇੰਟੈਲੈਕਚੁਅਲ ਹੋ ਤਾਂ ਉਹ ਯੂਜ਼ਲੈਸ ਆ, ਜੇ ਤੁਸੀਂ ਉਹ 'ਤੇ ਐਕਸਪੀਰੀਐਂਸ਼ੀਅਲ ਨਾਲ ਕੰਮ ਨਾ ਕਰ ਰਹੇ ਹੋ। ਹੁਣ ਮੈਂ ਇਹਨੂੰ ਬਹੁਤ ਸੀਰੀਅਸਲੀ ਲੈਣਾ, ਮੈਂ ਬੜਾ ਸੀਰੀਅਸਲੀ ਲੈਣਾ। ਮੈਂ ਇੰਟੈਂਸ਼ਨਲੀ 1 ਹਫ਼ਤਾ ਫਾਰਮ ਤੇ ਰਹਿਣਾ ਹੀ ਰਹਿਣਾ, ਜਾਣ ਕੇ 1 ਹਫ਼ਤਾ ਫਾਰਮ ਤੇ, 1 ਹਫ਼ਤਾ ਉਰੇ ਆਓ। ਉਰੇ ਕਿਉਂਕਿ ਸਾਰੇ ਇੰਟੈਲੈਕਟ ਕੈਪੀਟਲ ਆ, ਪੋਡਕਾਸਟ ਸੁਣ ਲਓ, ਬੁੱਕਸ ਪੜ੍ਹ ਲਓ, ਠੀਕ ਹੈ ਨਾ, ਇੰਟੈਲੈਕਚੁਅਲ ਕੈਪੀਟਲਸ ਨੇ। ਪਰ ਜੋ ਇੰਪਲੀਮੈਂਟੇਸ਼ਨ ਦਾ ਫਾਰਮ ਤੇ ਹੋਣੀ ਆ ਨਾ, ਜਦੋਂ ਸੱਪ ਸਾਹਮਣੇ ਆਣਾ ਤੇ ਉਦੋਂ ਮੈਂ ਕਿਤਾਬ ਥੋੜੀ ਮੇਰੇ ਕੰਮ ਆਊਗੀ ਕਿ ਹੁਣ ਮੈਂ ਇਹ ਪੜ੍ਹਾਂ, ਇਹ ਕਿਤਾਬ ਨੇ ਮੈਨੂੰ ਦੱਸਤਾ ਕਿ ਹਾਂ ਇਹ ਪੋਇਜ਼ਨਸ ਸ਼ਾਇਦ ਨਹੀਂ ਹੈਗਾ। ਐਂ ਤਾਂ ਨਹੀਂ ਮੈਂ ਹੱਥ ਪਾ ਲੂੰਗਾ ਉਹਨੂੰ ਪੋਇਜ਼ਨਸ ਨਹੀਂ ਹੈਗਾ ਜੇ, ਠੀਕ ਆ। ਮੈਨੂੰ ਉਹਦੇ ਬਾਰੇ ਜਾਣਕਾਰੀ ਮਿਲੀ ਬੁੱਕ ਤੋਂ ਜਾਂ ਮੈਂ ਵੀਡੀਓ 'ਚੋਂ ਦੇਖੀ ਕਿ ਹਾਂ ਭਾਈ ਇਹ ਸੱਪ ਜ਼ਹਿਰੀਲਾ ਹੁੰਦਾ, ਨਹੀਂ ਜ਼ਹਿਰੀਲਾ ਹੁੰਦਾ। ਹੁਣ ਇਹ ਮੈਂ ਇੱਕਦਮ ਜਾ ਕੇ ਹੱਥ ਥੋੜੀ ਪਾ ਲੂੰ, ਕਿਤਾਬ ਨੇ ਕੁਛ ਕਹਿਤਾ, ਉਹ ਤਾਂ ਮੇਰਾ ਐਕਸਪੀਰੀਐਂਸ਼ੀਅਲ ਆ। ਤਾਂ ਉਦੋਂ ਮੈਂ ਉਹਨੂੰ ਕਿਵੇਂ ਬਾਹਰ ਕੱਢਿਆ, ਕਿਵੇਂ ਮੈਂ ਉਹਦੇ ਨਾਲ ਦਿਨ ਕੱਟਿਆ, ਫਿਰ ਮੈਨੂੰ ਫੀਅਰ ਆਇਆ, ਹੈ ਨਾ। ਇਹ ਸਾਰੀ ਚੀਜ਼ਾਂ ਨੂੰ ਐਕਸਪੀਰੀਅੰਸ ਕਰਨਾ। ਤਾਂਹੀਓ ਜਿਹੜੇ ਤੁਸੀਂ ਦੇਖੇ ਹੋਣਗੇ ਬੜੇ CEOs ਵਗੈਰਾ ਨੇ, ਇਹਨਾਂ ਨੇ ਕੰਪਨੀਜ਼ ਕੀ ਕਰ ਰਹੀਆਂ, ਜਾਣ ਕੇ ਲੋਕਾਂ ਨੂੰ ਲੇਹ ਲਦਾਖ ਦੇ ਟ੍ਰਿਪ ਕਰਵਾਉਂਦੀਆਂ ਨੇ। ਉਹ ਕਹਿੰਦੀਆਂ ਨੇ ਕਿ ਬੁੱਕ ਤਾਂ ਤੂੰ ਬਹੁਤ ਪੜ੍ਹਿਆ ਆ, ਤੂੰ ਨੰਬਰ 1 ਵੀ ਆਪਣੇ ਟੌਪ ਵੀ ਕਰ ਗਿਆ ਐਗਜ਼ਾਮਸ ਦੇ ਵਿੱਚ, ਪਰ ਤੇਰੀ ਲੀਡਰਸ਼ਿਪ ਸਕਿੱਲ ਤਾਂ ਉਦੋਂ ਪਤਾ ਲੱਗੂ ਜਦੋਂ ਹਾਈ ਐਲਟੀਟਿਊਡ ਤੇ ਜਾ ਕੇ ਨਾ ਤੇਰੀ ਐਸੀ ਤੈਸੀ ਫਿਰੂਗੀ, ਤਾਂ ਤੂੰ ਟੁੱਟੇਗਾ, ਤਾਂ ਤੈਨੂੰ ਪਤਾ ਲੱਗੂ ਨਾ। ਇੰਡੀਆ 'ਚ ਅਸੀਂ ਟੀਮ ਬਿਲਡਿੰਗ ਐਕਸਰਸਾਈਜ਼ ਤੇ ਸਾਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਕੈਂਪਸ ਦੇ ਵਿੱਚ, 3-3 4-4 ਦਿਨ ਕੈਂਪਸ ਦੇ ਵਿੱਚ। ਫਿਰ ਉਹ ਐਕਟੀਵਿਟੀਜ਼ ਕਰਵਾਉਂਦੇ ਹੁੰਦੇ ਸੀਗੇ, ਹਨਾ। ਤੇ ਉਹ ਐਕਟੀਵਿਟੀਜ਼ ਪਤਾ ਲੱਗਦਾ ਸੀ ਵੀ ਕਿਹੜੀ ਕੀ ਸਕਿੱਲਸ ਨੇ, ਕਿਸ ਤਰੀਕੇ ਦੇ ਨਹੀਂ। ਤਾਂ ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਐਕਸਪੀਰੀਅੰਸ ਤੇ ਜਿਹੜੀ ਐਕਸਪੀਰੀਐਂਸ਼ੀਅਲ ਕੈਪੀਟਲ ਪਲੱਸ ਇੰਟੈਲੈਕਚੁਅਲ ਕੈਪੀਟਲ ਨੂੰ ਮਿਲਾ ਕੇ ਤੁਹਾਡੀ ਓਵਰਆਲ ਬਣਦੀ ਹੈ ਨੌਲੇਜ, ਜਿਹਨੂੰ ਤੁਸੀਂ ਕਹਿ ਲਓ, ਹਨਾ। ਕਿ ਇੱਕ ਤੁਸੀਂ ਐਕਸਪੀਰੀਅੰਸ ਇਸ ਤੋਂ ਜਿਹੜੀ ਤੇ ਬਾਕੀ ਚੀਜ਼ ਜਿਹੜੀ ਇਸ ਤੋਂ ਅਗਲੀ ਆ ਰਹੀ ਆ, ਜਿਹੜੀ ਇਸ ਤੋਂ ਅਗਲੀ ਆ ਰਹੀ ਆ, ਉਹ ਅਸਲ 'ਚ ਇਹਨਾਂ ਦੀ ਜੜ ਆ, ਉਹ ਮੇਨ ਆ ਸਪਿਰਿਚੁਅਲ ਕੈਪੀਟਲ। ਹਾਂ, ਆਪਾਂ ਹੁਣ ਆਪਣੀ ਸੈਕਿੰਡ ਲਾਸਟ ਤੇ ਪਹੁੰਚਦੇ ਹਾਂ, ਜਿਹੜੀ ਕਿ ਸਪਿਰਿਚੁਅਲ ਕੈਪੀਟਲ ਹੈ। ਤੇ ਮੈਂ ਜਿਵੇਂ ਸਮਝਦੀ ਹਾਂ ਸਪਿਰਿਚੁਅਲ ਕੈਪੀਟਲ ਨੂੰ ਤੁਸੀਂ ਰਿਲੀਜਨ ਨਾਲ ਨਹੀਂ ਕੰਬਾਈਨ ਕਰ। ਆਈ ਮੀਨ ਰਿਲੀਜੀਅਸ ਪਰਸਨ ਕੈਨ ਬੀ ਸਪਿਰਿਚੁਅਲ, ਉਹ ਹੋ ਸਕਦਾ ਸਪਿਰਿਚੁਅਲ, ਪਰ ਸਪਿਰਿਚੁਅਲ ਹੋਣ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਰਿਲੀਜੀਅਸ ਹੋ ਤੁਸੀਂ, ਹੈ ਨਾ। ਉਹਦਾ ਰਿਲੀਜਨ ਨਾਲ ਕੋਈ ਕਨੈਕਟੀਵਿਟੀ ਖਾਸ ਨਹੀਂ ਹੁੰਦੀ ਹੈਗੀ। ਸਪਿਰਿਚੁਅਲ ਇਜ਼ ਬਿਲੀਵਿੰਗ ਇਨ ਸਮਥਿੰਗ ਬਿਯੋਂਡ ਯੂ। ਮਤਲਬ ਉਹ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਗੋਡ ਹੈ ਉਹ, ਵੀ ਤੁਸੀਂ ਰੱਬ 'ਤੇ ਭਰੋਸਾ ਕਰਦੇ ਹੋ ਵੀ ਇੱਕ ਰੱਬ ਹੈਗਾ, ਪਰ ਤੁਸੀਂ ਇਹ ਜ਼ਰੂਰ ਭਰੋਸਾ ਕਰਦੇ ਹੋ ਕਿ ਤੁਹਾਡੇ ਤੋਂ ਇਲਾਵਾ ਕੁਝ ਹੋਰ ਹੈ, ਕੁਝ ਜਿਹਨੂੰ ਆਪਾਂ ਪਹਿਲਾਂ ਵੀ ਇੱਕ ਵਾਰ ਡਿਸਕਸ ਕਰਨ ਦੀ ਆਪਾਂ ਸੋਚਿਆ ਸੀ ਕਰਾਂਗੇ। ਕਲੈਕਟਿਵ ਕੌਨਸ਼ੀਅਸਨੈਸ ਹੈ ਇੱਕ, ਹੈ ਨਾ। ਤੁਹਾਡੇ ਤੋਂ ਤੁਸੀਂ ਇੱਕ ਛੋਟਾ ਜਿਹਾ ਪਾਰਟ ਹੋ ਕਿਸੇ ਵੱਡੀ ਚੀਜ਼ ਦਾ, ਰਾਈਟ। ਤੇ ਉਹ ਵੱਡੀ ਚੀਜ਼ ਹਜੇ ਤੱਕ ਮੈਨਕਾਈਂਡ ਨੇ ਪਛਾਣੀ ਨਹੀਂ ਕਿ ਹੈ ਕੀ ਉਹ, ਬਟ ਯੂ ਆਰ ਪਾਰਟ ਆਫ ਸਮਥਿੰਗ। ਤੇ ਉਹ ਤੁਸੀਂ, ਤੁਹਾਨੂੰ ਪਤਾ ਨਹੀਂ ਹੈ, ਰਾਈਟ। ਦਿਸ ਇਜ਼ ਵਾਟ ਆਈ ਐਕਸਪਲੇਨ ਐਜ਼ ਸਪਿਰਿਚੁਅਲ, ਕਿ ਤੁਸੀਂ ਕਿਸੇ ਆਪਣੇ ਤੋਂ ਬਿਯੋਂਡ ਕਿਸੇ ਚੀਜ਼ 'ਚ ਬਿਲੀਵ ਕਰਦੇ ਹੋ। ਤੇਰਾ ਕੀ ਡੈਫੀਨੇਸ਼ਨ ਹੈ ਸਪਿਰਿਚੁਅਲ ਹੋਣ ਦਾ? ਸਪਿਰਿਚੁਅਲਿਟੀ ਮੈਨੂੰ ਇਹ ਲੱਗਦਾ ਕਿ ਕਹਿੰਦੇ ਨੇ ਕਿ ਬੰਦੇ ਦੇ ਨਾ 3 ਫੇਜ਼ ਨੇ ਅੱਜ ਦੀ ਤਰੀਕ 'ਚ, 3 ਫੇਸ ਨੇ। ਫੇਸ ਮਤਲਬ ਮੂੰਹ, 3 ਮੁਖੌਟੇ ਨੇ। ਇੱਕ ਮੁਖੌਟਾ ਉਹ ਹੈਗਾ ਜੋ ਸਮਾਜ ਵਾਸਤੇ ਆ, ਇੱਕ ਮੁਖੌਟਾ ਉਹ ਹੈਗਾ ਜੋ ਪਰਿਵਾਰ ਵਾਸਤੇ ਆ, ਇੱਕ ਉਹ ਆਪ ਆ ਅੰਦਰ, ਇੱਕ ਮੁਖੌਟਾ ਆਪਣੇ ਆਪ ਨਾਲ ਆ, ਜਿਵੇਂ ਉਹ ਗੱਲ ਕਰਦਾ। ਤਾਂ ਸਪਿਰਿਚੁਅਲਿਟੀ ਹੈਗੀ ਆਪਣੇ ਅੰਦਰ ਆ, ਬਸ ਉਹੀ ਆ, ਦੈਟਸ ਇਟ। ਉਹੀ ਆਪਣੇ ਪਰਿਵਾਰ ਨਾਲ ਆ, ਉਹੀ ਸਮਾਜ ਨਾਲ ਆ।
ਤਾਂ ਸਪਿਰਿਚੁਅਲਿਟੀ ਲੈ ਦੇ ਕੇ ਸੱਚ ਆ ਬਸ। ਤਾਂ ਐਨੀਮਲ ਸਾਰੇ ਸਪਿਰਿਚੁਅਲ ਨੇ ਕਿਉਂਕਿ ਉਹ ਝੂਠ ਬੋਲਣਾ ਨਹੀਂ ਜਾਣਦੇ। ਤਾਂ ਲੈਂਗੁਏਜ ਜਦੋਂ ਕਹਿੰਦੇ ਲੈਂਗੁਏਜ ਬਣੀ ਤਾਂ ਉਦੋਂ ਸਪਿਰਿਚੁਅਲਿਟੀ ਨੂੰ ਮੈਨੂਪੂਲੇਟ ਕਰ ਲਿੱਤਾ ਗਿਆ। ਤਾਂ ਤੁਸੀਂ ਬੋਲ ਸਕਦੇ ਹੋ ਆ ਫਲਾਨਾ ਬੰਦਾ ਤਾਂ ਬਹੁਤ ਅੱਛਾ, ਪਰ ਅੰਦਰ ਤੁਹਾਨੂੰ ਪਤਾ ਤੁਸੀਂ ਕੀ ਬੋਲ ਰਹੇ ਹੋ। ਤੇ ਸਪਿਰਿਚੁਅਲਿਟੀ ਕੀ ਆ? ਸਪਿਰਿਚੁਅਲਿਟੀ ਇਹ ਨਹੀਂ ਹੈਗੀ ਕਿ ਉਹ ਸਭ ਨੂੰ ਅੱਛਾ ਬੋਲਣਾ, ਸਪਿਰਿਚੁਅਲਿਟੀ ਇਹ ਨਹੀਂ ਹੈਗੀ ਸਭ ਨੂੰ ਮਾੜਾ ਬੋਲਣਾ। ਸਪਿਰਿਚੁਅਲਿਟੀ ਇਹ ਹੈਗੀ ਕਿ ਜੋ ਮੇਰੇ ਅੰਦਰ ਆ ਮੈਂ ਤਾਂ ਉਹੀ ਬਾਹਰ ਆ। ਤਾਂ ਤੁਹਾਨੂੰ ਆਈ ਐਕਸੈਪਟ ਕਰਨਾ ਪਊਗਾ। ਤਾਂ ਇਹਨੂੰ ਸਪਿਰਿਚੁਅਲਿਟੀ 'ਚ ਕਹਿ ਦਿੱਤਾ ਜਾਂਦਾ ਅਲਟੀਮੇਟ ਟਰੁੱਥ। ਸਪਿਰਿਟ ਉਹ ਅਲਟੀਮੇਟ ਕਹਿੰਦੇ ਨੇ, ਟਰੁੱਥ ਮਤਲਬ ਇਹ ਸਪਿਰਿਟ ਉਹਨੂੰ ਕਹਿੰਦੇ ਨੇ, ਆਤਮਾ ਨੂੰ ਕਹਿੰਦੇ ਨੇ ਨਾ, ਮਤਲਬ ਤੁਹਾਡਾ ਅੰਦਰਲੀ ਜੋ ਤੁਹਾਡੀ ਆਤਮਾ ਹੈ ਬੇਸਿਕਲੀ ਸਪਿਰਿਟ ਤੋਂ, ਉਹ ਤੋਂ ਬਣਿਆ ਸਪਿਰਿਚੁਅਲ ਕੀ ਜੋ ਤੁਹਾਡਾ ਆਤਮ ਗਿਆਨ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਹੈ ਆਤਮ ਗਿਆਨ। ਹਾਂ ਆਤਮ ਗਿਆਨ। ਹਾਂ ਤਾਂ ਮਤਲਬ ਤੁਸੀਂ ਜਿਹੜੇ ਤੁਹਾਡੇ ਮਖੌਟੇ ਬਣਾਏ ਨੇ ਸਿਸਟਮਸ ਦੇ ਵਿੱਚ, ਜਿੰਨਾ ਤੁਸੀਂ ਉਹਨਾਂ ਨੂੰ ਡਿਲੀਟ ਕਰਦੇ ਜਾਵੋਗੇ ਤਾਂ ਉਨੇ ਤੁਸੀਂ ਸਪਿਰਿਚੁਅਲ ਹੁੰਦੇ ਜਾਵੋਗੇ। ਸਿੰਪਲ ਆ। ਇਹਨੂੰ ਕੋਈ ਤੁਸੀਂ ਇਹਨੂੰ ਧਰਮ ਨਾਲ ਨਹੀਂ ਜੋੜੋ। ਜਦੋਂ ਓਸ਼ੋ ਦੀ ਗੱਲ ਹੁੰਦੀ ਆ, ਕੋਈ ਤਾਂ ਕਹਿੰਦਾ ਇਹ ਤਾਂ ਬੇਹੱਦ ਅਧਰਮੀ ਬੰਦਾ, ਉਹ ਤਾਂ ਜਮਾ ਹੀ ਰੱਬ 'ਚ ਮੰਨਦਾ ਹੀ ਨਹੀਂ। ਕੋਈ ਕਹਿੰਦਾ ਓਸ਼ੋ ਵਰਗਾ ਧਾਰਮਿਕ ਬੰਦਾ ਕੋਈ ਨਹੀਂ। ਮਤਲਬ ਓਸ਼ੋ ਨੂੰ ਸਮਝਣ ਦੇ ਅੱਡ-ਅੱਡ ਦੋ ਤਰੀਕੇ ਨੇ। ਕਈ ਤਾਂ ਕਹਿੰਦਾ ਉਹ ਤਾਂ ਐਸੀ ਤੈਸੀ ਫੇਰ ਦਿੰਦਾ ਹਰ ਭਗਵਾਨ ਦੀ, ਹਰ ਰੱਬ ਦੀ। ਪਰ ਅਗਲਾ ਕਈ ਕਹਿੰਦੇ ਨੇ ਯਾਰ ਅਸਲੀ ਤਾਂ ਭਗਤੀ ਉਹ ਬਣਿਆ ਅੱਜ ਤੱਕ ਦਾ। ਮਤਲਬ ਇੰਨਾ ਉਹਦੀ ਗੱਲਾਂ 'ਚ, ਕਿਉਂਕਿ ਉਸ ਦੀ ਗੱਲ ਅੰਦਰੋਂ ਆ ਤੇ ਉਹ ਕਹਿੰਦਾ ਪਸੰਦ ਆਵੇ ਨਾ ਆਵੇ ਮੈਂ ਤਾਂ ਅੰਦਰੋਂ ਬੋਲਤੀ। ਮੇਰੇ ਤਾਂ ਅੰਦਰ ਜੋ ਸੀਗਾ ਬੇਸ਼ਰਮੀ ਵਾਲੀ ਗੱਲਾਂ ਮੈਂ ਤੁਹਾਡੇ ਸਾਹਮਣੇ ਧਰ ਦਿੰਦਾ, ਕਿਉਂਕਿ ਮੈਂ ਆਪਣੇ ਆਪ ਨਾਲ ਉਹ ਗੱਲ ਕਰਦਾ ਤਾਂ ਮੈਂ ਤੁਹਾਡੇ ਨਾਲ ਵੀ ਉਹ ਗੱਲ ਕਰ ਦਿੰਦਾ। ਤੇ ਉਸ ਦੀ ਸਾਰੀ ਲਾਈਫ ਲੋਕਾਂ ਨੇ ਉਹਨੂੰ ਇਸ ਵਾਸਤੇ ਹੀ ਸੁਣਿਆ ਕਿਉਂਕਿ ਜਿਹੜੇ ਲੋਕ ਬੋਲਣ ਤੋਂ ਡਰਦੇ ਸੀਗੇ ਬਾਹਰ, ਉਸ ਤੋਂ ਸੁਣਨਾ ਪਸੰਦ ਕਰਦੇ ਸੀਗੇ। ਤੇ ਉਸ ਤੋਂ ਸੁਣਨਾ ਪਸੰਦ ਕਰਦੇ ਸੀ ਤੇ ਉਹ ਕਿਤੇ ਨਾ ਕਿਤੇ ਉਹ ਬੈਰੀਅਰ ਤੋੜ ਦਿੰਦਾ ਸੀਗਾ ਕਿ ਜਿਹੜਾ ਉਹਨਾਂ ਦਾ ਮੁਖੌਟਾ ਉੱਡ ਜਾਂਦਾ ਸੀਗਾ। ਤੇ ਲੋਕ ਬੜੇ ਖੁਸ਼ ਹੁੰਦੇ ਸੀ ਯਾਰ ਇਹ ਕੋਈ ਬੰਦਾ ਮੂਹਰੇ ਬੈਠਾ ਉਹ ਗੱਲਾਂ ਕਰ ਰਿਹਾ ਜਿਹੜੀ ਮੈਂ ਬੋਲਣ ਤੋਂ ਡਰ ਰਿਹਾ। ਕੁਝ ਅੱਡ ਨਹੀਂ ਸੀ, ਉਹ ਸਿਰਫ ਫੀਅਰਲੈਸ ਤੇ ਖੁੱਲ ਕੇ ਬੋਲਦਾ ਸੀਗਾ ਹਰ ਗੱਲ ਦੇ ਉੱਤੇ। ਤੇ ਉਹ ਹੌਲੀ ਹੌਲੀ ਕਈ ਗੱਲਾਂ ਤਾਂ ਇਹੋ ਜਿਹੀਆਂ ਵੀ ਹੈਗੀਆਂ ਜਿਹਦੇ ਤੁਹਾਡੇ ਇਹ ਜਿਹੜੇ ਮੈਨੂਪੂਲੇਟ ਹੋਇਆ ਹੋਇਆ ਤੁਹਾਡੇ ਟਾਈਮ ਦੇ ਨਾਲ। ਤੁਹਾਡੇ ਸਾਹਮਣੇ ਫਿਲਮਾਂ ਚੱਲ ਰਹੀਆਂ ਨੇ, ਉਹ ਫਿਲਮਾਂ ਨੂੰ ਵੀ ਢਾਣਾ ਪੈਂਦਾ। ਡਰਾਮੇ ਚੱਲ ਰਹੇ ਨੇ, ਠੀਕ ਆ। ਜਿਵੇਂ ਹੁਣ ਫੀਅਟ ਮਨੀ ਦਾ ਆਪਾਂ ਕਹਿ ਦਿੰਦੇ ਹਾਂ, ਜਾਂ ਆਪਾਂ ਹੋਰ ਬਥੇਰੇ ਕਹਿ ਦਿੰਦੇ ਹਾਂ, ਲੂਪ ਲਿਵਿੰਗ ਆ ਗਈ ਹੈ ਨਾ। ਇਹ ਚੀਜ਼ਾਂ ਲੋਕਾਂ ਨੂੰ ਸਮਝ ਹੀ ਨਹੀਂ ਹੈਗੀ ਕਿਉਂਕਿ ਇੰਨੇ ਪੁਰਾਣੇ ਟਾਈਮ ਤੋਂ ਸਿਸਟਮ ਚੱਲਦਾ ਆ ਰਿਹਾ। ਕਹਿੰਦੇ ਪਰਸਨ ਜਿਹੜਾ ਜਾਨਵਰ ਕਹਿੰਦੇ ਜ਼ੂ 'ਚ ਪੈਦਾ ਹੋਵੇ ਉਹਨੂੰ ਤਾਂ ਹੀ ਲੱਗਦਾ ਨਾ ਇਹੀ ਸਭ ਕੁਛ ਆ, ਜ਼ੂ ਹੀ ਸਭ ਕੁਛ ਆ। ਤਾਂ ਉਹਨੇ ਤਾਂ ਕਦੀ ਜੰਗਲ ਦੇਖਿਆ ਹੀ ਨਹੀਂ। ਤਾਂ ਉਹ ਆਪਾਂ ਬੋਰਨ ਹੀ ਉਦੋਂ ਹੋਏ ਆ, ਧਰਮ ਦੇ ਨਾਲ ਹੀ ਬੋਰਨ ਹੋ ਗਏ। ਪੈਦਾ ਹੁੰਦੇ ਸਾਰੀ ਸਿਲੈਕਟ ਵੀ ਨਹੀਂ ਕੀਤਾ ਮੇਰਾ ਧਰਮ ਕਿਹੜਾ ਸੀਗਾ। ਤਾਂ ਓਸ਼ੋ ਕਹਿੰਦਾ ਸੀ ਨਾ ਕਿ ਜੇ ਤੁਸੀਂ ਵੋਟਿੰਗ ਰਾਈਟ ਦੇ ਸਕਦੇ ਹੋ ਤਾਂ ਧਰਮ ਦਾ ਰਾਈਟ ਵੀ ਦਿਓ। 18 ਸਾਲ ਤੱਕ ਕਿਉਂ ਕਿਸੇ ਨੂੰ ਧਾਰਮਿਕ ਬਣਾਉਂਦੇ ਹੋ? 18 ਸਾਲ ਦਾ ਹੋ ਲੈਣ ਤੋਂ ਉਹਨੂੰ ਸਿਲੈਕਟ ਕਰ ਲੂਗਾ, 4-5 ਧਰਮ ਰੱਖ ਦਿਓ ਉਹਦੇ ਮੂਹਰੇ, ਠੀਕ ਆ। ਕਿ ਉਹ ਸਿਲੈਕਟ ਕਰੂ, ਸਾਰਿਆਂ ਦੀ ਕਿਤਾਬਾਂ ਪੜ੍ਹੂ, ਉਹ ਦੇਖੂਗਾ ਕਿ ਹਾਂ ਮੈਂ ਕਿਹੜੀ ਕਿਹੜੀ ਕਿਤਾਬ ਮੈਨੂੰ ਇਹਦੇ 'ਚ ਕੀ ਲਿਖਿਆ, ਇੰਟਰੋਸਪੈਕਟ ਕਰੂ। 18 ਸਾਲ ਦਾ ਤਾਂ ਹੋ ਲੈਣ ਦਿਓ। ਜੇ ਤੁਸੀਂ ਕਹਿੰਦੇ ਹੋ ਵੋਟਿੰਗ ਰਾਈਟ ਨਹੀਂ ਦੇਣਾ ਤਾਂ ਕਹਿੰਦੇ ਉਹਨੂੰ ਧਾਰਮਿਕ ਕਿਉਂ ਬਣਾਇਆ 18 ਸਾਲ ਤੱਕ? ਮੈਂ ਬੜੀ ਜੈਨੂਇਨ ਗੱਲ ਆ ਕਿ ਤੁਸੀਂ ਬਾਏ ਬਰਥ ਹੀ ਹੈ ਨਾ ਉਹਨੂੰ ਧਰਮ ਬਣਾਤਾ ਉਹਦਾ ਹੈ। ਤੇ ਇਸ ਟਾਈਪ ਦੇ ਸਪਿਰਿਚੁਅਲ ਕੈਪੀਟਲ ਮੈਨੂੰ ਲੱਗਦਾ ਕਿ ਇੱਕ ਇੰਟਰਨਲ ਆ। ਇਹ 'ਚ ਤੁਸੀਂ ਬਹੁਤ ਇਹ ਨਾ ਤੁਹਾਨੂੰ ਵੀ ਨਹੀਂ ਪਤਾ ਤੁਹਾਡੇ 'ਚ ਕਿੰਨੀ ਆ। ਇਹ ਜਦੋਂ ਤੁਹਾਡੇ ਇਹਦਾ ਪੈਮਾਨਾ ਕੀ ਹੁੰਦਾ, ਮੈਜਰਮੈਂਟ ਕੀ ਹੁੰਦੀ ਹੈ, ਤੇ ਇਹਨੂੰ ਜੇ ਬੰਦੇ ਨੇ ਲੈਣੀ ਹੋਏ ਆਪਣੀ ਲਾਈਫ 'ਚ ਸਪਿਰਿਚੁਅਲ ਕੈਪੀਟਲ ਬਣਾਉਣੀ ਹੋਏ ਤਾਂ ਤਰੀਕਾ ਕੀ ਹੈ ਉਹਦਾ ਕਰਨ ਦਾ? ਬਸ ਤੁਸੀਂ ਕਿੰਨੇ ਕੁ ਸੱਚੇ ਹੋ, ਤੁਹਾਡੇ ਅੰਦਰ ਕੀ ਆ, ਕੀ ਤੁਹਾਨੂੰ ਨੀਂਦ ਅੱਛੀ ਆ ਰਹੀ ਆ। ਸਿੰਪਲ ਆ। ਜਿਹੜਾ ਬੰਦਾ ਆਪਣਾ ਇੰਟਰਨਲ ਕਨਫਲਿਕਟ ਚੱਲ ਰਿਹਾ ਬੋਡੀ ਤੇ ਬ੍ਰੇਨ ਦਾ, ਠੀਕ ਆ, ਉਹ ਐਕਸ਼ਨਸ ਕੁਛ ਹੋਰ ਕਰ ਰਿਹਾ, ਇੰਟਰਨਲੀ ਉਹਦੇ ਕੁਛ ਹੋਰ ਚੱਲ ਰਿਹਾ। ਜਾਂ ਤਾਂ ਆਪਣੇ ਆਪ ਨੂੰ ਝੂਠ ਬੋਲੂਗਾ, ਅੰਦਰੋਂ ਕਨਫਲਿਕਟਸ ਆਉਣਗੇ, ਫਿਰ ਸਟ੍ਰੈਸ ਆਊਗਾ। ਜਦੋਂ ਇੱਕ ਵਾਰੀ ਬੰਦਾ ਇੱਕ ਲੈਵਲ ਤੇ ਆ ਜਾਂਦਾ, ਉਹ ਐਕਸੈਪਟ ਕਰ ਲੈਂਦਾ ਤੇ ਉਹਦੇ ਕਨਫਲਿਕਟਸ ਮੁੱਕਣ ਲੱਗ ਜਾਂਦੇ ਨੇ ਹੌਲੀ ਹੌਲੀ। ਤੇ ਉਹ ਸਪਿਰਿਚੁਅਲ ਆਪਣੇ ਆਪ ਹੀ ਸਪਿਰਿਚੁਅਲਿਟੀ ਵੱਲ ਨੂੰ ਵਧਣ ਲੱਗਦਾ। ਇੰਟਰੋਸਪੈਕਸ਼ਨ ਕਰਨੀ ਆਪਣੇ ਆਪ ਨਾਲ, ਆਪਣੇ ਇੰਟਰਨਲ ਆ ਸਪਿਰਿਚੁਅਲ ਨਾ, ਆਪਣੇ ਆਪ ਨੂੰ ਇੰਪਰੂਵ ਕਰਨਾ, ਆਪਣੇ ਆਪ ਨੂੰ ਚੈਲੰਜ ਕਰਨਾ। ਤੇ ਉਸ ਚੈਲੰਜਿਸ ਤੋਂ ਬਹੁਤ ਫੀਅਰ ਬਹੁਤ ਇਹਦੇ 'ਚ ਬੰਦੇ ਨੂੰ ਡਰ ਲੱਗਦਾ। ਇੰਟਰੋਸਪੈਕਟ ਕਰਨ ਤੋਂ, ਆਪਣੇ ਆਪ ਨੂੰ ਇੰਟਰੋਸਪੈਕਟ ਕਰਨ ਤੋਂ ਬੰਦੇ ਨੂੰ ਡਰ ਲੱਗੀ ਜਾਂਦਾ ਹੁੰਦਾ। ਹਏ ਕਿਤੇ ਮੈਂ ਸਾਧ ਨਾ ਬਣ ਜਾ, ਹਨਾ, ਹਏ ਮੇਰਾ ਤਾਂ ਪੈਸਾ ਉੱਡ ਜੂਗਾ ਸਾਰਾ। ਬੇਸਿਕਲੀ ਸਾਰਾ ਉਹ ਜਿਹੜੇ 2-3 ਮੁਖੌਟੇ ਨੇ ਜਿਹੜੇ ਬਾਹਰ ਵਾਲੇ ਨੇ ਨਾ, ਉਹ ਜਿਵੇਂ ਜਿਵੇਂ ਝੜਨਗੇ ਤਾਂ ਬੰਦੇ ਨੂੰ ਡਰ ਲੱਗੂਗਾ। ਮੇਰੀ ਤਾਂ ਅਸਲੀਅਤ ਪਤਾ ਲੱਗ ਜੂ ਲੋਕਾਂ ਨੂੰ ਸਾਹਮਣੇ,
ਹੈ ਮੈਂ ਤਾਂ ਬੜਾ ਕੁੱਤਾ ਬੰਦਾ ਹੈ ਨਾ ਇੰਟਰਨਲੀ। ਤੇ ਮੈਨੂੰ ਇਹ ਲੱਗਦਾ ਕਿ ਸਪਿਰਿਚੁਅਲ ਕੈਪੀਟਲ ਕਦੀ ਮੈਂ ਅੱਜ ਮਤਲਬ ਸ਼ੋਰ ਨਹੀਂ ਕਹਿ ਸਕਦੇ, ਮੈਨੂੰ ਇਹ ਲੱਗਦਾ ਕਿ ਇਟਸ ਇਨਬਿਲਟ ਇਨ ਬੋਰਨ ਆ। ਮਤਲਬ ਅਸੀਂ ਦੇਖਦੇ ਹਾਂ ਕਿ ਕਈ ਲੋਕਾਂ ਦੇ ਇੰਟਰਨਲੀ ਹੁੰਦਾ ਇਹ ਚੀਜ਼ਾਂ, ਮਤਲਬ ਉਹ ਸਿੱਖਦੇ ਨਹੀਂ, ਸਿਖਾਇਆ ਨਹੀਂ ਜਾ ਸਕਦਾ। ਕਈ ਬੜੇ ਸਿੱਖਦੇ ਨੇ, ਸਿਖਾਉਂਦੇ ਨੇ, ਪੜ੍ਹਦੇ ਨੇ, ਪਰ ਜਦੋਂ ਟਾਈਮ ਆਉਂਦਾ ਉਹਨਾਂ ਦੇ ਡਿਸੀਜ਼ਨਸ ਬੜੇ ਪੁੱਠੇ ਹੁੰਦੇ ਨੇ। ਮੈਂ ਦੇਖਿਆ ਜਦੋਂ ਇਹ ਜੇ ਸਿਸਟਮ, ਕਿਉਂਕਿ ਮੈਂ ਜੇ ਆਪਣੇ ਆਪ ਨੂੰ ਵੀ ਇੰਟਰੋਸਪੈਕਟ ਕਰਦੀ ਹਾਂ ਨਾ, ਤਾਂ ਮੈਂ ਆਪਣੇ ਆਪ ਨੂੰ ਜਦ ਦੇਖਦੀ ਹਾਂ ਵੈਨ ਆਈ ਵਾਜ਼ 15 years old, ਵੈਨ ਆਈ ਵਾਜ਼ 25 years old, 35 years old, ਤਾਂ ਮੈਂ ਹੌਲੀ ਇੱਧਰਲੇ ਪਾਥ ਨੂੰ ਗਰੋ ਹੋਈ ਹਾਂ। ਬਟ ਆਫਟਰ ਸਰਟਨ ਏਜ ਹੈ ਨਾ, ਉਹ ਮੈਂ 15 ਸਾਲ ਦੀ ਜੋ ਮੈਂ ਸੀਗੀ ਉਹਦੇ 'ਚ ਮੈਂ ਆਪਣੇ ਆਪ ਨੂੰ ਸਪਿਰਿਚੁਅਲ ਨਹੀਂ ਕਾਊਂਟ ਕਰਦੀ ਹੈਗੀ ਕਿ ਮੈਂ ਉਸ ਟਾਈਮ 'ਤੇ ਸਪਿਰਿਚੁਅਲ ਨਹੀਂ ਸੀਗੀ। ਪਰ ਹੋ ਸਕਦਾ ਕਿ ਅੰਦਰੋਂ ਕਿਸ ਲੈਵਲ 'ਤੇ ਹੋਵਾਂ, ਬਟ ਮੈਂ ਉਸ ਲੈਵਲ 'ਤੇ ਨਹੀਂ ਸੀ ਜਿੱਥੇ ਮੈਂ ਕਹਿ ਸਕਾਂ ਕਿ ਹਾਂ ਮੈਂ ਸਪਿਰਿਚੁਅਲ ਆਪਣੇ ਆਪ ਨੂੰ ਚੇਂਜ ਕੀਤਾ ਜਾਂ ਆਪਣੇ ਆਪ ਨੂੰ ਸਪਿਰਿਚੁਅਲਿਟੀ ਵੱਲ ਲੈ ਕੇ ਗਈ ਹਾਂ। ਇਹ ਲੇਟਰ ਔਨ ਇਨ ਦਾ ਲਾਈਫ ਇੰਟਰੋਡਿਊਸ ਹੋਈ ਹੈ, ਮੇਰੀ ਲਾਈਫ 'ਤੇ ਲੇਟਰ ਔਨ ਇੰਟਰੋਡਿਊਸ ਹੋਈ ਹੈ ਇਹ। ਹਾਂ, ਅਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦੇ ਨਾਲ ਇਨਬੋਰਨ ਹੁੰਦਾ ਇਸ ਚੀਜ਼ ਦੇ ਨਾਲ। ਮਾਹੌਲ ਦਾ ਫਰਕ ਹੁੰਦਾ ਹੈ, ਤੁਹਾਨੂੰ ਪੇਰੈਂਟਿੰਗ ਕਿੱਦਾਂ ਦੀ ਮਿਲੀ ਹੈ, ਤੁਹਾਡੇ ਆਸ-ਪਾਸ ਦੇ ਲੋਕ ਤੁਹਾਨੂੰ ਕਿੱਦਾਂ ਦੇ ਮਿਲੇ ਨੇ, ਉਹ ਚੀਜ਼ਾਂ ਇੰਪੈਕਟ ਕਰਦੀਆਂ ਨੇ ਬਹੁਤ ਜ਼ਿਆਦਾ ਇਹ ਚੀਜ਼ ਨੂੰ ਲੈ ਕੇ। ਬੋਰਨ ਵਾਲਾ ਮੇਰੇ ਕੋਲ ਕੋਈ ਐਗਜ਼ਾਮਪਲ ਹੈ ਨਹੀਂ ਇਸ ਟਾਈਪ ਦਾ। ਇਹਦੇ 'ਚ ਤੁਸੀਂ ਕਦੀ ਕੋਈ ਕੋਰਸ ਸੁਣਿਆ ਓਨੈਸਟੀ ਦਾ ਅੱਜ ਤੱਕ, ਸਕੂਲ ਕਾਲਜ, ਜਿੱਥੇ ਤੁਹਾਨੂੰ ਕਿਹਾ ਗਿਆ ਕਿ ਅੱਜ ਤੁਹਾਨੂੰ ਓਨੈਸਟੀ ਸਿਖਾਈਏ? ਮੋਰਲ ਸਾਇੰਸ ਹੁੰਦੀ ਸੀ ਨਾ ਆਪਾਂ ਨੂੰ, ਨਹੀਂ ਉਹੀ ਤਾਂ ਮੋਰਲ ਸਾਇੰਸ ਤਾਂ ਮੋਰੈਲਿਟੀ ਤੇ ਸੀਗੀ, ਤੇ ਪਰ ਓਵਰਆਲ ਸੋਚਿਆ ਜਾਵੇ ਕਿ ਆਪਾਂ ਅੱਜ ਇਕੋਨੋਮਿਕਸ ਪੜ੍ਹ ਰਹੇ ਹਾਂ, ਆਪਾਂ ਜਿਓਗ੍ਰਾਫੀ ਪੜ੍ਹ ਰਹੇ ਹਾਂ, ਆਪਾਂ ਕਿਤੇ ਵੀ ਇਸ ਚੀਜ਼ ਨੂੰ ਨਹੀਂ ਪੜ੍ਹਾਇਆ ਜਾਂਦਾ ਕਿ ਕੋਰਸ ਔਨ ਓਨੈਸਟੀ, ਕਿ ਅੱਜ ਤੁਹਾਨੂੰ ਓਨੈਸਟ ਬਣਾਈਏ, ਤੁਸੀਂ ਬੇਈਮਾਨ ਲੋਕ ਹੋ, ਅੱਜ ਤੁਹਾਨੂੰ ਓਨੈਸਟ ਬਣਾਈਏ, ਤਾਂ ਅਸੀਂ ਕੋਰਸ ਕਰਵਾਉਂਦੇ ਹਾਂ ਤੁਹਾਨੂੰ। ਤਾਂ ਮੈਨੂੰ ਇਹ ਲੱਗਦਾ ਕਿ ਕੁਛ DNAs ਨੇ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਕਿ ਨੇਪਾਲੀ ਹਮੇਸ਼ਾ ਸਿਕਿਉਰਿਟੀ ਗਾਰਡਸ ਵਗੈਰਾ ਨੇਪਾਲੀ ਲੋਕ ਰੱਖਦੇ ਨੇ, ਤੇ ਉਹ ਹੈ ਨਾ ਗੋਰਖੇ ਰੱਖਦੇ ਨੇ ਲੋਕ, ਤੇ ਕਈ ਕਲਚਰ ਨੇ ਜਿਹੜੇ 'ਚ ਕਲਚਰਲੀ ਆਪਾਂ ਕਹਿ ਦਿੰਦੇ ਯਾਰ ਇਹ ਬੰਦੇ ਬੜੇ ਸਿੱਧੇ ਜਿਹੇ ਨੇ, ਇਹ ਬੰਦੇ ਇਮਾਨਦਾਰ। ਮੈਂ ਆਪਾਂ ਉਹਦਾ ਮਜ਼ਾਕ ਉਡਾਉਂਦਾ, ਪਠਾਣਾ ਦਾ ਮਜ਼ਾਕ ਉਡਾਉਂਦਾ ਕਿ ਪਠਾਣੀ ਲੋਕ ਨੇ ਹੈ ਨਾ, ਇਹ ਬੜੇ ਸਿੱਧੇ ਜਿਹੇ ਨੇ, ਮਤਲਬ ਜੋ ਮੂੰਹ 'ਚ ਹੈਗਾ ਉਹੀ ਇਹਨਾਂ ਦੇ ਮੂੰਹ ਉਹ 'ਤੇ ਆ, ਇਹਨਾਂ ਨੂੰ ਬਾਹਲੀ ਚੋਪੜ ਕੇ ਜੇ ਗੱਲਾਂ ਨਹੀਂ ਕਰਨੀਆਂ ਆਉਂਦੀਆਂ। ਤੇ ਐਂ ਜੱਟਾਂ ਨੂੰ ਵੀ ਕਹਿ ਦਿੰਦੇ ਨੇ, ਜੱਟਾਂ ਨੂੰ ਵੀ ਕਹਿ ਦਿੰਦੇ ਨੇ ਕਿ ਭਾਈ ਇਹ ਮਾਲਵੇ ਵਾਲੇ ਹਾਂ ਸਾਡਾ ਕਹਿੰਦੇ ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ ਹੈ। ਤਾਂ ਉਹ ਗੱਲ ਉੱਥੇ ਹੀ ਆਉਂਦੀ ਹੈ ਕਿ ਅਸੀਂ, ਸਾਡੇ ਕੋਲ ਮੁਖੌਟੇ ਨਹੀਂ ਹੈਗੇ, ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ, ਸਾਡਾ ਤਾਂ ਜੋ ਅੰਦਰ ਅਸੀਂ ਉਹੀ ਬਾਹਰ ਆ, ਭੜਕਦੇ ਨੇ ਬੋਲਦੇ ਨਹੀਂ ਤੁਹਾਡੇ ਸਾਹਮਣੇ। ਤੇ ਇਹ ਜਿਹੜੀ ਮੈਨੂੰ ਇਹ ਲੱਗ ਰਿਹਾ ਕਿ ਇਹ DNA ਦੇ ਵਿੱਚ ਨੇ, ਤੇ ਹੌਲੀ ਹੌਲੀ ਤੁਹਾਡੇ ਤੇ ਇੰਪੈਕਟ ਪਿਆ ਹੁੰਦਾ ਜਿੱਥੇ ਤੁਸੀਂ ਬੋਰਨ ਹੁੰਦੇ ਹੋ ਉਸ ਜ਼ੂ ਦਾ। ਤਾਂ ਤੁਸੀਂ ਸਲੋਲੀ ਉਸ ਜ਼ੂ ਨੂੰ ਕੋਈ ਚੈਲੰਜ ਕਰਦਾ, ਕੋਈ ਚੈਲੰਜ ਨਹੀਂ ਕਰਦਾ। ਤਾਂ ਜਿਹੜਾ ਚੈਲੰਜ ਕਰਦਾ ਮੈਨੂੰ ਲੱਗਦਾ ਉਹ ਸਪਿਰਿਚੁਅਲ ਆ, ਕਿਉਂਕਿ ਇਹ ਇੰਟਰਨਲ ਆ, ਇਹ DNA 'ਚ ਆ, ਤਾਂ ਹੀ ਉਹ ਚੈਲੰਜ ਕਰ ਰਿਹਾ। ਉਹਦਾ ਐਕਸਪੋਜਰ ਤਾਂ ਉਹ ਰਹੀ ਹੀ ਨਹੀਂ। ਇੱਕ ਛੋਟੇ ਬੱਚੇ ਨੂੰ ਪਸੰਦ ਨਾ ਆਵੇ, ਇਨਜਸਟਿਸ ਨਾ ਪਸੰਦ ਆਵੇ, ਮੈਂ ਦੇਖਿਆ ਬੜੇ ਬੱਚਿਆਂ ਨੂੰ ਇਨਜਸਟਿਸ ਨਹੀਂ ਪਸੰਦ ਆਉਂਦਾ, ਮਤਲਬ ਉਹ ਜਸਟਿਸ ਵੱਲ ਨੂੰ ਜਾਂਦੇ ਨੇ, ਤਾਂ ਉਹਨਾਂ ਨੂੰ ਕਿਸੇ ਨੂੰ ਜਸਟਿਸ ਨਹੀਂ ਸਿਖਾਇਆ ਗਿਆ। ਕਈ ਜਾਣੇ ਝੂਠ ਬੋਲਣਾ, ਉਹਨਾਂ ਨੂੰ ਫਲੋ ਆ ਉਹਨਾਂ ਕੋਲ ਝੂਠ ਬੋਲਣ ਦਾ, ਕਈਆਂ ਦੇ ਅੰਦਰ ਫਲੋ ਹੀ ਨਹੀਂ ਹੈਗਾ ਝੂਠ ਬੋਲਣ ਦਾ। ਮਤਲਬ ਉਹ ਝੂਠ ਬੋਲਣ ਵੇਲੇ ਅੰਦਰੋਂ ਕੋਈ ਆਵਾਜ਼ ਆਊਗੀ, ਉਹਨੂੰ ਰੋਕੂਗੀ, ਉਹਨਾਂ ਨੂੰ ਅੰਦਰ ਦਿਲ ਘਬਰਾਊਗਾ, ਝੂਠ ਹੀ ਨਹੀਂ ਬੋਲਿਆ ਜਾ ਰਿਹਾ ਉਸ ਤੋਂ। ਤੇ ਕਈਆਂ ਦੇ ਅੰਦਰ ਬੜਾ ਅੱਛਾ ਫਲੋ ਆ, ਇਹ ਪੜਕਦੇ ਨੇ, ਝੂਠ ਬੋਲਦੇ ਨੇ। ਤਾਂ ਮੈਨੂੰ ਲੱਗ ਰਿਹਾ ਕਿ ਇਹ ਚੀਜ਼ਾਂ ਤੁਹਾਨੂੰ ਕੋਈ ਟ੍ਰੇਨਿੰਗ ਦੇਣੀ ਬੜੀ ਔਖੀ ਆ, ਕਿਉਂਕਿ ਤੁਹਾਡੇ ਇੰਟਰਨਲ ਕਨਫਲਿਕਟ ਦੀ ਟ੍ਰੇਨਿੰਗ ਬਾਹਰਲਾ ਬੰਦਾ ਕਿਵੇਂ ਦੇ ਸਕਦਾ। ਤਾਂ ਇਸ ਟਾਈਪ ਨਾਲ ਮੈਨੂੰ ਲੱਗ ਰਿਹਾ ਕਿ, ਤੇ ਮੈਂ ਹੋਰ ਇੱਕ ਦੂਜੇ ਸੰਦਰਭ 'ਚ ਇਹ ਕਹੂੰਗਾ ਕਿ ਇਹ ਕੈਪੀਟਲ ਆ ਜਿਹੜੀ ਕੈਪੀਟਲ ਤੁਹਾਡੀ ਬਾਕੀ ਸਾਰੀ ਕੈਪੀਟਲਸ ਨੂੰ ਕੰਟਰੋਲ 'ਚ ਰੱਖਦੀ ਆ। ਜਿਵੇਂ ਹੀ ਤੁਸੀਂ ਸਪਿਰਿਚੁਅਲ ਕੈਪੀਟਲ ਤੋਂ ਬਾਹਰ ਜਾਂਦੇ ਹੋ, ਤੁਹਾਡੀ ਬਾਕੀ ਕੈਪੀਟਲਸ ਦੀ ਐਸੀ ਤੈਸੀ ਫਿਰ ਜਾਂਦੀ ਆ, ਕਿਉਂਕਿ ਇਹੀ ਕੈਪੀਟਲ ਤੁਹਾਨੂੰ ਇੰਟੈਲੈਕਚੁਅਲ ਵੱਲ ਲੈ ਕੇ ਜਾਊ, ਇਹੀ ਐਕਸਪੀਰੀਅੰਸ, ਅੱਛੇ ਐਕਸਪੀਰੀਅੰਸ ਵੱਲ ਲੈ ਕੇ ਜਾਊ ਤੁਹਾਨੂੰ। ਇਹ ਇੱਕ ਰੂਟ ਉਹ ਆ, ਟੌਪ ਆ, ਬਿਲਕੁਲ ਇੰਜਨ ਆ, ਸਵਿਚ ਆ। ਤਾਂ ਇਹੀ ਤੁਹਾਨੂੰ ਦੱਸੂਗੀ ਕਿ ਵਟ ਇਜ਼ ਇਨਫ ਕਿੰਨਾ ਹੁੰਦਾ, ਠੀਕ ਆ। ਇਹ ਦੱਸੂਗੀ ਕਿ ਉਹ ਜਾਨਵਰਾਂ ਦੀ ਵੀ ਜ਼ਮੀਨ ਆ ਇਹ, ਠੀਕ ਆ, ਤੇਰੇ ਇਕੱਲੇ ਦੀ ਨਹੀਂ ਹੈਗੀ ਹੈ। ਇਹ ਤੁਹਾਨੂੰ ਹਰ ਕੋਈ ਵੀ ਲਗਾ ਲਓ ਕਹੂਗੀ, ਮਟੀਰੀਅਲਿਜ਼ਮ ਤੋਂ ਬਾਹਰ ਕੱਢੂਗੀ ਤੁਹਾਨੂੰ ਇਹੀ ਕੈਪੀਟਲ ਹੈ। ਇਹ ਕੈਪੀਟਲ ਤੁਹਾਨੂੰ
ਇਸ ਤਾਈਓ ਮੈਨੂੰ ਲੱਗ ਰਿਹਾ ਕਿ ਟੌਪ ਆਫ ਦ ਲਾਈਨ ਜਦੋਂ ਤੁਸੀਂ ਉਹ ਕਿਹੜੀ ਹੁੰਦੀ ਆ ਇੱਕ ਥਿਊਰੀ ਵਗੈਰਾ ਵੀ ਹੈਗੀ ਨਾ ਕਿਹੜੀ ਆ ਉਹ ਹਾਂ ਪਿਰਾਮਿਡ ਜਿਹਾ ਹੈਗਾ ਜਣ ਹਾਂ ਮੈਸੁਲ ਨਾ ਤਾਈਓ ਕਹਿੰਦੇ ਸੀ ਨਾ ਕਿ ਉਹ ਫਿਰ ਮੈਸੁਲ ਤਾਂ ਸਭ ਤੋਂ ਟੌਪ ਤੇ ਜਾ ਕੇ ਸਪਿਰਿਚੁਅਲਿਟੀ ਆਉਂਦੀ ਉਹਦੇ 'ਚ ਵੀ ਕਿ ਉਹ ਲੋਕ ਰਾਜਾ ਕਹਿੰਦੇ ਫਿਰ ਰਾਜਾ ਭੱਜਿਆ ਜਾਂਦਾ ਕਹਿੰਦੇ ਜੰਗਲ 'ਚ ਆਪਣੇ ਗੁਰੂ ਕੋਲ ਕਿ ਭਾਈ ਰਾਜੇ ਨੂੰ ਸਮਝ ਨਹੀਂ ਆ ਰਿਹਾ ਹੋ ਕੀ ਰਿਹਾ ਤੇ ਗੁਰੂ ਕਹਿੰਦਾ ਅੱਛਾ ਤੂੰ ਆ ਤੇਰੀ ਆਹ ਪ੍ਰੋਬਲਮ ਆ ਨਾ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਲੱਗੀ ਤੇਰੀ ਆਹ ਪ੍ਰੋਬਲਮ ਆ ਤਾਂ ਉਸਨੇ ਉਹ ਬੰਦਾ ਕਦੀ ਵੀ ਰਾਜਾ ਬਣ ਸਕਦਾ ਸੀਗਾ ਕਿਉਂਕਿ ਉਸਦੇ ਅੰਦਰੋਂ ਸਪਿਰਿਚੁਅਲਿਟੀ ਉਹਦੀ ਸਪਿਰਿਟ ਨੇ ਰੋਕਿਆ ਕਿ ਨਾ ਇਹ ਇਨਜਸਟਿਸ ਨਹੀਂ ਕਰਨਾ ਕਾਕਾ ਤੂੰ ਠੀਕ ਆ ਤਾਂ ਉਸਨੇ ਅਗਲਾ ਪਾਥ ਲੈ ਲਿਆ ਉਸ ਤੋਂ ਇੰਪਰੂਵ ਹੋ ਗਿਆ ਤਾਈਓ ਲਾਰਡ ਬੁੱਧ ਸੀਗਾ ਬੁੱਧ ਇੰਪਰੂਵ ਹੀ ਇਹਦੇ ਕਰਕੇ ਹੋਇਆ ਕਿਉਂਕਿ ਉਸ ਨੂੰ ਸਪਿਰਿਚੁਅਲ ਉਹਨੂੰ ਅੰਦਰੋਂ ਤੰਗ ਹੋ ਰਿਹਾ ਸੀ ਬੁੱਧ ਅੰਦਰੋਂ ਤੰਗੀ ਆ ਰਹੀ ਸੀਗੀ ਤੇ ਇਹ ਮਤਲਬ ਇਟਸ ਬਿਯੋਂਡ ਕਿੰਗ ਇਹ ਰਾਜੇ ਤੋਂ ਅੱਗੇ ਆ ਤਾਂ ਜਿਹੜਾ ਰਾਜਾ ਸੀਗਾ ਉਹ ਰਾਜੇ ਨੂੰ ਇਹ ਨਹੀਂ ਬੋਲ ਨਹੀਂ ਮੈਂ ਕਿਹਾ ਰਾਜੇ ਜਿਹੜੇ ਰਾਜ ਕਰਦੇ ਨੇ ਨਾ ਉਹਨਾਂ ਨੂੰ ਸਪਿਰਿਚੁਅਲ ਲੋਕਾਂ ਤੇ ਨਾਰਮਲ ਲੋਕਾਂ ਦੇ ਵਿੱਚ ਇੱਕ ਬੈਰੀਅਰ ਬਣਾਉਣ 'ਚ ਬੜਾ ਮਜ਼ਾ ਆਉਂਦਾ ਉਹ ਮਜ਼ਾ ਨਹੀਂ ਮਤਲਬ ਉਹਨਾਂ ਵਾਸਤੇ ਇੱਕ ਹੈਡੇਕ ਆ ਸਪਿਰਿਚੁਅਲਿਟੀ ਵਾਲੇ ਲੋਕ ਉਹ ਚਾਹੁੰਦੇ ਨੇ ਕਿ ਇਹ ਲੋਕ ਥੱਲੇ ਤੱਕ ਇਹਨਾਂ ਦੀ ਗੱਲਾਂ ਨਾ ਮੇਰੇ ਤੱਕ ਪਹੁੰਚਣ ਥੱਲੇ ਤੱਕ ਨਾ ਪਹੁੰਚਣ ਤਾਂ ਕਿ ਮੈਂ ਜਰਨਲ ਲੋਕਾਂ ਤੋਂ ਅਹੈਡ ਰਹਾਂ ਤੇ ਇਹ ਗੱਲਾਂ ਇਹ ਲੋਕ ਨਾ ਸੁਣਨ ਕਿ ਨਹੀਂ ਤਾਂ ਉਹ ਮੈਨੂੰ ਕੱਟ ਲੈਣਗੇ ਮੇਰਾ ਰਾਜ ਖਤਮ ਹੋ ਜਾਊਗਾ ਤਾਂ ਉਹ ਇਹਨਾਂ ਤੋਂ ਸਪਿਰਿਚੁਅਲਿਟੀ ਕੈਪੀਟਲ ਛੱਡ ਕੇ ਬਾਕੀ 7 ਫਾਰਮਸ ਦੀ ਕੈਪੀਟਲ ਤੇ ਕੰਮ ਕਰਦਾ ਰਾਜਾ ਸਿਰਫ ਸਪਿਰਿਚੁਅਲਿਟੀ ਇਹਦੇ ਸਪਿਰਿਚੁਅਲਿਟੀ ਤੇ ਨਹੀਂ ਕੰਮ ਕਰਦਾ ਉਹ ਡਰਦਾ ਉਲਟਾ ਇਸ ਤੋਂ ਰਾਜਾ ਤਾਂ ਸਾਰੇ ਪੋਲੀਟੀਸ਼ੀਅਨਸ ਕਨੈਕਸ਼ਨਸ ਬਣਾਉਂਦੇ ਨੇ ਸੋਸ਼ਲ ਕੈਪੀਟਲ ਦੇ ਇਨਵੈਸਟ ਕਰਦੇ ਨੇ ਕਲਚਰ ਬਣਾਉਂਦੇ ਨੇ ਕਲਚਰ ਤੇ ਇੰਸਪੈਕਟ ਕਰਦੇ ਨੇ ਐਕਸਪੀਰੀਅੰਸ ਵਾਲੇ ਲੋਕਾਂ ਨੂੰ ਬੁੜਿਆਂ ਨੂੰ ਬਿਠਾਉਂਦੇ ਨੇ ਗਵਰਨਰ ਬਣਾਉਂਦੇ ਨੇ ਬੁੜੇ ਪੋਲੀਟੀਸ਼ੀਅਨਾਂ ਨੂੰ ਗਵਰਨਰ ਬਣਾਇਆ ਜਾਂਦਾ ਹਰ ਕੈਪੀਟਲ ਨੂੰ ਵਰਤਣਗੇ ਸਿਰਫ ਸਪਿਰਿਚੁਅਲ ਕੈਪੀਟਲ ਤੋਂ ਆਪਣੇ ਆਪ ਨੂੰ ਅੱਡ ਰੱਖਣਗੇ ਤੇ ਤੋਂ ਡਰ ਕੇ ਚੱਲਣਗੇ ਹਮੇਸ਼ਾ ਤੇ ਉਹੀ ਕਹਿੰਦੇ ਕਿ ਤੁਹਾਡੀ ਲਾਈਫ ਦਾ ਹਰ ਐਕਸ਼ਨ ਜਿਹੜਾ ਹੁੰਦਾ ਹੈ ਉਹ ਇਹ ਤੋਂ ਡਿਰਾਈਵ ਹੁੰਦਾ ਹੈ ਤੁਹਾਡੀ ਇਹ ਵਾਲੀ ਕੈਪੀਟਲ ਸਪਿਰਿਚੁਅਲ ਕੈਪੀਟਲ ਤੋਂ ਡਰਾਈਵ ਹੁੰਦਾ ਹੈ ਨਾ ਤੁਸੀਂ ਛੋਟੇ ਤੋਂ ਛੋਟਾ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਐਕਸ਼ਨ ਲੈਂਦੇ ਹੋ ਜਿੱਥੇ ਤੁਹਾਨੂੰ ਡਿਸੀਜਨ ਮੇਕਿੰਗ ਕਰਨੀ ਹੁੰਦੀ ਹੈ ਸਾਰੀ ਡਿਸੀਜਨ ਮੇਕਿੰਗ ਤੁਹਾਡੀ ਇਹਦੇ ਥਰੂ ਹੀ ਹੁੰਦੀ ਹੈ ਸਪਿਰਿਚੁਅਲ ਕੈਪੀਟਲ ਦੇ ਥਰੂ ਹੁੰਦੀ ਹੈ ਹੈਨਾ ਤੇ ਆਪਾਂ ਜਦੋਂ ਇਹ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਬੰਦਾ ਹੈ ਵੀ ਉਹ ਜੋ ਇੰਟਰਨਲ ਹੈ ਉਹ ਤੋਂ ਬਿਯੋਂਡ ਨਹੀਂ ਜਾ ਸਕਦਾ ਕੁਛ ਵੀ ਤੇ ਤੁਸੀਂ ਦੇਖਦੇ ਹੋ ਤੁਹਾਡੇ ਨਾਲ ਕਿਸੇ ਨੇ ਮਾੜਾ ਕੀਤਾ ਕਿਸੇ ਨੇ ਚੰਗਾ ਕੀਤਾ ਕਰਕੇ ਤੁਸੀਂ ਉਹ ਬੰਦੇ ਨੂੰ ਕਿਵੇਂ ਆਂਕਦੇ ਹੋ ਤੁਸੀਂ ਕਹਿੰਦੇ ਹੋ ਕਿ ਜੋ ਬੰਦਾ ਹੈ ਉਹ ਤੋਂ ਬਿਯੋਂਡ ਤਾਂ ਜਾ ਹੀ ਨਹੀਂ ਸਕਦਾ ਉਹ ਜਿੰਨੀ ਉਹਦੀ ਔਕਾਤ ਹੈ ਬਸ ਉਹੀ ਦਿਖਾਣੀ ਹੈ ਉਹਨੇ ਅਲਟੀਮੇਟਲੀ ਉਹ ਔਕਾਤ ਜੋ ਹੁੰਦੀ ਹੈ ਉਹ ਸਪਿਰਿਟ ਹੀ ਹੁੰਦੀ ਹੈ ਵੀ ਤੁਸੀਂ ਅੰਦਰੋਂ ਆਪਣੇ ਬਾਰੇ ਕੀ ਸੋਚਦੇ ਹੋ ਤੁਸੀਂ ਕਿੱਦਾਂ ਦਾ ਬਣਨਾ ਚਾਹੁੰਦੇ ਹੋ ਨਾ ਤੁਹਾਡੇ ਕੀ ਮੋਰਲਸ ਨੇ ਲਾਈਫ ਦੇ ਇਹ ਸਾਰੀਆਂ ਚੀਜ਼ਾਂ ਆਪਣੇ ਸਪਿਰਿਚੁਅਲ ਕੈਪੀਟਲ ਦੇ ਵਿੱਚ ਆ ਜਾਂਦੀਆਂ ਨੇ ਆਈ ਥਿੰਕ ਦਿਸ ਇਜ਼ ਵਨ ਆਫ ਦੀ ਮੋਸਟ ਇੰਪੋਰਟੈਂਟ ਵਨ ਡਿਸਿਪਲਿਨ ਆ ਨਾ ਜਿਹੜਾ ਡਿਸਿਪਲਿਨ ਵਰਡ ਯੂਜ਼ ਕੀਤਾ ਗਿਆ ਉਹ ਸਪਿਰਿਚੁਅਲ ਕੈਪੀਟਲ ਨੂੰ ਕਰਬ ਕਰਨ ਵਾਸਤੇ ਕੀਤਾ ਗਿਆ ਹਾਈਲੀ ਸਪਿਰਿਟਡ ਬੰਦੇ ਨੂੰ ਕੋਈ ਡਿਸਿਪਲਿਨ ਦੀ ਲੋੜ ਨਹੀਂ ਉਹ ਪੈਸ਼ਨੇਟ ਹੋ ਕੇ ਉਹ ਕਰ ਲੂਗਾ ਜਿਹੜਾ ਬੰਦਾ ਸਪਿਰਿਚੁਅਲ ਆ ਨਾ ਉਹਨੂੰ ਨੀਂਦ ਨਹੀਂ ਆਊਗੀ ਜਦੋਂ ਤੱਕ ਉਹ ਕਰੂਗਾ ਨਹੀਂ ਉਹ ਮਤਲਬ ਡਿਸਿਪਲਿਨ ਮੀਨਸ ਕਿ ਗੋਇੰਗ ਅਗੇਂਸਟ ਯੂਅਰ ਸਪਿਰਿਟ ਤੇਰਾ ਦਿਲ ਕੁਛ ਕਰ ਰਿਹਾ ਤੈਨੂੰ ਪਰ ਕਰਨਾ ਕੁਛ ਹੋਰ ਆ ਤਾਂ ਤੂੰ ਡਿਸਿਪਲਿਨ ਹੋ ਤੂੰ ਡਿਸਿਪਲਿਨ ਲੈ ਕੇ ਆ ਤਾਂ ਜਿਹੜਾ ਇਹ ਸਪਿਰਿਚੁਅਲ ਕੈਪੀਟਲ ਆ ਇਹ ਇੰਟਰਨਲੀ ਤੁਹਾਡੇ ਦਿਲ 'ਚ ਆ ਕਹਿੰਦੇ ਨੇ ਜੀਲੇ ਦਿਲ ਸੇ ਜੀਲੇ ਉਹ ਸਾਰੀ ਸਪਿਰਿਚੁਅਲ ਕੈਪੀਟਲ ਹੀ ਆ ਜਾਂਦੀ ਆ ਖੁੱਲ ਕੇ ਜੀਣਾ ਫ੍ਰੀ ਲਿਵਿੰਗ ਜਿਹਨੂੰ ਆਪਾਂ ਕਹਿੰਦੇ ਆ ਵਿਦਆਊਟ ਐਨੀ ਕਨਫਲਿਕਟ ਹੈ ਨਾ ਇਹ ਯੋਗਾ 'ਚ ਵੀ ਕਿਸੇ ਲੈਵਲ ਤੇ ਮੈਡੀਟੇਸ਼ਨ ਦੇ ਥਰੂ ਇਹ ਸਭ ਚੀਜ਼ਾਂ ਹੀ ਸਿਖਾਈਆਂ ਜਾਂਦੀਆਂ ਨੇ ਤੇ ਵੀ ਤੁਸੀਂ ਆਪਣੇ ਦਿਲ ਨੂੰ ਦਿਮਾਗ ਨੂੰ ਤੇ ਐਕਸ਼ਨਸ ਨੂੰ ਇੱਕ ਲਾਈਨ 'ਚ ਲੈ ਕੇ ਆਓ ਜਦੋਂ ਇਹ ਤਿੰਨੋਂ ਚੀਜ਼ਾਂ ਅਲੱਗ-ਅਲੱਗ ਲਾਈਨ 'ਚ ਚੱਲ ਰਹੀਆਂ ਹੋਣਗੀਆਂ ਉਦੋਂ ਤੱਕ ਤੁਹਾਨੂੰ ਚੈਨ ਨਹੀਂ ਆਉਣਾ ਹੈਗਾ ਹੈਨਾ ਚਲੋ ਵੈਰੀ ਨਾਈਸ ਜੋ ਤੁਸੀਂ ਬਸ ਮੇਨ ਤਾਂ ਹੈਗਾ ਕਿ ਜੋ ਤੁਸੀਂ ਬਾਹਰੋਂ ਅੰਦਰੋਂ ਜੋ ਆਪਣੇ ਵਾਸਤੇ ਉਹੀ ਪਰਿਵਾਰ ਵਾਸਤੇ ਸੋਚੋ ਉਹੀ ਸਮਾਜ ਵਾਸਤੇ ਸੋਚੋ ਜੇ ਕੋਈ ਸਮਾਜ 'ਚ ਤੁਸੀਂ ਐਕਸ਼ਨ ਲੈ ਰਹੇ ਹੋ ਪਹਿਲਾਂ ਆਪਣੇ ਅੰਦਰ ਕੁਐਸਚਨ ਕਰੋ ਕਿ ਤੂੰ ਉਹਦੇ ਥਾਂ ਤੇ ਖੜਾ ਹੋਵੇ ਤਾਂ ਤੂੰ ਇਹ ਸਟੈਪ ਲਏਗਾ ਤੇ ਮਤਲਬ ਤੁਹਾਡੇ ਤਿੰਨੋਂ ਡਿਸੀਜਨ ਸੇਮ ਹੋਣੇ ਚਾਹੀਦੇ ਨੇ ਸਿੰਪਲ ਆ ਇੰਟੀਗ੍ਰਿਟੀ ਜਿਹਨੂੰ ਕਹਿੰਦੇ ਨੇ ਇੰਟੈਗ੍ਰਿਟੀ ਕਹਿੰਦੇ ਨੇ ਕਿ ਇੰਟੈਗ੍ਰਿਟੀ ਦੇ ਨਾਲ ਜਿਉਣਾ ਵੀ ਭਾਵੇਂ ਤੁਸੀਂ ਇਕੱਲੇ ਹੁੰਦੇ ਹੋਏ ਵੀ ਤੁਸੀਂ ਜਿਹੜੇ ਫੈਸਲੇ ਕਰਨੇ ਨੇ ਸਹੀ ਫੈਸਲੇ ਕਰਨੇ ਨੇ ਹਨਾ ਉਹ ਫਾਇਦੇ ਨੁਕਸਾਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਵੀ ਸਹੀ ਗੱਲ
ਨਹੀਂ ਸਹੀ ਗਲਤ ਕੁਝ ਨਹੀਂ ਹੈਗਾ, ਉਹ ਫੈਸਲਾ ਕਰਨਾ ਜੋ ਤੁਸੀਂ ਆਪਣੇ ਆਪ ਨਾਲ ਕਰਨਾ। ਜੇ ਤੁਸੀਂ ਕਿਸੇ ਨੂੰ ਮਾਰ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮਾਰ ਸਕਦੇ ਹੋ ਉਸ ਸਿਚੁਏਸ਼ਨ ਦੇ ਵਿੱਚ, ਠੀਕ ਹੈ ਨਾ। ਹਾਂ, ਮਤਲਬ ਉਸ ਸਿਚੁਏਸ਼ਨ 'ਚ ਤਾਂ ਇਹ ਕੋਈ ਸਹੀ ਗਲਤ ਨਹੀਂ ਹੈਗਾ। ਸਹੀ ਗਲਤ ਦੀ ਡੈਫੀਨੇਸ਼ਨ ਤਾਂ ਹਰ ਸਮਾਜ ਦੀ, ਹਰ ਜਗ੍ਹਾ ਦੀ ਅਲੱਗ-ਅਲੱਗ ਆ, ਸਿਚੁਏਸ਼ਨ ਦੀ ਅਲੱਗ-ਅਲੱਗ ਆ। ਇਹ ਹੈਗਾ ਕਿ ਮੈਂ ਜੋ ਇਸ ਟਾਈਮ ਉਸ ਬੰਦੇ ਨਾਲ ਕਰ ਰਿਹਾ, ਕਿ ਮੈਂ ਆਪਣੇ ਆਪ ਨਾਲ, ਮੈਂ ਆਪਣੇ ਪਰਿਵਾਰ ਨਾਲ ਕਰ ਸਕਦਾ, ਕਿ ਮੈਂ ਆਪਣੇ ਆਪ ਨਾਲ ਕਰ ਸਕਦਾ, ਬਸ। ਓਕੇ, ਗ੍ਰੇਟ। ਤੇ ਫਿਰ ਆਪਾਂ ਪਹੁੰਚ ਗਏ ਹੁਣ ਲਾਸਟ ਵਾਲੀ ਕੈਪੀਟਲ 'ਚ, ਕਲਚਰਲ ਕੈਪੀਟਲ, ਜਿਹੜੇ ਕਿ ਤੁਹਾਡਾ ਇੱਕ ਤਾਂ ਸੋਸ਼ਲ ਹੁੰਦੀ ਹੈ, ਤੁਹਾਡਾ ਆਸ-ਪਾਸ ਸਮਾਜ ਹੁੰਦਾ, ਇੱਕ ਕਲਚਰ ਹੁੰਦਾ ਹੈ। ਕਲਚਰ ਆਈ ਥਿੰਕ ਇੱਕ ਵੱਡਾ ਲੈਵਲ ਹੁੰਦਾ ਸੋਸ਼ਲ ਕੈਪੀਟਲ ਦਾ, ਜਿਸ 'ਚ ਕਿ ਤੁਹਾਨੂੰ ਕਿਸ ਕਲਚਰ 'ਚ ਤੁਸੀਂ ਗਰੋ ਹੋਏ ਹੋ, ਹੈ ਨਾ, ਜੋ ਕਿ ਸਦੀਆਂ ਤੋਂ ਚੱਲਿਆ ਆ ਰਿਹਾ ਇੱਕ ਟਾਈਪ ਦਾ ਕਲਚਰ, ਹੈ ਨਾ। ਜਿਵੇਂ ਆਪਾਂ ਤੂੰ ਕਹਿ ਰਿਹਾ ਸੀਗਾ ਕਿ ਚੀਨੀ ਜਿਹੜੇ ਹੁੰਦੇ ਨੇ, ਚਾਈਨੀਜ਼ ਹੁੰਦੇ ਨੇ, ਕੀੜੇ ਕੂੜੇ ਖਾ ਲੈਂਦੇ ਨੇ, ਆਪਾਂ ਨਹੀਂ ਸੋਚ ਵੀ ਨਹੀਂ ਸਕਦੇ ਇਹ ਚੀਜ਼ ਦੇ ਬਾਰੇ। ਇਹ ਕਿਉਂ ਨਹੀਂ ਸੋਚ ਸਕਦੇ? ਕਿਉਂਕਿ ਆਪਣਾ ਕਲਚਰ ਉਸ ਤਰੀਕੇ ਨਾਲ ਡਰਿਵਨ ਹੈ ਕਿ ਆਪਾਂ ਕਦੇ ਵੀ ਇਸ ਚੀਜ਼ ਦੇ ਬਾਰੇ ਸੋਚਿਆ ਹੀ ਨਹੀਂ, ਆਪਾਂ ਨੂੰ ਦੱਸਿਆ ਹੀ ਨਹੀਂ ਗਿਆ ਹੈਗਾ। ਤੇ ਇਹ ਵੀ ਇੱਕ ਇੰਪੋਰਟੈਂਟ ਕੈਪੀਟਲ ਹੈ ਕਿ ਤੁਸੀਂ ਨਾ ਅਨਨੋਇੰਗਲੀ ਇਹ ਕੈਪੀਟਲ ਤੁਹਾਡੇ ਨਾਲ ਹੁੰਦੀ ਹੈ, ਤੁਸੀਂ ਇਹ ਨੋਟ ਹੀ ਨਹੀਂ ਕਰਦੇ ਹੁੰਦੇ ਕਈ ਵਾਰ, ਪਰ ਤੁਸੀਂ ਇੱਕ ਪਰਟੀਕੂਲਰ ਕਲਚਰ ਨੂੰ ਬਿਲੋਂਗ ਕਰਦੇ ਹੋ। ਹੁਣ ਮੈਂ ਜਦੋਂ ਅਸੀਂ ਇੱਥੇ ਬਾਹਰ ਰਹਿੰਦੇ ਹਾਂ, ਸਾਨੂੰ ਕੋਈ ਇੱਥੇ ਸਰਦਾਰ ਜੀ ਦਿਖ ਜਾਣ, ਹੁਣ ਮੈਂ ਅੱਜ ਗਈ ਸੀਗੀ ਇੱਥੇ ਵਾਲਮਾਰਟ, ਹੈ ਨਾ, ਕੁਛ ਸਮਾਨ ਲੈਣ, ਉੱਥੇ ਮੈਂ ਜਦੋਂ ਕਿਸੇ ਨੂੰ ਹੈਲਪ ਲੈਣੀ ਹੈ, ਕਿਸੇ ਦੀ ਪੁੱਛਣਾ ਹੈ ਕੋਈ ਚੀਜ਼, ਮੈਂ ਉਹ ਲਈ ਹੋਈ ਹੈ, ਇੱਕ ਸੌ ਲਈ ਹੈ, ਹੈਂਡ ਸੌ ਬਾਏ ਕੀਤੀ ਹੈ, ਉਹਦਾ ਬਲੇਡ ਬਾਏ ਕਰਨਾ ਸੀ, ਮੈਨੂੰ ਇੰਨੀ ਨੌਲੇਜ ਨਹੀਂ ਟੈਕਨੀਕਲ ਨਾ, ਤਾਂ ਉਹ ਲੈਣ ਗਈ ਸੀ ਮੈਂ। ਤੇ ਮੈਂ ਜਦ ਲੱਭ ਰਹੀ ਸੀਗੀ, ਉੱਥੇ ਇੱਕ ਗੋਰਾ ਵੀ ਖੜਾ ਸੀ, ਇੱਕ ਹੈਲਪਰ, ਇੱਕ ਸਰਦਾਰ ਜੀ ਖੜੇ ਸੀ। ਬਾਏ ਡਿਫੋਲਟ ਮੈਂ ਸਰਦਾਰ ਜੀ ਕੋਲੇ ਪਹੁੰਚੀ, ਹੈ ਨਾ, ਪੁੱਛਣ ਵਾਸਤੇ, ਕਿਉਂਕਿ ਇੱਕ ਤੁਹਾਡੀ ਆਪਣਾ ਪੰਜਾ ਲੱਗਦਾ ਹੈ ਕਿ ਚਲੋ ਆਪਣਾ ਬੰਦਾ ਹੈ ਤਾਂ ਪੁੱਛ ਲੈਂਦੇ ਹਾਂ, ਹੈ ਨਾ, ਅਤੇ ਤੁਹਾਡਾ ਕਲਚਰ ਸੇਮ ਹੁੰਦਾ ਹੈ। ਅਤੇ ਬਹੁਤ ਸਾਰੇ ਤੁਹਾਡੇ ਲਾਈਫ ਦੇ ਡਿਸੀਜਨ ਇੱਦਾਂ ਦੇ ਹੀ ਹੁੰਦੇ ਨੇ ਵੀ ਜੋ ਤੁਹਾਡੇ ਕਲਚਰ ਦੇ ਥਰੂ ਡਰਾਈਵ ਹੁੰਦੇ ਨੇ। ਤੁਸੀਂ ਨੋਟ ਵੀ ਨਹੀਂ ਕਰਦੇ ਉਹ ਚੀਜ਼ਾਂ ਨੂੰ, ਪਰ ਅਨਕੌਂਸ਼ੀਅਸਲੀ ਤੁਸੀਂ ਉਹ ਚੀਜ਼ਾਂ ਦੇ ਉਹਦੇ ਅਕੋਰਡਿੰਗ ਲਿਵ ਕਰ ਜਾਂਦੇ ਹੋ। ਅਤੇ ਇਹ ਕੀ ਤੇਰਾ ਕਲਚਰਲ ਕੈਪੀਟਲ ਨੂੰ ਲੈ ਕੇ ਕੀ ਟਿੱਪਣੀ ਹੈ ਵੀ ਤੁਹਾਡੀ, ਦੱਸੋ। ਹਾਂ, ਜਿਹੜੀ ਕਲਚਰਲ ਕੈਪੀਟਲ ਇਕੱਲੀ ਉਹ ਕੈਪੀਟਲ ਆ ਜਿਹੜੀ ਕੋਲੈਕਟਿਵ ਆ। ਇਹਦੇ 'ਚ ਸੱਤੋਂ ਇੰਡੀਵਿਜੂਅਲ ਹੋ ਸਕਦੀਆਂ ਨੇ, ਪਰ ਕਲਚਰਲ ਕੈਪੀਟਲ ਇਜ਼ ਕੋਲੈਕਟਿਵ। ਤੁਸੀਂ ਇੰਡੀਵਿਜੂਅਲ ਨਹੀਂ ਹੋ ਸਕਦੇ ਇਹਦੇ 'ਚ। ਤੁਹਾਡਾ ਕਲਚਰ ਮੀਨਸ ਤੁਸੀਂ ਗਰੁੱਪ 'ਚੋਂ ਤਾਂ ਹੀ ਉਹ ਕਲਚਰ ਬਣੂਗਾ। ਤਾਂ ਇਹ ਇੱਕ ਕਲੈਕਟਿਵ ਨਾ, ਜਿਵੇਂ ਇੰਟਲੈਕਚੁਅਲ, ਐਕਸਪੀਰੀਐਂਸ਼ੀਅਲ, ਸਾਰੇ ਦੀ ਨਾ ਸਟੋਰੀਜ਼ ਨੇ, ਸਾਰਿਆਂ ਦੇ ਕਹਾਣੀਆਂ ਨੇ, ਕਿੱਸੇ ਕਹਾਣੀਆਂ, ਗਾਣੇ, ਫੋਕ ਸੌਂਗਸ। ਅਤੇ ਆਪਾਂ ਕਹਿੰਦੇ ਨੇ ਕਈਆਂ ਦਾ ਕਲਚਰ ਬੜਾ ਸਟਰੋਂਗ ਕਲਚਰ ਹੈ ਏਰੀਏ ਦਾ, ਤਾਂ ਉਹਨਾਂ ਦੇ ਪਹਿਨਾਵਾ ਕੀ ਸੀ, ਉਹਨਾਂ ਨੇ ਕੱਪੜੇ ਪਾਏ ਨੇ, ਉਹਦੇ ਉੱਤੇ ਡਿਜ਼ਾਈਨ ਕੀ ਆ। ਜਿਵੇਂ ਉਹ ਬੜੇ ਮਸ਼ਹੂਰ ਨੇ ਨਾ, ਉਹ ਜਿਹੜੇ ਮਹਾਰਾਸ਼ਟਰਾ ਦੇ ਉਹ ਆਦੀਵਾਸੀ ਜੇ ਨੇ, ਕੀ ਨਾਮ ਆ, ਬੜਾ ਪੇਂਟਿੰਗਸ ਹੁੰਦੀਆਂ ਨੇ ਉਹਨਾਂ ਦੀਆਂ, ਆਰਟ ਹੁੰਦੀ ਆ ਇੱਕ, ਜਿਹੜੇ ਉਹ ਹੱਥ 'ਚ ਫੜੇ ਹੁੰਦੇ ਨੇ ਉਹਨਾਂ ਨੇ ਸਾਰਿਆਂ ਨੇ, ਦਿਮਾਗ 'ਚੋਂ ਨਿਕਲ ਗਿਆ ਮੇਰੇ ਉਹ ਨਾਮ। ਅਤੇ ਇਸ ਟਾਈਪ ਦੇ ਤੁਸੀਂ ਅਲੱਗ-ਅਲੱਗ ਏਰੀਏਜ਼ 'ਚ ਜਾਵੋਗੇ, ਉਹਨਾਂ ਦੇ ਬਿਲਡਿੰਗਸ ਕਿਹੋ ਜਿਹੀਆਂ ਨੇ ਉੱਥੇ ਦੀਆਂ, ਉਹ ਫਿਰ ਬਿਲਡਿੰਗਸ ਕਿਉਂ ਬਣੀਆਂ ਨੇ ਵਹਿ ਜਿਹੀਆਂ ਹੈ। ਤਾਂ ਜੇ ਗੋਆ 'ਚ ਜਾਂਦੇ ਹੋ ਤਾਂ ਤੁਹਾਨੂੰ ਪੋਰਟੁਗੀਜ਼ ਦਾ ਹਜੇ ਵੀ ਟੱਚ ਦਿਖਦਾ, ਗੋਆ ਦੇ ਵਿੱਚ ਜਾਂਦੇ ਹੋ ਤੁਸੀਂ। ਅਤੇ ਉਹਨਾਂ ਦੇ ਕਲਰਸ ਕਿਹੋ ਜਿਹੇ ਨੇ, ਉੱਥੇ ਦੇ ਲੋਕ ਕਲਰਸ ਕਿਹੋ ਜਿਹੇ ਪਾਉਂਦੇ ਨੇ। ਇਹ ਇੱਕ ਇਹੋ ਜਿਹੀ ਕੈਪੀਟਲ ਸੀਗੀ ਜਿਹੜੀ ਕੈਪੀਟਲ ਤੁਹਾਨੂੰ ਬਾਏ ਰਾਈਟਿੰਗ ਨਹੀਂ ਆਈ, ਮਤਲਬ ਉਹ ਬਾਏ ਅੱਗੇ ਲੋਕਾਂ ਨੇ ਦੱਸੀ ਇੱਕ ਦੂਜੇ ਨੂੰ, ਦੇਖਾ ਦੇਖੀ ਅੱਗੇ ਚੱਲੀ ਜਾ ਰਿਹਾ, ਜਨਰੇਸ਼ਨ ਟੂ ਜਨਰੇਸ਼ਨ ਪਾਸ ਔਨ ਹੋਈ ਹੈ। ਹਾਂ, ਜਨਰੇਸ਼ਨ ਟੂ ਜਨਰੇਸ਼ਨ ਪਾਸ ਔਨ ਹੋਈ ਆ। ਅਤੇ ਬਹੁਤ ਇੰਪੋਰਟੈਂਟ ਕੈਪੀਟਲ ਆ, ਕਿਉਂਕਿ ਇਹ ਕੈਪੀਟਲ ਤੁਹਾਨੂੰ ਤੁਸੀਂ ਇਕੱਲੇ ਗਲਤ ਡਿਸੀਜ਼ਨ ਵੀ ਲੈ ਸਕਦੇ ਹੋ, ਇਹ ਕਲੈਕਟਿਵਲੀ ਸਰਵਾਈਵਲ ਦੀ ਵੀ ਨਿਸ਼ਾਨੀ ਆ ਕਿ ਤੁਸੀਂ ਇੱਥੇ ਤੱਕ ਪਹੁੰਚੇ ਹੋ। ਤਾਂ ਮੇ ਬੀ ਮੈਂ ਕੁਝ ਸੋਚੂੰ, ਤੁਸੀਂ ਕੁਛ ਸੋਚ ਰਹੇ ਹੋ, ਕੋਈ ਬੰਦਾ ਹੋਰ ਕੀ ਸੋਚ ਰਿਹਾ, ਪਰ ਕੰਮ ਕਿਸ ਨੇ ਕੀਤਾ, ਕਿਹੜੀ ਗੱਲ, ਕਿਸ ਚੀਜ਼, ਕਿਹੜੀ ਕੰਮ ਸੀ ਜਿਹਦੇ ਕਰਕੇ ਆਪਾਂ ਉਰੇ ਤੱਕ ਪਹੁੰਚ ਗਏ, ਅੱਗੇ ਆਪਾਂ ਐਕਸਟਿੰਕਟ ਨਹੀਂ ਹੋਏ। ਤਾਂ ਕਿਹੋ ਜਿਹੇ ਕੱਪੜੇ ਪਾਏ ਸੀ ਆਪਣੇ, ਆਪਾਂ ਕਿਵੇਂ, ਕਿ ਉਹ ਗਾਣਿਆਂ ਦੇ ਵਿੱਚ ਦੱਸਿਆ ਜਾਊਗਾ ਕਿ ਕੀ ਹੋਇਆ ਸੀ ਉਸ ਟਾਈਮ 'ਤੇ ਹੈ। ਅਤੇ ਜਿਵੇਂ ਆਪਣਾ ਮਿਰਜ਼ਾ ਗਾਣਾ ਹੈਗਾ ਜਾਂ ਮਿਰਜ਼ਾ ਆਪਣਾ ਪੁਰਾਣਾ ਫੋਕ ਸੌਂਗ ਨੇ, ਬੋਲੀਆਂ ਨੇ, ਕੋਈ ਫੋਕ ਸੌਂਗ, ਹੀਰ ਰਾਂਝਾ, ਠੀਕ ਆ। ਅਤੇ ਕੋਈ ਧਾਰਮਿਕ ਗਾਣੇ ਵੀ ਆ ਜਾਂਦੇ ਨੇ, ਹੈ ਨਾ। ਇਹੋ ਜਿਹਾ ਕੁਛ ਆਪਣੇ ਬਿਲਡਿੰਗਸ ਕਿਹੋ ਜਿਹੀਆਂ ਸੀਗੀਆਂ, ਤਾਂ ਉਰੇ ਕਿਹੋ ਜਿਹਾ ਮੌਸਮ ਹੋਊਗਾ ਕਿਸੇ ਟਾਈਮ, ਉਹ ਦੱਸਦਾ ਕਿ ਜੇ ਟੇਢੀਆਂ ਛੱਤਾਂ ਨੇ ਸਭ ਦੀਆਂ, ਜਿਵੇਂ ਹੁਣ ਆਪਾਂ ਪਹਾੜਾਂ 'ਚ ਜਾਂਦੇ ਹਾਂ ਤਾਂ ਮਤਲਬ ਉੱਥੇ ਸਨੋਫਾਲ ਹੁੰਦੀ ਆ, ਅਤੇ ਹੁਣ ਸ਼ਹਿਰਾਂ ਦੇ ਵਿੱਚ ਲੋਕ ਐਜ਼ ਏ ਡਿਜ਼ਾਈਨ ਟੇਢੀਆਂ ਛੱਤਾਂ ਪਾਈ ਜਾ ਰਹੇ ਨੇ, ਮਤਲਬ ਉਹ ਉਹਨਾਂ ਦੇ ਕਲਚਰ ਤੋਂ ਪ੍ਰਭਾਵਿਤ ਹੋ ਕੇ ਉਰੇ ਕਰ ਰਹੇ ਨੇ, ਪਰ ਉਹ ਮਤਲਬ ਉਹ ਚੱਲਣਾ ਨਹੀਂ ਨਾ ਜ਼ਿਆਦਾ ਟਾਈਮ।
ਕਿਉਂਕਿ ਉਰੇ ਦੀ ਪ੍ਰੋਬਲਮਸ ਕੁਝ ਹੋਰ ਨੇ, ਉਰੇ ਦੀ ਬਿਲਡਿੰਗ ਕੁਝ ਹੋਰ ਹੋਊਗੀ ਡਿਫਰੈਂਟ ਨੇ। ਤੇ ਉੱਥੇ ਦੀ ਬਿਲਡਿੰਗ ਕੁਝ ਹੋਰ ਹੋਊਗੀ, ਹਨਾ। ਉੱਥੇ ਦੇ ਲੋਕ ਕੱਪੜਾ ਕੁਝ ਹੋਰ ਟਾਈਪ ਦਾ ਪਾਣਗੇ ਕਿਸੇ ਹੋਰ ਜਗ੍ਹਾ ਦੇ, ਤਾਂ ਉਹਨਾਂ ਦੇ ਆਪਣੇ ਹਿਸਾਬ ਨਾਲ ਕੱਪੜਾ ਪਾਣਗੇ, ਉਹਨਾਂ ਦੇ ਆਪਣੀ ਜਿਊਲਰੀ ਅਲੱਗ ਟਾਈਪ ਦੀ ਹੋਊਗੀ। ਹੁਣ ਜਿਹੜੇ ਬੰਜਾਰੇ ਜੇ ਲੋਕ ਨੇ, ਇਹ ਦੇਖਿਓ ਕਿੰਨੀ ਜਿਊਲਰੀ ਪਾਉਂਦੇ ਨੇ ਲੇਡੀਜ਼ ਇਹਨਾਂ ਦੀਆਂ, ਕਿਉਂਕਿ ਉਹਨਾਂ ਦੇ ਬੈਂਕ ਅਕਾਊਂਟਸ ਨਹੀਂ ਹੁੰਦੇ, ਉਹ ਤੁਰੇ ਫਿਰਦੇ ਨੇ, ਤਾਂ ਉਹ ਸਾਰਾ ਕੁਝ ਆਪਣੇ ਸਰੀਰ ਦੇ ਉੱਤੇ ਚੂੜੀਆਂ ਚਾੜੀਆਂ ਪਾ ਕੇ, ਗਲਿਆਂ 'ਚ ਵੀ ਪਾਇਆ ਹੁੰਦਾ, ਕੰਨਾਂ 'ਚ ਵੀ ਪਾਇਆ ਹੁੰਦਾ, ਤੁਰੇ ਰਹਿੰਦੇ ਨੇ ਸਾਰਾ ਦਿਨ। ਤਾਂ ਉਹਨਾਂ ਦਾ ਕਲਚਰ ਆ ਉਹ। ਤੇ ਕਈਆਂ ਦੇ ਵਿੱਚ ਐਫਡੀਆਂ ਰੱਖਣ ਦਾ ਕਲਚਰ ਆ, ਕਈ ਸਮਾਜ ਦੇ ਵਿੱਚ ਹਨਾ ਜ਼ਮੀਨਾਂ ਰੱਖਣ ਦਾ ਕਲਚਰ ਆ। ਤੇ ਹੁਣ ਤੁਹਾਡੇ ਉੱਥੇ ਇੰਗਲੈਂਡ ਕੈਨੇਡਾ ਵਗੈਰਾ ਦੇ ਵਿੱਚ ਕੋਠੀਆਂ ਦਾ ਕਲਚਰ ਬਣ ਗਿਆ ਕਿ ਮੇਰੀਆਂ 2 ਨੇ, ਮੇਰੀਆਂ 4 ਨੇ। ਪਿੰਡਾਂ 'ਚ ਆਪਣੇ ਜ਼ਮੀਨਾਂ 'ਚ ਬਾਪੂ ਜੀ ਹੁੰਦੇ ਸੀ, ਆਪਣੇ ਨਾਨਾ ਜੀ, ਉਹਨਾਂ ਨੂੰ ਕਿੰਨਾ ਸ਼ੌਕ ਹੁੰਦਾ ਸੀਗਾ ਵੀ ਜਦੋਂ ਹੀ 4 ਪੈਸੇ ਇਕੱਠੇ ਹੋਣੇ ਵੀ ਇੱਕ ਹੋਰ ਪੈਲੀ ਖਰੀਦ ਲਓ, ਘਰਦਿਆਂ ਨੇ ਚਿੜੀ ਜਾਣਾ ਵੀ ਸਾਡੇ ਹੱਥ ਪੈਸੇ ਬਣਾਉਂਦਾ ਨਹੀਂ, ਇਹ ਅੱਗੇ ਗਾਂ ਦੀ ਗਾਂ ਖਰੀਦੀ ਜਾਂਦਾ। ਤੇ ਉਹ ਕਲਚਰ ਦਾ ਇੰਪੈਕਟ ਹੁੰਦਾ ਨਾ, ਵੀ ਉਹ ਪਿੱਛੋਂ ਦੀ ਉਹਨਾਂ ਨੇ ਆਪਣੇ ਬਾਪ ਦਾਦਿਆਂ ਨੂੰ ਦੇਖਿਆ ਹੋਵੇ ਏਦਾਂ ਇਸ ਤਰੀਕੇ ਨਾਲ ਬਣਾਉਂਦੇ ਹੋਏ ਅੱਗੇ, ਤੇ ਉਹੀ ਕੈਰੀ ਫਾਰਵਰਡ ਕਰਦੇ ਨੇ, ਪਿੱਛੋਂ ਲੈਗੇਸੀ ਲੈ ਕੇ ਜਾਂਦੇ ਨੇ ਅੱਗੇ, ਕਲਚਰਲ ਕੈਪਿਟਲ। ਪਰ ਹੁਣ ਜਿਹੜੀ ਉਹਨਾਂ ਦੇ ਗਾਣਿਆਂ 'ਚ ਵੀ ਉਹੀ ਝਲਕਣ ਗਿਆ। ਹਾਂ, ਹੁਣ ਉਹ ਗਾਣੇ ਵੀ ਆਏ ਕਹਿੰਦੇ ਨੇ 40 ਮੈਂ ਗਾਣਿਆਂ 'ਚ ਵੀ ਉਹੀ ਕਹਿ ਦਿੰਦੇ ਜੱਟ ਦੇ 40 ਕਿੱਲੇ ਫਲਾਨਾ, ਜੱਟ ਦੇ 100 ਕਿੱਲੇ, ਹਨਾ। ਉਹ ਕਲਚਰਲ ਕੈਪੀਟਲ ਆ। ਤਾਂ ਉਹ ਆਪਾਂ, ਜੇ ਤੁਸੀਂ ਹੁਣ ਕੈਨੇਡਾ ਦਾ ਕੋਈ ਬੋਰਨ ਬੱਚਾ ਜਿਹਨੇ ਇੰਡੀਆ ਨਹੀਂ ਦੇਖਿਆ, ਉਹ ਆਪਣੀ ਰਾਈਟਿੰਗ 'ਚ ਲਿਖੂਗਾ ਹੀ ਨਹੀਂ, ਉਹ ਕਹੂਗਾ ਅੱਗੇ ਆ ਕੇ ਗਾਣੇ ਇਹੋ ਜਿਹੇ ਆਣਗੇ, ਜੱਟ ਦੀ 4 ਕੋਠੀਆਂ ਬਰਮਟਨ 'ਚ, ਹਨਾ, ਆਈ ਆਣਗੇ। ਹੁਣ ਆਣ ਲੱਗ ਗਏ ਆ ਗੱਡੀਆਂ ਤੇ, ਤਾਂ ਆਣ ਲੱਗ ਗਏ ਗਾਣੇ। ਪਹਿਲਾਂ ਘੋੜੀਆਂ ਤੇ ਆਂਦੇ ਸੀਗੇ, ਘੋੜੀਆਂ ਦੇ ਗਾਣੇ ਆਂਦੇ ਹੁੰਦੇ ਸੀ ਪਹਿਲਾਂ ਨਾ, ਜੌਣਾ ਮੋੜ ਦੀ ਘੋੜੀ, ਫਲਾਨੇ ਦੀ ਘੋੜੀ, ਹਨਾ। ਹੁਣ ਆ ਗਿਆ ਕਿ ਜੈਗੁਆਰ, ਹਨਾ, ਫਲਾਨੀ ਗੱਡੀ, ਫਲਾਨਾ ਕਾਰ। ਇਹ ਕਲਚਰਲ ਆ। ਫਿਰ ਬੰਦੂਕਾਂ ਆ ਗਈਆਂ ਗਾਣਿਆਂ ਦੇ ਵਿੱਚ, ਉਹ ਵੀ ਕਲਚਰਲ ਆ। ਹਥਿਆਰ ਆਇਆ, ਉਹ ਵੀ ਕਲਚਰਲ ਆ। ਤਾਂ ਹੁਣ ਜੇ ਤੁਸੀਂ ਬੁੱਧਿਸਟ ਗਾਣੇ ਸੁਣੋਗੇ, ਉਹਨਾਂ ਦੇ ਵਿੱਚ ਤੁਹਾਨੂੰ ਹਥਿਆਰ ਨਹੀਂ ਸੁਣਨ ਨੂੰ ਮਿਲਣਗੇ, ਤੇ ਜੇ ਪੰਜਾਬੀ ਸੁਣੋਗੇ ਉਹ 'ਚ ਹਥਿਆਰ ਸੁਣਨ ਨੂੰ ਮਿਲਣਗੇ। ਤੇ ਇਸ ਟਾਈਪ ਦਾ ਕਲਚਰਲ ਤੁਹਾਡੇ ਅੱਗੇ ਚੱਲਦਾ। ਇਹ ਕੈਪੀਟਲ ਕਿਉਂ ਹੈ, ਮਤਲਬ ਇਨ ਅ ਸੈਂਸ ਕਿ ਇਹ ਹੋਣੀ ਕਿਉਂ ਚਾਹੀਦੀ ਹੈ? ਮਤਲਬ ਇਹ ਤਾਂ ਬਾਈ ਡਿਫਾਲਟ ਹੀ ਹੁੰਦੀ ਹੈ ਨਾ, ਇਹ 'ਚ ਤੁਹਾਨੂੰ ਮਿਹਨਤ ਤਾਂ ਕਰਨੀ ਨਹੀਂ ਪੈਂਦੀ ਹੈ ਇਕੱਠਾ ਕਰਨ ਵਾਸਤੇ, ਇਹ ਤਾਂ ਹੁੰਦੀ ਹੈ ਤੁਹਾਡੇ ਕੋਲੇ। ਇਹਦੇ 'ਚ ਕਈ ਲੋਕਾਂ ਨੇ ਕਲਚਰਲ ਕੈਪੀਟਲ 'ਚ ਇਨਵੈਸਟ ਕੀਤਾ, ਕਈਆਂ ਦੇ ਮਿਊਜ਼ੀਅਮ ਬਣ ਗਏ, ਕਈਆਂ ਨੇ ਲਿਖਣ, ਜਿਵੇਂ ਹੁਣ ਹਰਿਆਣਵੀ ਬੋਲੀ ਲਿਖਾਈ 'ਚ ਨਹੀਂ ਹੈਗੀ, ਲਿਖੀ ਵੀ ਨਹੀਂ ਹੈਗੀ, ਲਿਪੀ ਨਹੀਂ ਹੈਗੀ ਉਹਨਾਂ ਕੋਲ ਲਿਖਣ 'ਚ। ਹਿਮਾਚਲੀ ਕੋਲ ਨਹੀਂ ਹੈਗੀ, ਪੰਜਾਬੀ 'ਚ ਸੀਗੀ, ਫਾਰਸੀ 'ਚ ਸੀਗੀ। ਤੇ ਫਾਰਸੀ 'ਚ ਲਿਖਣ ਕਰਕੇ ਪੰਜਾਬੀ 'ਚ ਇੰਪੈਕਟ ਪੈ ਗਿਆ ਉਹਦਾ, ਹਨਾ। ਪੰਜਾਬੀ ਵਾਲੇ ਵੀ ਲਿਖਣ ਲੱਗ ਗਏ। ਤਾਂ ਜਿੰਨਾ ਤੁਹਾਡੇ ਰਿਟਨ ਹੋਊਗਾ, ਉਨਾ ਤੁਹਾਡੇ ਕੋਲ ਪੁਰਾਣਾ ਤੁਹਾਡਾ ਕਲਚਰ ਅੱਗੇ ਤੱਕ ਜ਼ਿਆਦਾ ਚੱਲਣ ਦੇ ਚਾਂਸਿਸ ਨੇ। ਤੇ ਜਿੰਨਾ ਇੰਸਟੀਟਿਊਟਸ ਹੋਣਗੇ, ਕੁਛ ਇਹੋ ਜਿਹੇ ਮਿਊਜ਼ੀਅਮਸ ਬਣਨਗੇ, ਉਹ ਤੁਹਾਡੇ ਤੇ ਜਾਣ ਕੇ ਤੁਹਾਡੇ ਅੱਗੇ ਤੱਕ ਉਹਦੀ ਸ਼ੈਲਫ ਲਾਈਫ ਲੰਬੀ ਹੋਊਗੀ। ਤਾਂ ਤੁਹਾਡੀ ਪੁਰਾਣੀ ਪ੍ਰੋਬਲਮਸ ਜਿਹੜੀਆਂ ਹੋਣਗੀਆਂ, ਤਾਂ ਉਹ ਤੁਹਾਡੇ ਕੋਲ ਅੱਛੀ ਹਿਸਟਰੀ ਹੋਊਗੀ ਪ੍ਰੋਬਲਮ ਸਮਝਣ ਦੀ ਇਸ ਕੈਪੀਟਲ ਨਾਲ। ਤਾਂ ਇਹਨੂੰ ਬਿਲਡ ਕਰਨਾ, ਮਤਲਬ ਇਹ ਕਹਿੰਦੇ ਕੋਈ ਮਾੜੀ ਗੱਲ ਨਹੀਂ, ਤੁਸੀਂ ਡਾਕੂਮੈਂਟ ਕਰੋ ਚੀਜ਼ਾਂ ਨੂੰ, ਤੁਸੀਂ ਲਿਖੋ ਤੇ ਤੁਸੀਂ ਗਾਣਿਆਂ 'ਚ ਝਲਕਾਓ, ਤੇ ਤੁਸੀਂ ਪਾਸ ਔਨ ਕਰਨ ਦਾ ਤਰੀਕਾ ਨਾ ਇੱਕ। ਹੁਣ ਕਈ ਸਮਾਜਾਂ ਨੇ ਇਸ ਨੂੰ ਯੂਜ਼ ਕੀਤਾ, ਕਈਆਂ ਨੇ ਨਹੀਂ ਯੂਜ਼ ਕੀਤਾ। ਕਈਆਂ ਦੇ ਗਾਣਿਆਂ 'ਚ ਝਲਕ ਆ ਕਿ ਭਾਈ ਫਲਾਨੇ ਵੀ ਪਹਿਲਾਂ ਆਏ ਸੀ, ਉਹਨਾਂ ਨੇ ਸਾਨੂੰ ਆਏ ਲਾਲਚ ਦਿੱਤਾ ਤੇ ਅਸੀਂ ਆਏ ਫਸ ਗਏ, ਤੇ ਅੱਜ ਸਾਡੇ ਨਾਲ ਆਏ ਹੋਇਆ। ਤਾਂ ਉਹਨਾਂ ਨੇ ਗਾਣੇ 'ਚ ਲਿਖਤਾ। ਤਾਂ ਅੱਗੇ ਉਹ ਜਦੋਂ ਗਾਣਾ ਬੱਚਿਆਂ ਨੇ ਸੁਣਿਆ, ਤਾਂ ਬੱਚਿਆਂ ਨੂੰ ਓਵਰਆਲ ਇੱਕ ਸਮਝ ਆ ਕਿ ਇਹ ਮਤਲਬ ਸਪਿਰਿਚੁਅਲਿਟੀ ਵਾਸਤੇ ਬੜਾ ਇੰਪੋਰਟੈਂਟ ਹੈ ਕਲਚਰਲ ਕੈਪੀਟਲ। ਕਿ ਤੁਸੀਂ ਤਾਂ 80 ਸਾਲ ਤੇ ਮਰ ਜਾਓਗੇ, ਕੋਈ 70-60 ਸਾਲ ਤੇ ਮਰ ਜਾਊਗਾ, ਤੁਸੀਂ ਪਿਛਲੇ 1000 ਸਾਲ ਦੇ ਆਪਣੇ ਪਿਛਲੇ DNA ਨੂੰ ਸਮਝਣਾ ਹੋਵੇ, ਤਾਂ ਉਹ ਕਲਚਰਲ ਕੈਪੀਟਲ ਦੇ ਥਰੂ ਹੀ ਸਮਝੋਗੇ ਨਾ। ਤੁਸੀਂ ਗਾਣਿਆਂ ਦੇ ਥਰੂ ਸਮਝੋਗੇ, ਤੁਸੀਂ ਬਿਲਡਿੰਗਾਂ ਦੇ ਥਰੂ ਸਮਝੋਗੇ। ਤਾਂ ਇਹ ਇੱਕ ਇਨਵੈਸਟਮੈਂਟ ਆ, ਮਤਲਬ ਇਹ ਕੈਪੀਟਲ ਆ, ਇਹਦੇ 'ਚ ਇਨਵੈਸਟ ਕਰਨਾ ਚਾਹੀਦਾ ਕਲਚਰਲ ਕੈਪੀਟਲ ਦੇ ਵਿੱਚ। ਮਤਲਬ ਇਹ ਕਹਿ ਰਹੇ ਨੇ, ਮਤਲਬ ਮੇਨ ਆ ਕਿ ਤੁਸੀਂ ਕੁਛ ਵੀ ਕਰ ਰਹੇ ਹੋ, ਤੁਸੀਂ ਉਹ ਸੋਚੋ ਕਿਉਂ ਕੀਤਾ ਗਿਆ, ਸਾਡੇ ਪੁਰਖਿਆਂ ਨੇ ਕਿਉਂ ਕੀਤਾ। ਜਾਰਡਨ ਪੀਟਰਸਨ ਬੜਾ ਕਹਿੰਦਾ ਸੀ, ਕਹਿੰਦਾ ਤੁਸੀਂ ਉਹਨਾਂ ਨੂੰ ਅੱਖਾਂ ਬੰਦ ਕਰਕੇ ਮੰਨੋ ਨਾ, ਪਰ ਤੁਸੀਂ ਰੀਇਨਵੈਂਟ ਕਰਕੇ ਜ਼ਰੂਰ ਦੇਖੋ ਚੀਜ਼ਾਂ ਨੂੰ। ਜੇ ਸਾਡੇ ਘਰ ਦੀ ਬਿਲਡਿੰਗ ਐਂ ਸੀਗੀ, ਮਤਲਬ ਮੈਂ ਹੁਣ ਸਿੰਪਲ ਦੱਸਾਂ, ਹੁਣ ਸ਼ੀਸ਼ੇ ਵਾਲੇ ਘਰ ਬਣ ਰਹੇ ਨੇ, ਹਨਾ। ਆਪਣੇ ਮੋਹਾਲੀ, ਚੰਡੀਗੜ੍ਹ ਨਾ ਸਾਰੇ ਘਰਾਂ 'ਚ ਸ਼ੀਸ਼ਾ ਲੱਗੀ ਜਾ ਰਿਹਾ। ਤੇ ਹੁਣ ਮੈਂ ਦੇਖਿਆ ਇੱਕ ਆਪਣੇ ਜੇ ਪੁਰਾਣੇ ਕਲਚਰ ਦੇਖੀਏ, ਤਾਂ ਆਪਣੇ ਗੁਰਦੁਆਰੇ ਵਗੈਰਾ ਦੇ ਤਾਂ ਇਹੋ ਜਿਹੇ ਹੈਗੇ ਨਹੀਂ ਸ਼ੀਸ਼ੇ ਵਾਲੇ, ਉੱਥੇ ਤਾਂ ਡੋਮਸ ਨੇ,
ਹਨਾ ਉੱਪਰੋਂ, ਜਾਂ ਪੁਰਾਣੇ ਕਹੇ ਜੇ ਸੀਗੇ ਆਪਣੇ ਘਰ ਕੁਰਸੀ, ਫਿਰ ਅਸੀਂ ਕੁਐਸਚਨ ਕਰ ਸਕਦੇ ਹਾਂ ਕਿ ਯਾਰ ਇਹ ਐਂ ਕਿਉਂ ਕਰ ਰਹੇ ਨੇ, ਫਿਰ ਦੇਖੀਏ ਤਾਂ ਸਾਡਾ ਕਲਚਰ ਹੀ ਨਹੀਂ ਹੈਗਾ, ਇਹ ਸਾਡੀ ਪ੍ਰੋਬਲਮ ਸੋਲਵ ਨਹੀਂ ਕਰੂਗਾ, ਕਿਉਂਕਿ ਜੇ ਇਹ ਪ੍ਰੋਬਲਮ ਸੋਲਵ ਕਰਦਾ ਇਹ ਤਾਂ ਕਿਤੇ ਹੋਰ ਦਾ ਕਲਚਰ ਸੀਗਾ, ਜਿੱਥੇ ਠੰਡ ਬਹੁਤ ਸੀਗੀ, ਸਨਲਾਈਟ ਦੇ ਥਰੂ ਉਹਨਾਂ ਨੇ ਅੰਦਰ ਗਰਮ ਕਰਨਾ ਸੀਗਾ ਘਰ ਨੂੰ, ਤਾਂ ਉੱਥੇ ਦਾ ਕਲਚਰ ਆ, ਤਾਂ ਇਹ ਸਾਡਾ ਕਲਚਰ ਨਹੀਂ। ਐਜ਼ ਅ ਕਲਚਰਲ ਕੈਪੀਟਲ 'ਚ ਜੇ ਮੈਂ ਸਮਝੂੰਗਾ ਤਾਂ ਮੈਂ ਟਰਾਈ ਕਰੂੰਗਾ ਕਿ ਮੇਰਾ ਘਰ ਉਵੇਂ ਨਾ ਹੋਵੇ। ਅਸੀਂ ਆਪਣੇ ਕਲਚਰਲੀ, ਅਸੀਂ ਆਪਣੇ ਏਰੀਏ ਦੇ ਹਿਸਾਬ ਨਾਲ, ਜੇ ਮੈਂ ਉਰੇ ਬੈਠਾ ਤਾਂ ਮੇਰਾ ਉਰੇ ਦੀ ਬਿਲਡਿੰਗ ਬਣਾਵਾਂ ਮੈਂ ਆਪਣੀ, ਤਾਂ ਇਸ ਤਰੀਕੇ ਨਾਲ ਕੀ ਹੁੰਦਾ ਨਾ, ਤੁਸੀਂ ਆਪਣੀ ਪ੍ਰੋਬਲਮ ਸੋਲਵ ਕਰਦੇ ਹੋ। ਜੇ ਤੁਹਾਡੀ ਪ੍ਰੋਬਲਮ ਸੋਲਵ ਇਸ ਤਰੀਕੇ ਨਾਲ ਹੋ ਰਹੀ ਆ ਤਾਂ ਤੁਸੀਂ ਇਕੋਨੋਮਿਕ ਮਟੀਰੀਅਲਿਸਟਿਕ ਸਿਸਟਮ 'ਚ ਫਸਦੇ ਨਹੀਂ ਉਹਨਾਂ, ਜਿੰਨਾ ਉਹ ਫਸਾਉਣ ਦੀ ਟਰਾਈ ਕਰਦੇ ਨੇ। ਉਹ ਟਰਾਈ ਕਰਦੇ ਨੇ ਕਿ ਕਲਚਰਲੀ ਤੁਹਾਨੂੰ ਤਹਿਸ ਨਹਿਸ ਕਰ ਦੋ, ਤਾਂ ਕਿ ਸਾਰੀ ਦੁਨੀਆ ਦੀ ਨਾ ਜਿਹੜੀ ਵੀ ਚੀਜ਼ਾਂ ਨੇ ਤੁਹਾਨੂੰ ਅਸੀਂ ਵੇਚ ਸਕੀਏ, ਯੂਜ਼ਲੈਸ ਚੀਜ਼ਾਂ। ਨਹੀਂ, ਪਰ ਗਲੋਬਲੀ ਅੱਜ ਕੱਲ ਜਿਹੜੀ ਦੁਨੀਆ ਆਪਸ 'ਚ ਜੁੜ ਰਹੀ ਹੈ ਇੰਨੀ ਜ਼ਿਆਦਾ, ਉਹਦਾ ਇੰਪੈਕਟ ਇਹ ਕੈਪੀਟਲ ਤੇ ਤਾਂ ਬਹੁਤ ਜ਼ਬਰਦਸਤ ਪਏਗਾ ਨਾ, ਕਿਉਂਕਿ ਆਉਣ ਵਾਲੀ ਜਨਰੇਸ਼ਨ ਤਾਂ ਆਪਣਾ ਕਲਚਰ ਭੁੱਲ ਜਾਏਗੀ। ਹੁਣ ਜਿੰਨਾ ਗੂਗਲ ਗਾਗਲ ਆ ਗਏ ਆ, ਚੈਟ ਜੀਪੀਟੀਆਂ ਆ ਗਈਆਂ, ਟੈਕਨੋਲੋਜੀ ਆ ਗਈ, ਕਨੈਕਟੀਵਿਟੀ ਆ ਗਈ, ਯੂਟਿਊਬਾਂ ਆ ਗਈਆਂ, ਵਟਐਵਰ, ਤੇ ਆਪਾਂ ਹੁਣ ਇੰਨੇ ਸਾਰੇ ਕਲਚਰ 'ਚ ਇਨਵੋਲਵ ਹੋ ਚੁੱਕੇ ਹਾਂ। ਹੁਣ ਆਪਣਾ ਕੋਈ ਪਰਟੀਕੂਲਰ ਇੱਕ ਕਲਚਰ ਨਹੀਂ ਰਿਹਾ ਵੀ ਹਰੇਕ ਕਲੈਨ ਦਾ ਵੀ ਇੱਕ ਇਸ ਟਾਈਪ ਦਾ ਕਲਚਰ ਹੈ। ਹੋ ਸਕਦਾ ਆਉਣ ਵਾਲੇ ਕੁਝ ਸਾਲਾਂ ਤੱਕ ਚੱਲੇ, ਬਟ ਉਹ ਤੋਂ ਬਿਯੋਂਡ ਮੈਨੂੰ ਇਹ ਕੈਪੀਟਲ ਬਹੁਤ ਲੌਂਗ ਟਰਮ ਸਰਵਾਈਵ ਹੁੰਦੀ ਨਹੀਂ ਦਿਖਦੀ ਹੈਗੀ। ਹਾਂ, ਨਹੀਂ, ਇਹ ਤਾਂ ਇੰਪੈਕਟ ਪੈ ਹੀ ਰਿਹਾ ਨਾ, ਤਾਈਓ ਤਾਂ ਫਿਰ ਉਹ ਕਲਚਰਲ ਜਦੋਂ ਮਿਕਸ ਹੋ ਜਾਂਦੇ ਨੇ ਕਲਚਰ ਜ਼ਿਆਦਾ, ਤਾਂ ਉੱਥੇ ਦੇ ਲੋਕ ਮੈਨੂੰ ਇਹ ਲੱਗਦਾ ਜ਼ਿਆਦਾ ਖੱਜਲ ਵੀ ਹੋ ਜਾਂਦੇ ਨੇ, ਕਿਉਂਕਿ ਉਹ ਏਰੀਏ ਦੀ ਪ੍ਰੋਬਲਮਸ ਨੂੰ ਨਹੀਂ ਸਮਝ ਪਾਉਂਦੇ, ਹਨਾ। ਜਿਵੇਂ ਉਹ ਕੱਪੜਾ ਆਪਣਾ ਲੈ ਕੇ ਚਲੇ ਗਏ, ਆਪਣਾ ਫੂਡ ਲੈ ਕੇ ਚਲੇ ਗਏ ਉੱਥੇ, ਤੇ ਉੱਥੇ ਉਹ ਫੂਡ ਗਰੋ ਨਹੀਂ ਹੋ ਸਕਦਾ, ਤੇ ਉਹ ਫਿਰ ਉਹ ਬੜੇ ਕਨਫਿਊਜ਼ ਜਿਹੇ ਰਹਿੰਦੇ ਨੇ, ਸਿਸਟਮ ਬੜਾ ਕਨਫਿਊਜ਼ਿੰਗ ਜਿਹਾ ਬਣ ਜਾਂਦਾ, ਕਿਉਂਕਿ ਤੁਸੀਂ ਆਪ ਮੂਵ ਹੋ ਰਹੇ ਹੋ, ਤੁਹਾਡਾ ਟੈਂਪਰੇਚਰ ਤੁਹਾਡਾ ਉਹ ਤਾਂ ਨਹੀਂ ਮੂਵ ਹੋ ਰਿਹਾ ਨਾ, ਮਤਲਬ ਧਰਤੀ ਤਾਂ ਉੱਥੇ ਹੀ ਆ, ਉਹ ਨਹੀਂ ਮੂਵ ਹੋ ਰਿਹਾ ਨਾਲ। ਚਲੋ, ਆਪਣੀਆਂ ਇਹ ਹੋ ਗਈਆਂ ਟੋਟਲ 8 ਹੁਣ: ਫਾਈਨੈਂਸ਼ੀਅਲ, ਸੋਸ਼ਲ, ਮਟੀਰੀਅਲ, ਲਿਵਿੰਗ, ਐਕਸਪੀਰੀਅੰਸ, ਇੰਟੈਲੈਕਚੁਅਲ, ਸਪਿਰਿਚੁਅਲ ਤੇ ਕਲਚਰ। ਇਹ ਆਪਣੀਆਂ 7 ਟਾਈਪ ਦੀਆਂ ਜਿਹੜੀਆਂ ਨੇ ਕੈਪੀਟਲਸ ਨੇ, ਤੇ 8 ਟਾਈਪਸ ਆਫ ਇਹ ਆਪਣੀਆਂ ਕੈਪੀਟਲਸ ਨੇ। ਤੇ ਮੇਰੀ ਸਮਝ ਇਹੀ ਰਹੀ ਹੈ, ਇਹ ਪੂਰੀ ਆਪਣੇ 2 ਜਿਹੜੇ ਐਪੀਸੋਡ ਜਿਹੜੀ ਗੱਲਬਾਤ ਕੀਤੀ ਹੈ, ਕਿ ਆਪਾਂ ਨੂੰ ਲਾਈਫ ਜਿਹੜੀ ਹੈਗੀ ਹੈ 1 ਜਾਂ 2 ਤੇ ਇਨਵੈਸਟ ਜ਼ਿਆਦਾ ਝੁਕੀ ਹੁੰਦੀ ਹੈ ਕਿਸੇ ਇੱਕ ਪਾਸੇ ਨੂੰ। ਕਈ ਲੋਕਾਂ ਦੀ, ਤੇਰੇ ਵਰਗੇ ਲੋਕਾਂ ਦੀ ਫਾਈਨੈਂਸ ਵੱਲ ਬਿਲਕੁਲ ਹੀ ਨਹੀਂ ਹੈਗੀ, ਨਾਨ ਫਾਈਨੈਂਸ ਦੇ ਉੱਤੇ ਵੀ ਝੁਕੀ ਹੋਈ ਹੈ, ਹੈ ਨਾ। ਤਾਂ ਉਹਦੇ ਲਈ ਵੀ ਇੱਕ ਸਿੱਖ ਹੈ ਕਿ ਤੁਹਾਨੂੰ ਬੈਲੈਂਸ ਕਰਨਾ ਜ਼ਰੂਰੀ ਹੈ, ਸਾਰੀ ਚੀਜ਼ਾਂ ਨੂੰ ਬੈਲੈਂਸ ਕਰਕੇ। ਤੁਸੀਂ ਇੱਕ ਚੀਜ਼ ਨੂੰ ਇਗਨੋਰ ਨਹੀਂ ਕਰਨਾ ਵੀ ਇਹ ਤੁਸੀਂ ਉਹ ਨਹੀਂ ਕਰਨਾ, ਤੇ ਤੁਸੀਂ ਹਰੇਕ ਚੀਜ਼ ਦਾ ਐਕਸਪੀਰੀਅੰਸ ਕਰੋ, ਇਹਦਾ ਆਪਣੀ ਲਾਈਫ ਨੂੰ ਪ੍ਰੋਪਰਲੀ ਡਿਵਾਈਡ ਕਰੋ ਇਹ 8 ਕੈਪੀਟਲਸ ਦੇ ਵਿੱਚ। ਤੇ ਤੁਹਾਡਾ ਪੈਸ਼ਨ ਹੋ ਸਕਦਾ ਕਿਸੇ 1-2 ਦੇ 1-2 ਜਿਹੜੀਆਂ ਵਿੱਚ ਕੈਪੀਟਲਸ ਨੇ ਉਹਦੇ ਟੂਵਰਡਸ ਇਹ ਪੈਸ਼ਨ ਹੋ ਸਕਦਾ, ਜਿਹਦਾ ਕਿ ਓਬਵੀਅਸਲੀ ਪੱਲੜਾ ਥੋੜਾ ਭਾਰੀ ਰਹੇਗਾ, ਪਰ ਉਹ ਇੱਕ ਸਾਈਡ ਤੇ ਝੁਕਣਾ ਨਹੀਂ ਚਾਹੀਦਾ ਸਾਰਾ ਪੱਲੜਾ, ਹੈ ਨਾ। ਕਿਤੇ ਨਾ ਕਿਤੇ ਤੁਹਾਨੂੰ ਬਾਕੀ ਕੈਪੀਟਲਸ ਵੀ ਆਪਣੀ ਲਾਈਫ 'ਚ, ਆਪਣੇ ਲਾਈਫ ਸਟਾਈਲ 'ਚ ਇੰਬਾਈਬ ਕਰਨੀਆਂ ਚਾਹੀਦੀਆਂ ਨੇ, ਤਾਂ ਹੀ ਤੁਸੀਂ ਇੱਕ ਹੋਲਿਸਟਿਕ ਫੁੱਲ ਲਾਈਫ ਜਿਉ ਸਕਦੇ ਹੋ। ਮੇਰਾ ਤਾਂ ਇਹ ਕਹਿਣਾ। ਇਹ ਜਿਹੜਾ ਜਿਹੜਾ ਫਾਈਨੈਂਸ਼ੀਅਲ ਕੈਪੀਟਲ ਆ ਨਾ, ਮੈਨੂੰ ਇਹ ਨਾ ਟੋਟਲੀ ਮੈਨੂਪੂਲੇਟਿਵ ਲੱਗਦੀ ਆ। ਮੈਨੂੰ ਇਹ ਲੱਗਦਾ ਕਿ ਇੱਕ ਨਾ ਮਠਾਈਆਂ ਦੀ ਦੁਕਾਨ ਆ, ਇਹਦੇ ਵਿੱਚ ਐਕਸਪੀਰੀਅੰਸ ਨਾਮ ਦਾ ਲੱਡੂ ਪਿਆ ਹੈ, ਇੰਟੈਲੈਕਚੁਅਲ ਨਾਮ ਦੀ ਬਰਫੀ ਪਈ ਆ, ਕੋਈ ਸਮੋਸਾ ਪਿਆ ਕਲਚਰਲ ਨਾਮ ਦਾ, ਮਤਲਬ ਇੱਕ ਵਿੰਡੋ ਆ, ਉਹਦੇ 'ਚ ਬੜਾ ਮਟੀਰੀਅਲ ਪਿਆ, ਤੇ ਉੱਥੇ ਸਾਹਮਣੇ ਨਾ ਇੱਕ ਜਿਹੜਾ ਟੋਕਨ ਦਿੰਦਾ ਨਾ ਤੁਹਾਨੂੰ, ਟੋਕਨ, ਉਹ ਫਾਈਨੈਂਸ਼ੀਅਲ ਕੈਪੀਟਲ ਆ। ਤਾਂ ਮੈਂ ਉਸ ਟੋਕਨ ਨੂੰ ਉਹ ਮਠਾਈਆਂ 'ਚ ਨਹੀਂ ਗਿਣਦਾ, ਮੈਂ ਕਹਿੰਦਾ ਉਹ ਇੱਕ ਟਰਸਟ ਆ ਜਿਸ ਦੇ ਥਰੂ ਤੁਸੀਂ ਇੱਕ ਕੰਬੋ ਨੂੰ ਯੂਜ਼ ਕਰਦੇ ਹੋ। ਤਾਂ ਮੈਨੂੰ ਇਹ ਮਤਲਬ ਮੈਂ ਹਜੇ ਪੜ੍ਹਿਆ ਨਹੀਂ ਕਿਤੇ, ਇਹ ਮੇਰਾ ਅੰਦਰੋਂ ਇੱਕ ਬਲੀਫ ਸਿਸਟਮ ਬਣ ਰਿਹਾ ਕਿ ਤੁਸੀਂ ਜੇ ਜੰਗਲ 'ਚ ਜਾਂਦੇ ਹੋ ਜਾਂ ਜਾਨਵਰ ਦੇਖਦੇ ਹੋ, ਬਾਕੀ ਸਾਰੀ ਕੈਪੀਟਲਸ ਯੂਜ਼ ਕਰ ਰਿਹਾ, ਉਹ ਕਲਚਰਲ ਵੀ ਯੂਜ਼ ਕਰ ਰਿਹਾ, ਉਹ ਐਕਸਪੀਰੀਐਂਸ਼ੀਅਲ ਵੀ ਕਰ ਰਿਹਾ, ਉਹ ਇੰਟੈਲੈਕਚੁਅਲ ਵੀ ਕਰ ਰਿਹਾ, ਸਿੱਖ ਰਿਹਾ ਆਪਣੇ ਮਦਰ ਤੋਂ, ਠੀਕ ਆ ਨਾ, ਤੇ ਸਭ ਚੀਜ਼ਾਂ। ਪਰ ਉਹਦਾ ਟਰਸਟ ਆ, ਟਰਸਟ ਜਿਹੜਾ ਨਾ, ਉਹ ਟਰਸਟ ਇੱਕ ਕੈਪੀਟਲ ਆ, ਤੇ ਇਹ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਹੈ ਟਰਸਟ ਤੇ ਖੜੀ ਆ ਸਾਰੀ 100%। ਤੁਸੀਂ ਕਿਸੇ ਬੰਦੇ ਨੂੰ, ਮੈਂ ਕਿੰਨੀ ਵਾਰ ਸੋਚਦਾ ਹੁੰਦਾ, ਬੈਂਕ ਗਏ, ਪੈਸਾ ਦੇ ਕੇ ਉਹਨੇ ਇੱਕ ਪਰਚੀ ਜਿਹੀ ਦੇਤੀ ਤੇ ਮੰਨ ਲੈਣਾ ਕਿ ਆ ਮੇਰਾ ਪਿਆ ਉੱਥੇ, ਹਨਾ। ਇਹ ਟਰਸਟ ਆ। ਪੈਸੇ ਤੇ ਨੋਟਾਂ ਤੇ ਲਿਖਿਆ ਤਾਂ ਹੁੰਦਾ ਕਿ ਆਈ ਪ੍ਰੋਮਿਸ ਟੂ ਪੇ 100 ਰੁਪੀਜ਼, ਜਿੰਨੇ ਵੀ ਹੁੰਦੇ ਨੇ
ਉਹ ਪ੍ਰੋਮਿਸ ਹੀ ਹੁੰਦਾ ਨਾ, ਟਰਸਟ ਹੀ ਹੁੰਦਾ ਨਾ, ਉਹ ਟਰਸਟ ਦੇ ਬੇਸਿਸ ਤੇ ਬਣੀ ਹੁੰਦੀ ਹੈ ਤਾਂ ਮੈਨੂੰ ਜੋ ਫਾਈਨੈਂਸ਼ੀਅਲ ਕੈਪੀਟਲ ਲੱਗ ਰਹੀ ਹੈ ਜਿਸ ਤਰੀਕੇ ਨਾਲ ਆਪਾਂ ਨੂੰ ਲੈਣੇ ਆ, ਮੈਨੂੰ ਲੱਗਦਾ ਕਿ ਆਪਾਂ ਫਸੇ ਹੋਏ ਲੈ ਰਹੇ ਹਾਂ ਉਹਨੂੰ, ਆਪਾਂ ਫਸ ਚੁੱਕੇ ਹਾਂ ਇੱਕ ਸਿਸਟਮ 'ਚ। ਮੋਟਾ ਉਹ ਕੈਪੀਟਲ ਹੈਗੀ ਟਰਸਟ, ਕਿ ਤੁਸੀਂ ਤੁਹਾਡਾ ਟਰਸਟ ਕੀ ਆ, ਤੁਹਾਡੇ ਟਰਸਟ ਤੇ ਟਰਸਟ ਵਾਸਤੇ ਤੁਹਾਡੀ ਬਾਕੀ ਸਾਰੀ ਕੈਪੀਟਲਸ ਦਾ ਕੰਬੋ ਹੀ ਕੰਮ ਆਉਂਦਾ। ਸਪਿਰਿਚੁਅਲ ਨੂੰ ਤੁਸੀਂ, ਇੰਟੈਲੈਕਚੁਅਲ ਨੂੰ ਤੁਸੀਂ, ਐਕਸਪੀਰੀਅੰਸ ਹੈਗਾ ਬੰਦਾ ਕੋ ਹਾਏ ਤੇ ਟਰਸਟ ਕਰੋ, ਹਨਾ, ਨਹੀਂ ਤੁਹਾਡੇ ਤੇ ਟਰਸਟ ਕੋਈ ਨਹੀਂ ਕਰੂਗਾ। ਤਾਂ ਆਪਾਂ, ਮੈਨੂੰ ਐਂ ਲੱਗਦਾ ਕਿ ਆਪਾਂ ਜਿਹੜੀ 7 ਕੈਪੀਟਲਸ ਨੇ ਉੱਥੇ ਇਨਵੈਸਟ ਕਰਾਂਗੇ ਨਾ, ਤਾਂ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਹੈਗੀ ਆ ਉਸ ਤੇ ਉਹਦਾ ਜ਼ਿਆਦਾ ਪੰਗਾ ਜਿਹਾ ਪੈਣਾ ਹੀ ਨਹੀਂ, ਟਰਸਟ ਬਣਿਆ ਰਹੂਗਾ ਸਮਾਜ ਦੇ ਵਿੱਚ। ਤੇ ਪਰ ਫਸੇ ਹੋਏ ਆ, ਮੈਂ ਵੀ ਮੰਨਦਾ ਕਿ ਫਸੇ ਹੋਏ ਆ, ਕਿਉਂਕਿ ਉਹ ਸਿਸਟਮ ਇੰਨਾ ਪੁਰਾਣਾ, ਇੰਨਾ ਸਿਸਟਮ ਆ ਕਿ ਉਹ ਟਰਸਟ ਦਾ ਕੋਈ ਫਿਰ ਵੀ ਭਾਲਦੇ ਨੇ ਕਿ ਟਰਸਟ ਕਿਸ ਫਾਰਮ 'ਚ ਅਸੀਂ ਯੂਜ਼ ਕਰੀਏ। ਮੀਡੀਅਮ ਹੋਣਾ ਜ਼ਰੂਰੀ ਹੈ ਨਾ ਟਰਸਟ ਦਾ, ਤੁਸੀਂ ਇੰਨੇ ਸਾਰੇ ਬੰਦਿਆਂ ਦੇ ਨਾਲ ਟਰਸਟ ਡਿਵੈਲਪ ਕਰਨਾ ਆਪਣੇ ਪੋਸੀਬਲ ਨਹੀਂ ਜਿੰਨੀ ਆਪਣੀ ਮੈਨਕਾਈਂਡ ਫੈਲ ਚੁੱਕੀ ਹੈ। ਇੱਕ ਅਨਨੋਨ ਬੰਦੇ ਨੂੰ ਤੁਸੀਂ ਕਿਵੇਂ ਟਰਸਟ ਕਰੋਗੇ, ਉਹ ਤਾਂ ਫਿਰ ਇੱਕ ਪੈਸੇ ਦੇ ਥਰੂ ਹੀ ਹੋ ਜਾਂਦਾ ਨਾ, ਕਿ ਉਹਦਾ ਇੱਕ ਸਿਸਟਮ ਬਣਿਆ ਹੋਇਆ ਹੈ। ਪਰ ਹੁਣ ਕੀ ਹੋ ਰਿਹਾ, ਹੁਣ ਜਿਹੜਾ ਮਨੀ ਜਿਹੜੀ ਐਜ਼ ਕੈਪੀਟਲ, ਫਾਈਨੈਂਸ਼ੀਅਲ ਕੈਪੀਟਲ, ਉਹਦਾ ਟਰਸਟ ਹੌਲੀ ਹੌਲੀ ਰਿਡਿਊਸ ਹੋ ਰਿਹਾ। ਹੁਣ ਹਵਾ ਜੀ ਨਿਕਲਣੀ ਸ਼ੁਰੂ ਹੋ ਗਈ ਆ, ਤੇ ਮੈਨੂੰ ਲੱਗਦਾ ਕਿ ਹੁਣ ਕਾਫੀ ਛੇਤੀ ਇਹਦੀ ਕਾਫੀ ਲੋਕਾਂ ਨੂੰ ਸਮਝ ਆ ਜਾਊਗਾ ਕਿਵੇਂ ਇਹਨੂੰ ਮੈਨੂਪੂਲੇਟ ਕੀਤਾ ਜਾਂਦਾ, ਕਿਵੇਂ ਨੋਟ ਛਾਪਿਆ ਜਾਂਦਾ, ਕਿਵੇਂ ਹੁਣ ਲੜਾਈ ਸ਼ੁਰੂ ਹੋ ਗਿਆ, ਡਿਜੀਟਲ ਕਰੰਸੀ ਆ ਗਈਆਂ ਨੇ, ਦੇਸ਼ਾਂ ਦੀ ਕਰੰਸੀ ਆ ਗਈਆਂ ਨੇ, ਬਿਟਕੋਇਨ ਆ ਗਿਆ, ਆਪਸ 'ਚ ਲੜਨ ਲੱਗ ਗਏ ਨੇ। ਤੇ ਤਾਈਓ ਆਪਾਂ ਲਾਈਫ 'ਚ ਨਹੀਂ ਕਦੀ ਦੇਖਿਆ ਸੀ ਆ 1000 ਦਾ ਨੋਟ ਬੰਦ ਹੋਇਆ, 2000 ਦਾ ਨੋਟ ਬੰਦ ਹੋਇਆ, ਕਰੰਸੀਆਂ ਕਰੈਸ਼ ਹੋ ਰਹੀਆਂ ਨੇ। ਤਾਂ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਆਰਟੀਫਿਸ਼ੀਅਲ ਟਰਸਟ ਬਣਾਇਆ ਹੋਇਆ ਨਾ ਪੈਸੇ 'ਚ, ਛੇਤੀ ਖਤਮ ਹੋਊਗਾ ਤੇ ਅੱਛਾ ਕੋਈ ਸਿਸਟਮ ਉੱਭਰ ਕੇ ਆਊਗਾ, ਦੇਖਦੇ ਹਾਂ। ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਤੇ ਵਧੀਆ ਰਹੀ ਆਪਣੀ ਗੱਲਬਾਤ, ਤੇ ਹੋਪਫੁਲੀ ਜਿਹੜੇ ਆਪਾਂ ਨੂੰ ਸੁਣਦੇ ਨੇ ਆਪਣੀ ਪੋਡਕਾਸਟ ਨੂੰ, ਉਹਨਾਂ ਨੂੰ ਵੀ ਚੰਗਾ ਲੱਗੂਗਾ। ਕੁਛ ਨਵੀਂ ਚੀਜ਼ ਹੈ, ਸਿੱਖਣ ਨੂੰ ਮਿਲੂਗੀ ਜਾਂ ਸੁਣਨ ਨੂੰ ਮਿਲੂਗੀ, ਤੇ ਉਹ ਆਪਣੇ ਵਿਚਾਰ, ਆਪਣੇ ਜੋ ਵੀ ਉਹਨਾਂ ਦੀ ਸੋਚ ਹੈ, ਜੋ ਉਹਨਾਂ ਦੇ ਦਿਮਾਗ 'ਚ ਚੱਲਿਆ ਇਹ ਪੋਡਕਾਸਟ ਸੁਣਨ ਤੋਂ ਬਾਅਦ ਜਾਂ ਸੁਣਦੇ ਦੌਰਾਨ, ਕੋਈ ਕਨਫਲਿਕਟਿੰਗ ਵਿਊਜ਼ ਨੇ ਕਿਸੇ ਵੀ ਟਾਈਪ ਦੇ, ਉਹ ਆਪਾਂ ਨੂੰ ਕਮੈਂਟਸ ਦੇ ਥਰੂ ਜਿਹੜੇ ਆਪਣੇ ਨਾਲ ਸਾਂਝਾ ਕਰਨਗੇ, ਆਪਾਂ ਨੂੰ ਚੰਗਾ ਲੱਗੇਗਾ, ਹੈ ਨਾ। ਆਪਾਂ ਨੂੰ ਵੈਰਾਈਟੀ ਆਫ ਕਮੈਂਟਸ ਆਪਾਂ ਜਦ ਪੜ੍ਹਾਂਗੇ, ਲੋਕਾਂ ਦੀ ਸੋਚ ਪੜ੍ਹਾਂਗੇ, ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਡਿਫਰੈਂਟ ਟਾਈਪ ਆਫ ਲੋਕ ਕੀ ਸੋਚਦੇ ਨੇ, ਤੇ ਅਸੀਂ ਉਹਦੇ ਥਰੂ ਹੋਰ ਗੂੜਾ ਸੋਚ ਸਕਾਂਗੇ, ਹੈ ਨਾ। ਤੇ ਜ਼ਰੂਰ ਸਾਨੂੰ ਕਮੈਂਟ 'ਤੇ ਕਰਿਓ ਤੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ, ਠੀਕ ਹੈ। ਚਲੋ ਜੀ, ਓਕੇ ਦੈਨ, ਸਤਿ ਸ਼੍ਰੀ ਅਕਾਲ ਜੀ। ਓਕੇ, ਬਾਏ ਬਾਏ ਜੀ, ਸਤਿ ਸ਼੍ਰੀ ਅਕਾਲ, ਬਾਏ ਬਾਏ, ਗੁੱਡ ਨਾਈਟ। ਚਲੋ ਓਕੇ।